ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਵਾਰ ਫੇਰ ਆਪਣਾ ਡਾਕਟਰ ਆਪ ਬਣੋ ਲੜੀਵਾਰ ਨੰਬਰ 32 ਲੈ ਕੇ ਹਾਜ਼ਰ ਹੋਏ ਹਾਂ। ਅਤੇ ਅੱਜ ਦੇ ਇਸ ਲੜੀਵਾਰ ਦੇ ਵਿੱਚ ਅਸੀਂ ਪਿਛਲੀ ਚਰਚਾ ਨੂੰ ਹੀ ਅੱਗੇ ਵਧਾਉਂਦੇ ਹੋਏ, ਕੁਆਂਟਮ ਹੀਲਿੰਗ ਨੂੰ ਹੀ ਅੱਗੇ ਵਧਾਉਂਦੇ ਹੋਏ, ਕੁਆਂਟਮ ਹੀਲਿੰਗ ਦੇ ਕਿਸ ਤਰ੍ਹਾਂ ਆਪਾਂ ਨੇ ਕੁਆਂਟਮ ਹੀਲਿੰਗ ਕਰਨੀ ਹੈਗੀ ਆ ਉਹ ਅੱਜ ਡਾਕਟਰ ਸਾਹਿਬ ਡੈਮੋ ਕਰਕੇ ਦਿਖਾਉਣਗੇ। ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਅਸੀਂ ਕੁਆਂਟਮ ਹੀਲਿੰਗ ਕਰ ਸਕਦੇ ਹਾਂ ਅਤੇ ਕਿੱਦਾਂ ਉਹ ਸਾਡੇ ਸਰੀਰ ਦੇ ਅੰਦਰ ਕੰਮ ਕਰਦੀ ਹੈ ਅਤੇ ਕਿੱਦਾਂ ਅਸੀਂ ਠੀਕ ਹੋ ਜਾਂਦੇ ਹਾਂ। ਅੱਜ ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ। ਡਾਕਟਰ ਸਾਹਿਬ ਪਿਛਲੀ ਵਾਰ ਆਪਾਂ ਕੁਆਂਟਮ ਹੀਲਿੰਗ ਦੀ ਗੱਲ ਕੀਤੀ ਸੀ ਅਤੇ ਤੁਸੀਂ ਦਰਸ਼ਕਾਂ ਦੇ ਨਾਲ ਵਾਅਦਾ ਕੀਤਾ ਸੀ ਵੀ ਆਪਾਂ ਇਹਨੂੰ ਡੈਮੋ ਵੀ ਕਰਕੇ ਦਿਖਾਵਾਂਗੇ ਤਾਂ ਕਿ ਪਬਲਿਕ ਨੂੰ ਸਹੀ ਢੰਗ ਦੇ ਨਾਲ ਸਮਝ ਆ ਜਾਏ ਵੀ ਅਸਲ 'ਚ ਕਰਨਾ ਕੀ ਹੈਗਾ। ਅਤੇ ਕਿਉਂਕਿ ਆਪਾਂ ਦੱਸ ਦਈਏ ਅਤੇ ਉਹ ਅੱਧ ਕੱਚਾ ਜਿਹਾ ਰਹਿ ਜਾਂਦਾ ਅਤੇ ਉਹ ਪਤਾ ਨਹੀਂ ਲੱਗਣਾ ਉਹਨਾਂ ਨੂੰ ਵੀ ਕੀ ਹੈਗਾ। ਅਤੇ ਇਸ ਤੋਂ ਵਧੀਆ ਕੀ ਹੋ ਸਕਦਾ ਵੀ ਜੇ ਤੁਸੀਂ ਆਪ ਖੁਦ ਹੀ ਜਿਹੜਾ ਜੇ ਡੈਮੋ ਕਰਕੇ ਉਹਨਾਂ ਨੂੰ ਦੱਸ ਦਿਓ ਅਤੇ ਉਹ ਘਰ ਬੈਠੇ ਠੀਕ ਹੋ ਜਾਣ। ਅਤੇ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ। ਅਤੇ ਦੱਸੋ ਹੁਣ ਤੁਸੀਂ ਕਿੱਥੋਂ ਸ਼ੁਰੂ ਕਰੋਗੇ ਅਤੇ ਕਿਹੜੇ ਤਰੀਕੇ ਦੇ ਨਾਲ ਤੁਸੀਂ ਸਮਝਾਓਗੇ। ਕੁਲਵੰਤ ਜੀ ਆਪਾਂ ਜਿਹੜਾ ਲੜੀਵਾਰ ਬਣਾ ਰਹੇ ਹਾਂ, ਆਪਾਂ ਆਪਣਾ ਪਰਪਜ਼ ਇਹ ਹੈ ਕਿ ਬੀ ਯੂਰ ਓਨ ਡਾਕਟਰ, ਕਿ ਆਪਣੇ ਡਾਕਟਰ ਆਪ ਬਣਨਾ। ਆਪਾਂ ਨੇ ਕਿਸੇ 'ਤੇ ਨਿਰਭਰ ਨਹੀਂ ਕਰਨਾ। ਨਿਰਭਰਤਾ ਥੋੜ੍ਹੀ ਰੱਖਣੀ ਹੈ, ਮਤਲਬ ਥੋੜ੍ਹੀ ਬਹੁਤੀ ਨਿਰਭਰਤਾ ਰੱਖਣੀ ਪਊਗੀ ਜਿੱਥੇ ਵੀ ਜਾਵਾਂਗੇ ਅਸੀਂ, ਲੇਕਿਨ ਕੋਸ਼ਿਸ਼ ਕਰਨੀ ਹੈ ਕਿ ਕਮ ਸੇ ਕਮ 80% ਜਿਹੜਾ ਹੀਲਿੰਗ ਦਾ ਕੰਮ ਹੈ, ਡਾਕਟਰੀ ਦਾ ਕੰਮ ਹੈ, ਉਹ ਅਸੀਂ ਆਪਣੇ ਹੱਥ 'ਚ ਲਈਏ। ਉਹਨੂੰ ਆਪਣੇ ਹੱਥ 'ਚ ਕਿੱਦਾਂ ਲੈ ਸਕਦੇ ਹਾਂ ਆਪਾਂ, ਉਹਦੇ ਬਾਰੇ ਬਹੁਤ ਪਿਛਲੇ 2 ਸਾਲ ਤੋਂ ਕੰਮ ਬਹੁਤ ਇੰਟੈਂਸਿਵਲੀ ਕਰ ਰਹੇ ਹਾਂ। ਪਹਿਲਾਂ ਵੀ ਕਰ ਰਹੇ ਸੀ, ਲੇਕਿਨ 2 ਸਾਲ ਤੋਂ ਬਹੁਤ ਫੋਕਸ ਕਰਕੇ ਇੱਕ ਪੂਰਾ ਕੇਂਦਰਿਤ ਕਰਕੇ 2 ਸਾਲ ਤੋਂ ਕੰਮ ਕਰ ਰਹੇ ਹਾਂ। ਉਹਦੇ ਜਿਹੜੀ ਆਪਾਂ ਜਿਸ ਪੜਾਅ 'ਤੇ ਹੁਣ ਪਹੁੰਚੇ ਹਾਂ ਕਿ ਕੁਆਂਟਮ ਹੀਲਿੰਗ ਦੀ ਗੱਲ ਵੀ ਕਰਨੀ ਚਾਹੀਦੀ ਹੈ, ਕਿਉਂਕਿ ਪੂਰੀ ਦੁਨੀਆ 'ਚ ਇਸ ਵੇਲੇ ਜਿਹੜਾ ਸਭ ਤੋਂ ਹੌਟ ਮੁੱਦਾ ਹੈ ਇਸ ਵੇਲੇ ਕਿ ਕੁਆਂਟਮ ਹੀਲਿੰਗ ਹੀ ਸਭ ਤੋਂ ਵਧੀਆ ਹੁੰਦੀ ਹੈ। ਹਾਲਾਂਕਿ ਉਹਦੀ ਗੱਲ ਆਮ ਚਰਚਾ 'ਚ ਜੇ ਨਹੀਂ ਆਈ, ਲੇਕਿਨ ਉਹ ਜਦੋਂ ਆਪਾਂ ਗੱਲ ਕਰਾਂਗੇ ਤਾਂ ਲੱਗ ਜਾਏਗਾ ਕਿ ਆਪਾਂ ਆਮ ਚਰਚਾ 'ਚ ਵੀ ਆਉਂਦੀ ਹੈ ਗੱਲ, ਲੇਕਿਨ ਕੁਆਂਟਮ ਹੀਲਿੰਗ ਕਰਕੇ ਨਹੀਂ ਆਉਂਦੀ, ਉਹ ਕੁਛ ਹੋਰ ਕਹਿ ਕੇ ਆਉਂਦੀ ਹੈ। ਮੈਂ ਕਹਿ ਸਕਦੇ ਹਾਂ ਵੀ ਆਪਾਂ ਨੂੰ ਪਤਾ ਤਾਂ ਹੈ ਵੀ ਆਹ ਚੀਜ਼ਾਂ ਹੁੰਦੀਆਂ ਨੇ, ਪਰ ਇਹ ਨਹੀਂ ਪਤਾ ਵੀ ਇਹਦੇ ਨਾਲ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ। ਨਹੀਂ, ਇਹ ਵੀ ਪਤਾ ਆਪਾਂ ਨੂੰ ਵੀ ਕੀ ਕਰਨਾ ਚਾਹੀਦਾ, ਲੇਕਿਨ ਉਹਦਾ ਨਾਂ ਅਲੱਗ-ਅਲੱਗ ਨੇ। ਵੀ ਯੋਗਾ ਵੀ ਤਾਂ ਕੁਆਂਟਮ ਹੀਲਿੰਗ ਹੈ, ਯੋਗ ਸਾਧਨਾ ਜਿਹੜੀ ਕੁਆਂਟਮ ਹੀਲਿੰਗ ਹੈ। ਅਤੇ ਜੇ ਆਪਾਂ ਦੇਖਿਆ ਜਾਵੇ ਤਾਂ ਭੋਜਨ ਅੱਛਾ ਖਾਣਾ ਵੀ ਕੁਆਂਟਮ ਹੀਲਿੰਗ ਹੈ, ਕਿਉਂਕਿ ਉਹਦੇ ਵਿੱਚ ਵੀ ਐਨਰਜੀ ਕਿਸ ਢੰਗ ਦੇ ਨਾਲ ਚੈਨਲਾਈਜ਼ ਹੋਣੀ ਹੈ। ਫੂਡ ਜੇ ਉੱਦਾਂ ਦਾ ਹੋਏਗਾ, ਨੈਚੁਰਲ ਫੂਡ ਹੋਏਗਾ, ਤਾਂ ਉਹ ਐਨਰਜੀ ਨੂੰ ਚੈਨਲਾਈਜ਼ ਸਾਡੀ ਬਾਡੀ 'ਚ ਵਧੀਆ ਢੰਗ ਨਾਲ ਕਰੇਗਾ, ਤਾਂ ਉਹ ਵੀ ਇੱਕ ਕਿਸਮ ਦੀ ਕੁਆਂਟਮ ਹੀਲਿੰਗ ਹੈ। ਲੇਕਿਨ ਕਿਉਂਕਿ ਸਾਨੂੰ ਪਦਾਰਥ ਦੇਖਣ ਦੀ ਆਦਤ ਪੈ ਗਈ ਹੋਈ ਹੈ ਅਤੇ ਅਸੀਂ ਸਿਰਫ ਪਦਾਰਥ ਦਾ ਰੂਪ ਹੀ ਦੇਖਦੇ ਹਾਂ। ਜਿਹੜੀ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਨਾ, ਇਹਦੇ ਆਪਾਂ ਦੋ ਬਣਾਏ ਆ, ਇਹਦੇ 'ਚ ਕੁਆਂਟਮ ਹੀਲਿੰਗ 'ਚ ਵੀ 2 ਬਣਾ ਚੁੱਕੇ ਹਾਂ। ਬਸ ਤੀਜੀ ਇਹ ਹੈ, ਉਹ 'ਚ ਆਪਾਂ ਨੇ ਇਹ ਗੱਲ ਕੀਤੀ ਸੀਗੀ ਕਿ ਆਪਾਂ ਨੂੰ ਇੱਕ ਬਹੁਤ ਸੁਪਰੀਮ ਸੱਚ ਜਿਹੜਾ ਜਿਹਨੂੰ ਕਹਿੰਦੇ ਆ, ਜਿਹੜਾ ਕਿ ਸਦਾ ਰਹਿਣ ਵਾਲਾ ਸੱਚ ਹੈ। ਗੁਰੂ ਸਾਹਿਬ ਨੇ ਕਿਹਾ ਆਦਿ ਸੱਚ, ਜੁਗ ਆਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸੱਚ ਕੀ ਆ? ਇਹ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਬਹੁਤ ਕਮਾਲ ਦਾ ਇੰਨੇ ਸੁੰਦਰ ਨਿੱਕੀ ਜਿਹੀ ਗੱਲ 'ਚ ਜਿਹਨੂੰ ਕਹਿੰਦੇ ਸਮੁੰਦਰ ਜਿਹੜਾ ਕਰਤਾ ਕੈਦ। ਆਦਿ ਸੱਚ, ਆਦਿ ਤੋਂ ਵੀ ਸੱਚ ਹੈ, ਜੁਗਾਦਾਂ ਤੋਂ ਵੀ, ਜੁਗਾਂਤਰਾਂ ਤੋਂ ਸੱਚ ਹੈ ਵੀ ਸੱਚ, ਅੱਜ ਵੀ ਸੱਚ ਹੈ ਅਤੇ ਕੱਲ੍ਹ ਨੂੰ ਵੀ ਸੱਚ ਰਹਿਣਾ ਉਹਨੇ। ਉਹ ਸੱਚ ਕੀ ਹੈ? ਉਹ ਸੱਚ ਇਹ ਹੈ ਕਿ ਸਭ ਤੋਂ ਸੁਪਰੀਮ ਸੱਚ ਹੈ ਕਿ ਅਸੀਂ ਇੱਕ ਊਰਜਾ ਦੇ ਫੀਲਡ ਦੇ ਵਿੱਚ ਰਹਿੰਦੇ ਹਾਂ। ਊਰਜਾ ਦਾ ਇੱਕ ਆਭਾ ਮੰਡਲ, ਇੱਕ ਵਿਸ਼ਾਲ ਆਕਾਸ਼ ਜਿਹੜਾ ਖਾਲੀ ਪਿਆ, ਇਹ ਕੀ ਹੈ? ਊਰਜਾ ਦਾ ਭਰਿਆ ਹੋਇਆ ਆਕਾਸ਼ ਹੈ। ਆਕਾਸ਼ ਮੀਨਸ ਖਾਲੀ ਥਾਂ ਅਤੇ ਊਰਜਾ ਦਾ ਭਰਿਆ ਹੋਇਆ ਆਕਾਸ਼ ਅਤੇ ਊਰਜਾ, 5 ਤੱਤਾਂ। ਜੇ ਆਪਾਂ ਕਹਿੰਦੇ 5 ਤੱਤਾਂ ਦੇ ਪੁਤਲੇ ਹਾਂ ਅਸੀਂ। ਹਰ ਜਿਹੜੀ ਪੂਰੀ ਸ੍ਰਿਸ਼ਟੀ ਦੀ ਰਚਨਾ ਹੈ, ਜਿਹੜਾ ਪੂਰੀ ਕੁਦਰਤ ਦੀ ਰਚਨਾ ਹੈ, ਉਹ ਪਰ ਸਾਰੀ 5 ਤੱਤਾਂ ਤੋਂ ਹੈ। ਅਤੇ 5 ਤੱਤਾਂ ਦੇ ਵਿੱਚ 2 ਤੱਤ ਜਿਹੜੇ ਨੇ, ਆਕਾਸ਼ ਅਤੇ ਊਰਜਾ, ਯਾਨੀ ਕਿ ਊਰਜਾ ਦਾ ਭਰਿਆ ਹੋਇਆ ਆਕਾਸ਼, ਉਹ ਸੁਪਰੀਮ ਸੱਚ ਹੈ ਅਤੇ ਸਭ ਤੋਂ ਵੱਡਾ ਸੱਚ ਹੈ। ਉਹ ਸੱਚ 'ਚੋਂ ਬਾਕੀ ਸੱਚ ਨਿਕਲਦੇ ਆ, ਉਹ ਸੱਚ ਪਲਦੇ ਫੁੱਲਦੇ ਆ, ਫਿਰ ਉਹ ਵਾਪਸ ਉਸੇ ਸੱਚ ਸਮਾ ਜਾਂਦੇ ਆ। ਤਾਂ ਉਹ ਜਿਹੜਾ ਹੈ ਇੱਕ ਜਿਹੜਾ ਸੁਪਰੀਮ ਸੱਚ ਹੈ, ਉਹ ਹੈਗਾ ਜਿਹੜਾ ਊਰਜਾ ਦਾ ਭਰਿਆ ਹੋਇਆ ਆਕਾਸ਼ ਹੈ। ਸਭ ਤੋਂ ਵੱਡਾ ਛਤਰ ਹੈ ਸਾਡੇ ਉੱਪਰ, ਔਰ ਉਹ ਛਤਰ ਹੀ ਨਹੀਂ ਅੱਲਾ, ਉਹ ਛਤਰ ਸਾਡੇ ਅੰਦਰ ਵੀ ਹੈ। ਜੋ ਬਾਹਰ ਹੈ ਉਹੀ ਸਾਡੇ ਅੰਦਰ ਹੈ। ਜੋ ਬ੍ਰਹਿਮੰਡ ਸੋਈ ਪਿੰਡ। ਹਾਂ, ਸੋ ਉਹ ਆਕਾਸ਼ ਅੰਦਰ ਵੀ ਹੈ, ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਹੜੀ ਐਟਮ ਹੈ, ਜੀ ਸਭ ਤੋਂ ਛੋਟਾ ਜਿਹੜਾ ਪਦਾਰਥ ਦੀ ਫਾਰਮ ਹੈ, ਉਹਨੂੰ ਐਟਮ ਕਹਿੰਦੇ ਆਪਾਂ। ਐਟਮ ਦੇ ਵਿੱਚ ਵੀ ਉਹ ਸਾਰੇ ਜਿਹੜੇ ਉਹਦੇ ਐਟਮ ਦੇ ਜਿਹਦੇ 'ਚ ਪ੍ਰੋਟੋਨ ਨੇ, ਨਿਊਟਰੋਨ ਹੈ, ਇਲੈਕਟ੍ਰੋਨ ਨੇ, ਉਹਦੇ ਵਿੱਚ ਵੀ ਤਾਂ ਆਕਾਸ਼ ਹੈ।
ਸੋ ਆਕਾਸ਼ ਤੋਂ ਬਿਨਾਂ ਕੋਈ ਪਦਾਰਥ ਨਹੀਂ ਹੈ। ਪਦਾਰਥ ਦੀ ਛੋਟੀ ਤੋਂ ਛੋਟੀ ਫਾਰਮ ਦੇ ਅੰਦਰ ਵੀ ਆਕਾਸ਼ ਸ਼ਾਮਲ ਹੈ ਤੇ ਊਰਜਾ ਸ਼ਾਮਲ ਹੈ। ਸੋ ਉਹ ਸੱਚ ਹੈ ਜਿਹੜਾ ਕਿ ਛੋਟੇ ਤੋਂ ਛੋਟਾ ਵੀ ਹੈ, ਮਹੀਨ ਤੋਂ ਮਹੀਨ ਵੀ ਹੈ, ਤੇ ਮਹਾਨ ਤੋਂ ਮਹਾਨ ਵੀ, ਵੱਡੇ ਤੋਂ ਵੱਡਾ ਵੀ ਹੈ। ਵੱਡਾ ਇੰਨਾ ਕਿ ਉਹਦਾ ਅੰਤ ਕੋਈ ਨਹੀਂ ਹੈ, ਕਿਸੇ ਨੇ ਅੰਤ ਨਹੀਂ ਜਾਣਿਆ, ਉਹਦਾ ਅੰਤਹੀਨ ਹੈ। ਛੋਟਾ ਇੰਨਾ ਕਿ ਕੋਈ ਪਦਾਰਥ ਤੁਸੀਂ ਇਮੈਜਨ ਨਹੀਂ ਕਰ ਸਕਦੇ ਜਿਹਦੇ ਅੰਦਰ ਆਕਾਸ਼ ਨਹੀਂ ਹੈ। ਸੋ ਉਹ ਹੈ ਸਾਡੇ ਕੋਲੇ ਅਦਿੱਖ ਊਰਜਾ, ਜਿਹਨੂੰ ਅਸੀਂ ਪਰਮਾਤਮਾ, ਸ਼ੁੱਧ ਪਰਮਾਤਮਾ ਕਹਿੰਦੇ ਹਾਂ, ਯਾਨੀ ਕਿ ਅਦਿੱਖ ਪਰਮਾਤਮਾ। ਪਰਮਾਤਮਾ ਦਾ ਦੂਸਰਾ ਰੂਪ ਹੈ ਪਦਾਰਥ। ਉਹ ਹਵਾ ਹੈ, ਪਾਣੀ ਹੈ, ਮਿੱਟੀ ਹੈ, ਉਹਦੇ ਅਲੱਗ-ਅਲੱਗ ਰੂਪ ਨੇ, ਫਿਰ ਅੱਗੇ ਰੂਪ ਨੇ ਸਾਰੇ। ਤਾਂ ਉਹ ਪਦਾਰਥ ਹੈ ਜਿਹੜਾ ਦਿਖਣ ਵਾਲਾ ਰੂਪ ਹੈ। ਇਹਦਾ ਮਤਲਬ ਕੀ ਹੈ ਕਿ ਦੋ ਨਹੀਂ। ਜਦੋਂ ਵੀ ਕਹਿੰਦੇ ਪਰਮਾਤਮਾ ਇੱਕ ਹੈ, ਥੋੜ੍ਹੀ ਜਿਹੀ ਭਾਸ਼ਾ ਦੀ ਗੜਬੜ ਹੋ ਜਾਂਦੀ ਹੈ ਵੀ ਪਰਮਾਤਮਾ ਇੱਕ ਹੈ, ਸ਼ਾਇਦ ਬਾਕੀ ਸਾਰਾ ਕੁਝ ਬਾਹਰ ਹੈ ਉਹ ਤੋਂ। ਇੱਦਾਂ ਨਹੀਂ ਹੈ, ਪਰਮਾਤਮਾ ਹੀ ਹੈ। ਇੱਕ ਸ਼ਕਲ 'ਚ ਉਹ ਅਦਿੱਖ ਹੈ, ਦੂਜੀ ਸ਼ਕਲ 'ਚ ਉਹ ਦਿਖਣ ਵਾਲਾ ਰੂਪ ਲੈ ਲਿਆ ਉਹਨੇ, ਪਦਾਰਥ ਦਾ ਰੂਪ ਲੈ ਲਿਆ। ਇੱਕ ਸ਼ਕਲ 'ਚ ਊਰਜਾ ਦਾ ਰੂਪ ਹੈ, ਦੂਜੀ ਸ਼ਕਲ 'ਚ ਪਦਾਰਥ ਦਾ ਰੂਪ ਹੈ। ਸੋ ਇਹ ਹੈ ਫਾਈਨਲ ਸੱਚ। ਫਾਈਨਲ ਸੱਚ ਸੁਪਰੀਮ ਕੀ ਹੈ? ਊਰਜਾ ਤੇ ਆਕਾਸ਼, ਕਿਉਂਕਿ ਉਹ ਹਮੇਸ਼ਾ ਸੀਗੇ। ਜਿਹੜਾ ਪਦਾਰਥ ਉਹਦੇ 'ਚੋਂ ਪੈਦਾ ਹੋਇਆ, ਉਹ ਹਮੇਸ਼ਾ ਸੀਗੇ। ਉਹ ਇਟਰਨਲ ਸੱਚ ਹੈ। ਇਟਰਨਲ ਸੱਚ ਹੈ ਕਿ ਪਦਾਰਥ ਪਹਿਲਾਂ, ਸਭ ਤੋਂ ਪਹਿਲਾਂ ਕੀ ਸੀਗਾ? ਊਰਜਾ ਦਾ ਭਰਿਆ ਹੋਇਆ ਆਕਾਸ਼ ਹੀ ਸੀਗਾ। ਉਹਦੇ ਤੋਂ ਹੌਲੀ ਹੌਲੀ ਫਿਰ ਤਾਰੇ ਬਣੇ। ਫਿਰ ਦੂਜਾ ਜਿਹੜਾ ਉਹ ਤਾਰਿਆਂ 'ਚ ਹੋ ਗਿਆ ਕਿ ਸਾਡਾ ਦੂਸਰਾ ਛਤਰ ਕੀ ਹੈ? ਸੂਰਜ। ਹੁਣ ਸੂਰਜ ਨੂੰ ਤੁਸੀਂ ਕੀ ਕਹੋਗੇ? ਪਦਾਰਥ ਹੈ ਕਿ ਊਰਜਾ? ਉਹ ਪਦਾਰਥ ਵੀ ਹੈ, ਊਰਜਾ ਵੀ ਹੈ। ਉਹ ਦਿਖਦਾ ਹੈ ਤਾਂ ਪਦਾਰਥ ਹੈ, ਟਿਕਿਆ ਹੋਇਆ ਕਿਥਾਂ 'ਤੇ, ਇਹਦਾ ਮਤਲਬ ਪਦਾਰਥ ਵੀ ਹੈਗਾ, ਲੇਕਿਨ ਊਰਜਾ ਵੀ ਦੇ ਰਿਹਾ। ਉਹ ਉਹਦੇ ਸਿਰ 'ਤੇ ਸਾਰਾ ਕੁਛ, ਸਾਰੀ ਕੁਦਰਤ ਦੀ ਰਚਨਾ ਜਿਹੜੀ ਆ ਉਹ ਧੁੱਪ ਦੀ ਊਰਜਾ ਦੇ ਸਿਰ 'ਤੇ ਹੈ। ਸੂਰਜ ਦੀ ਊਰਜਾ ਦੇ ਸਿਰ 'ਤੇ ਉਹਦੇ ਬਣਦਾ ਕੁਛ ਵੀ ਨਹੀਂ। ਅਗਰ ਸੂਰਜ ਨਹੀਂ ਹੈ ਤਾਂ ਨਾ ਤਾਂ ਧਰਤੀ ਖੜ੍ਹ ਸਕਦੀ ਹੈ, ਉਹ ਧਰਤੀ ਗ੍ਰੈਵੀਟੇਸ਼ਨ ਨਾਲ ਉਹਦੇ ਨਾਲ ਜੁੜੀ ਹੋਈ ਹੈ, ਅਤੇ ਧੁੱਪ ਉਹਦੇ ਤੋਂ ਆਉਂਦੀ ਹੈ, ਉਹਦੇ ਸਿਰ 'ਤੇ ਕੁਦਰਤ ਪਲਦੀ ਸਾਰੀ। ਇਹਦਾ ਮਤਲਬ ਦੂਸਰਾ ਵੱਡਾ ਛਤਰ ਕੀ ਹੈ? ਸੂਰਜ ਹੈ। ਅੱਗੇ ਤੀਸਰਾ ਵੱਡਾ ਛਤਰ ਕੀ ਹੈ? ਪੂਰੀ ਨੇਚਰ ਹੈ, ਹਵਾ ਹੈ, ਪਾਣੀ ਹੈ, ਮਿੱਟੀ ਹੈ। ਉਹ ਵੱਡਾ ਕੁਦਰਤ ਹੈ ਜਿਹਦੀ ਗੋਦ 'ਚ ਅਸੀਂ ਪਲਦੇ ਹਾਂ। ਗੋਦ ਹੈ, ਉਹ ਗੋਦ ਕਿਹਦੀ ਹੈ? ਕੁਦਰਤ ਦੀ ਗੋਦ ਹੈ। ਉਹਦੇ 'ਚ ਹਵਾ, ਪਾਣੀ, ਮਿੱਟੀ ਹੈ। ਉਸ ਗੋਦ ਦੇ ਵਿੱਚ ਫਿਰ ਉਹ ਸਾਰਾ ਖੇਲ ਹੈ। ਔਰ ਖੇਲ ਦੇ ਵਿੱਚ ਉਹ ਕਮਾਲ ਦੇ ਜਿਹੜੇ ਸਾਈਕਲ ਨੇ ਉਸ ਦੇ ਨੇਚਰ ਦੇ, ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਸਸਟੇਨੇਬਲ ਨੇ, ਚਿਰੰਜੀਵੀ ਨੇ। ਕੋਈ ਘਟਦੇ ਵੱਧਦੇ ਨਹੀਂ ਹੈ। ਉਹ ਤੁਸੀਂ ਹਵਾ ਜਿੰਨੀ ਮਰਜ਼ੀ ਵਰਤ ਲਓ, ਘਟ ਜਾਂਦੀ ਹੈ? ਉਹ ਨਹੀਂ ਘਟਦੀ, ਕਿਉਂਕਿ ਫਿਰ ਬਣ ਜਾਂਦੀ ਹੈ। ਪਾਣੀ ਜਿੰਨਾ ਮਰਜ਼ੀ ਵਰਤੀ ਜਾਓ, ਪਾਣੀ ਕਰੋੜਾਂ ਸਾਲ ਤੋਂ ਇਨਸਾਨ ਵਰਤ ਰਿਹਾ, ਜੰਗ ਜਾਮਨ ਵਰਤ, ਫਿਰ ਘਟ ਗਿਆ? ਉਹਨੇ ਤਾਂ ਉਨਾ ਹੀ ਹੈ ਜਿੰਨਾ ਪਾਣੀ ਸੀਗਾ। ਮਿੱਟੀ ਹੈ ਤਾਂ ਉਹਦਾ ਕੁਛ ਨਹੀਂ ਵਿਗੜਦਾ, ਕਿਉਂਕਿ ਮਿੱਟੀ ਦਾ ਸਾਈਕਲ ਹੈ। ਮਿੱਟੀ 'ਚੋਂ ਫਸਲਾਂ ਪੈਦਾ ਹੁੰਦੀਆਂ ਨੇ, ਉਹ ਸਾਰੀ ਵਾਪਸ ਫਿਰ ਰਹਿੰਦ ਖੂੰਦ ਵਿੱਚ ਚਲੀ ਜਾਂਦੀ ਹੈ, ਜਿਹੜਾ ਟੱਟੀ ਪਿਸ਼ਾਬ ਵਿੱਚ ਚਲਾ ਜਾਂਦਾ ਹੈ। ਜਦੋਂ ਮਰ ਜਾਂਦੇ ਜੀਵ ਜੰਤੂ, ਅਸੀਂ ਤਾਂ ਚਲੋ ਸਾੜ ਦਿੰਦੇ ਹਾਂ, ਚਲੋ ਸਾੜ ਕੇ ਵੀ ਅਲਟੀਮੇਟਲੀ ਉਹਦੇ ਵਿੱਚ ਹੀ ਜਾਣਾ। ਊਰਜਾ ਜ਼ਿਆਦਾ ਬਣ ਗਈ, ਉਹ ਵੱਖਰੀ ਗੱਲ ਹੈ, ਲੇਕਿਨ ਅਲਟੀਮੇਟਲੀ ਤਾਂ ਵਾਪਸ ਉੱਥੇ ਹੀ ਜਾਣਾ। ਇਹਦਾ ਮਤਲਬ ਹੈ ਕੁਦਰਤ ਆਪਣੇ ਆਪ ਸੰਪੰਨ ਹੈ, ਸੰਪੂਰਨ ਹੈ। ਕੁਦਮ ਕਰੇਂ ਦੀ ਯਾਰ ਮਾਟੀ ਕੁਦਮ ਕਰੇ। ਹਾਂ, ਤਾਂ ਪੂਰਨਤਾ ਜਿਹੜੀ ਹੈ, ਪੂਰਨਤਾ ਜਿਹੜੀ ਹੈ, ਇਹ ਪਰਮਾਤਮਾ ਪੂਰਨ ਹੈ, ਮਹਾਪੂਰਨ ਹੈ, ਸਭ ਤੋਂ ਪੂਰਨ ਹੈ। ਫਿਰ ਸੂਰਜ ਦਾ ਜਿਹੜਾ ਕਾਸਮਿਕ ਜਿਹੜਾ ਸਾਰਾ ਬ੍ਰਹਿਮੰਡ ਹੈ, ਇਹ ਪੂਰਨ ਹੈ। ਸਾਡੀ ਧਰਤੀ ਜਿਹੜੀ ਉਹਦੇ ਉੱਪਰ ਕੁਦਰਤ ਜਿਹੜੀ ਵਸੀ ਹੈ, ਪੂਰਨ ਹੈ ਆਪਣੇ ਆਪ 'ਚ, ਕਿਉਂਕਿ ਪਰਮਾਤਮਾ ਨਾਲ ਜੁੜੀ ਹੋਈ ਹੈ। ਸੋ ਇਹ ਪੂਰਨਤਾ ਜਿਹੜੀ ਹੈ, ਇਹ 'ਚ ਕੋਈ ਘਟਦਾ ਵੱਧਦਾ ਨਹੀਂ ਹੈ। ਸਾਨੂੰ ਊਤ-ਪਟਾਂਗ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ ਵੀ ਫਸਲਾਂ ਬੀਜੋ ਤਾਂ ਫਿਰ ਧਰਤੀ ਘਟ ਜਾਂਦੀ ਹੈ, ਫਿਰ ਉਹਦੇ ਖੁਰਾਕੀ ਤੱਤ ਘਟ ਜਾਂਦੇ ਆ, ਫਿਰ ਤਾਂ ਸਾਨੂੰ ਕੈਮੀਕਲ ਪਾਉਣੇ ਚਾਹੀਦੇ ਨੇ। ਸਾਰਾ ਝੂਠ ਹੈ, ਸਾਰਾ ਹੀ ਝੂਠ ਹੈ। ਇੱਕ ਬਹੁਤ ਮਹਾਂ ਝੂਠ ਹੈ ਜਿਹੜਾ ਖੇਤੀ ਦੇ ਵਿੱਚ ਕੈਮੀਕਲ ਚਾਹੀਦੇ ਆ, ਮਹਾਂ ਝੂਠ ਹੈ। ਤਾਂ ਉਹ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ ਕਿ ਫਾਈਨਲ ਸੱਚ ਇਹ ਆ। ਪਹਿਲੀ ਗੱਲ ਤਾਂ ਯਾਦ ਰੱਖਣਾ, ਜਦੋਂ ਵੀ ਆਪਾਂ ਹੀਲਿੰਗ ਦੀ ਗੱਲ ਕਰਨੀ ਹੈ ਤਾਂ ਚਾਹੇ ਅਸੀਂ ਖਾਣਾ ਖਾ ਰਹੇ ਹਾਂ, ਚਾਹੇ ਅਸੀਂ ਹਵਾ ਨੂੰ ਵਰਤ ਰਹੇ ਹਾਂ, ਚਾਹੇ ਅਸੀਂ ਪਾਣੀ ਪੀ ਰਹੇ ਹਾਂ, ਅਲਟੀਮੇਟਲੀ ਊਰਜਾ ਤੋਂ ਹੀ ਆ ਰਿਹਾ। ਪਾਣੀ ਕਿਵੇਂ ਆਉਂਦਾ ਸਾਡੇ ਤੱਕ? ਸੂਰਜ ਦੀ ਊਰਜਾ ਨਾਲ ਸਮੁੰਦਰ 'ਚ ਉੱਠਦਾ, ਬਾਦਲ ਬਣਦਾ, ਫਿਰ ਸਾਡੇ ਕੋਲ ਵਰਸ ਜਾਂਦਾ, ਫਿਰ ਅਸੀਂ ਉਹਦੇ ਵਿੱਚ ਇੱਕ ਛਿਪੀ ਊਰਜਾ ਹੀ ਹੈ ਨਾ ਉਹ ਵੀ। ਤਾਂ ਹਵਾ ਕੀ ਹੈ? ਹਵਾ ਵੀ ਇੱਕ ਛਿਪੀ ਹੋਈ ਊਰਜਾ। ਭੋਜਨ ਕੀ ਹੈ? ਸੂਰਜ ਨੇ ਪੌਦਿਆਂ ਨੂੰ ਦਿੱਤਾ, ਪੌਦਿਆਂ ਦਾ ਭੋਜਨ ਬਣਾਇਆ, ਪੌਦਿਆਂ ਨੇ ਭੋਜਨ ਬਣਾਇਆ, ਅਸੀਂ ਖਾ ਲਿਆ, ਫਿਰ ਊਰਜਾ ਬਣ ਗਿਆ। ਫਿਰ ਊਰਜਾ ਬਣ ਕੇ ਕਿਤੇ ਸਾਡੇ ਮਸਲ ਕੰਮ ਕਰ ਰਹੇ ਹਾਂ, ਕਿਤੇ ਸਾਡਾ ਅਸੀਂ ਬੋਲ ਰਹੇ ਹਾਂ, ਕਿ ਤੁਰ ਫਿਰ ਰਹੇ ਹਾਂ, ਹਾਰਟ ਚੱਲ ਰਿਹਾ, ਤਾਂ ਸਾਰਾ ਕੁਛ। ਤਾਂ ਇਹ ਸਾਰਾ ਊਰਜਾ ਦਾ ਖੇਲ ਹੈ ਕਿਤੇ ਨਾ ਕਿਤੇ, ਚਾਹੇ ਉਹ ਪਦਾਰਥ ਦੇ ਰਾਹੀਂ ਹੈ, ਚਾਹੇ ਉਹ ਪਦਾਰਥ ਤੋਂ ਬਿਨਾਂ ਹੈ। ਆਜ਼ਾਦ ਹੈ ਉਹ, ਜੇ ਤਾਂ ਫਿਰ ਉਹ ਪਰਮਾਤਮਾ ਹੈ, ਅਦਿੱਖ ਪਰਮਾਤਮਾ ਹੈ। ਜੇ ਉਹ ਪਦਾਰਥ ਦੀ ਸ਼ਕਲ ਹੈ ਤਾਂ ਉਹ ਦੇਖਣ ਵਾਲਾ ਪਰਮਾਤਮਾ ਹੈ। ਬਸ ਦੋ ਹੈ ਹੀ ਨਹੀਂ। ਤਾਂ ਇਸ ਸੱਚ ਨੂੰ ਯਾਦ ਰੱਖਣਾ। ਜਦੋਂ ਵੀ ਆਪਾਂ ਕੁਆਂਟਮ ਹੀਲਿੰਗ ਦੀ ਗੱਲ ਕਰਨੀ ਆ ਤਾਂ ਹਮੇਸ਼ਾ ਸਾਡੀ ਚੇਤਨਾ 'ਚ ਬਣਿਆ ਰਹੇ ਕਿ ਉਹਦੇ ਅਧੀਨ ਹੈ ਸਾਰਾ ਕੁਛ। ਅਧੀਨਤਾ ਲਫ਼ਜ਼ ਵੈਸੇ ਗਲਤ ਹੈ, ਭਾਸ਼ਾ ਦੀ ਬੜੀ ਪ੍ਰੋਬਲਮ ਹੁੰਦੀ ਹੈ। ਭਾਸ਼ਾ ਜਦੋਂ ਅਸੀਂ ਬੋਲਦੇ ਹਾਂ ਤਾਂ ਕੁਛ ਨਾ ਕੁਛ ਗਲਤ ਹੋ ਜਾਂਦਾ ਹੈ। ਅਧੀਨਤਾ ਨਹੀਂ ਹੈ, ਉਹ ਪੂਰਨਤਾ ਹੈ।
ਅਸੀਂ ਅਧੀਨਤਾ ਦੇ ਰਿਸ਼ਤੇ 'ਚ ਨਹੀਂ ਬਚੇ ਹੋਏ ਪਰਮਾਤਮਾ ਨਾਲ, ਅਸੀਂ ਉਹਦਾ ਹਿੱਸਾ ਹੀ ਹਾਂ। ਅਧੀਨ ਕਿਵੇਂ ਹੋ ਸਕਦਾ? ਜਿਹੜਾ ਬੰਦਾ ਜਿਹੜਾ ਮੈਂ ਕਹਾਂ ਵੀ ਮੇਰੀ ਉਂਗਲ ਮੇਰੇ ਅਧੀਨ ਹੈ, ਠੀਕ ਹੋਊਗਾ? ਅਧੀਨਤਾ ਨਹੀਂ ਨਾ ਹੈ, ਮੇਰਾ ਪਾਰਟ ਹੈ। ਇੱਦਾਂ ਹੀ ਅਸੀਂ ਪਰਮਾਤਮਾ ਦਾ ਪਾਰਟ ਹਾਂ, ਅਧੀਨ ਅਧੂਨ ਨਹੀਂ ਹਾਂ ਕਿਸੇ ਦੇ। ਅਸੀਂ ਉਹਦਾ ਹਿੱਸਾ, ਅਸੀਂ ਪਰਮਾਤਮਾ ਦਾ ਇੱਕ ਰੂਪ ਹਾਂ। ਤਾਂ ਇਹ ਗੱਲ ਜਿਹੜੀ ਚੇਤਨਾ 'ਚ ਹਮੇਸ਼ਾ ਫਸਾ ਕੇ ਰੱਖਣੀ ਹੈ। ਕੁਆਂਟਮ ਹੀਲਿੰਗ ਤਾਂ ਹੀ ਹੋਏਗੀ। ਜੇ ਆਪਾਂ ਭੁੱਲ ਜਾਂਦੇ ਹਾਂ ਤਾਂ ਉਹਦੇ ਟੈਕਨੀਕ 'ਚ ਵੜ ਜਾਂਦੇ ਸਿਰਫ, ਤਾਂ ਟੈਕਨੀਕ 'ਚ ਵੜ ਕੇ ਨਹੀਂ ਗੱਲ ਬਣਨੀ। ਫਿਰ ਉਹਨਾਂ ਵਧੀਆ ਅਸਰ ਨਹੀਂ ਹੋਏਗਾ। ਜਦੋਂ ਇਹ ਫਾਈਨਲ ਸੱਚ ਯਾਦ ਰੱਖਾਂਗੇ ਇੱਥੇ ਆਪਾਂ, ਫਿਰ ਉਹ ਕੁਆਂਟਮ ਹੀਲਿੰਗ ਜਦੋਂ ਵੀ ਅਸੀਂ ਕੋਈ ਟੈਕਨੀਕ ਵਰਤਾਂਗੇ ਤਾਂ ਉਹ ਕਨੈਕਟ ਕਰ ਦੇਗੀ ਸਾਨੂੰ ਉਸ ਫਾਈਨਲ ਸੱਚ ਨਾਲ, ਉਹ ਜਿਹੜਾ ਕਿ ਦੋ ਨਹੀਂ ਹੈ, ਇੱਕੋ ਹੀ ਹੈ। ਤਾਂ ਉਹਦੇ 'ਚ ਆਪਾਂ ਜਿਹੜੀ ਗੱਲ ਅੱਗੇ ਕਰਦੇ ਹਾਂ, ਉਹ ਬਹੁਤ ਸਾਰੇ ਤਰੀਕੇ ਯੂਜ਼ ਕਰਦੇ ਹਾਂ ਆਪਾਂ। ਲੇਕਿਨ ਅੱਜ ਜਿਹੜੀ ਆਪਾਂ ਗੱਲ ਕਰਨੀ ਉਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ 'ਚ ਵੈਸਟਰਨ ਭਾਸ਼ਾ ਜਿਹਨੂੰ ਕਿਹਾ ਜਾਂਦਾ ਮੈਡੀਟੇਸ਼ਨ। ਆਪਣੀ ਭਾਰਤ ਦੀ ਭਾਸ਼ਾ ਜਿਹਨੂੰ ਕਹਿੰਦੇ ਧਿਆਨ। ਮਹਰਸ਼ੀ ਪਤੰਜਲੀ ਨੇ ਜਿਹੜਾ ਅਸ਼ਟਾਂਗ ਜਿਹੜੀ ਅੱਠ ਉਹਦੀਆਂ ਚੀਜ਼ਾਂ ਨੇ ਯੋਗ ਦੀਆਂ, ਉਹ 'ਚ ਫਾਈਨਲ ਤੋਂ ਇੱਕ ਪਹਿਲਾਂ ਧਿਆਨ ਹੈ, ਅਤੇ ਫਿਰ ਧਾਰਨਾ ਹੈ, ਅਤੇ ਫਿਰ ਆਨੰਦ ਹੈ। ਤਿੰਨ ਜਿਹੜੇ ਨੇ ਤੋਂ 6ਵੇਂ ਨੰਬਰ 'ਤੇ ਇਹ ਹੈ। 7ਵੇਂ ਨੰਬਰ 'ਤੇ ਜਿਹੜੀ ਹੈ ਧਿਆਨ ਤੋਂ ਬਾਅਦ ਧਾਰਨਾ ਹੈ, ਧਾਰਨਾ ਤੋਂ ਬਾਅਦ ਫਿਰ ਆਨੰਦ ਹੈ। ਤਾਂ ਇੱਕ ਉਹਦਾ ਪਾਰਟ ਹੈ, ਉਹ ਅਸ਼ਟਾਂਗ ਯੋਗ ਦਾ ਪਾਰਟ ਹੈ ਧਿਆਨ ਯੋਗ। ਤਾਂ ਧਿਆਨ ਦਾ ਕੀ ਮਤਲਬ ਹੈ? ਹੁਣ ਧਿਆਨ, ਮੈਂ ਬੜੇ ਸਾਲਾਂ ਤੋਂ ਲੋਕ ਕੋਸ਼ਿਸ਼ ਕਰ ਰਹੇ ਹਾਂ ਕਿ ਧਿਆਨ ਦੀ ਗੱਲ ਕੀਤੀ ਜਾਵੇ ਸਿੰਪਲ ਫਾਰਮ 'ਚ, ਪਰ ਕੋਈ ਕਾਮਯਾਬੀ ਨਹੀਂ ਮਿਲੀ। ਕਿਉਂਕਿ ਆਮ ਬੰਦਾ ਇਹਨੂੰ ਕੈਚ ਹੀ ਨਹੀਂ ਕਰਦਾ। ਕਿਉਂਕਿ ਆਮ ਬੰਦਾ ਬਹੁਤ ਭੋਲਾ ਹੁੰਦਾ ਹੈ, ਸਿੰਪਲ ਹੁੰਦਾ। ਉਹ ਕਿਤੋਂ ਬਾਹਰ ਉਧਾਰੀ ਚੀਜ਼ ਨਾਲ ਉਹਦੀ ਗੱਲ ਨਹੀਂ ਬਣਦੀ। ਤਾਂ ਫਿਰ ਮੈਂ ਇਹਦੇ 'ਤੇ ਸੋਚ ਕੇ ਟਰਾਈ ਕਰਕੇ ਕੋਈ ਐਕਸਪੈਰੀਮੈਂਟ ਕਰ ਰਿਹਾ ਸੀਗਾ। ਅਤੇ ਉਹਦੇ 'ਚ ਕੁਛ ਚੀਜ਼ ਜਿਹੜੀ ਮੇਰੇ ਪੱਲੇ ਪਈ ਹੈ, ਉਹ ਆਪਾਂ ਅੱਜ ਸ਼ੇਅਰ ਕਰਦੇ ਹਾਂ ਸਰੋਤਿਆਂ ਨਾਲ। ਜਿੱਥੇ ਉਹ ਆਪਾਂ ਨੂੰ ਜਿਹੜੀ ਹੈ, ਕਿਉਂਕਿ ਸਾਡਾ ਜਿਹੜਾ ਬੇਸਿਕਲੀ ਇੰਡੀਅਨ ਮਾਈਂਡ ਹੈ, ਉਹ ਅਧਿਆਤਮਿਕ ਮਾਈਂਡ ਹੈ। ਅਸੀਂ ਜਦੋਂ ਵੀ ਜੋ ਵੀ ਗੱਲ ਕਰਦੇ ਹਾਂ ਤਾਂ ਪਰਮਾਤਮਾ ਨੂੰ ਯਾਦ ਕਰਕੇ ਕਰਦੇ ਹਾਂ, ਮੱਥਾ ਟੇਕ ਕੇ ਕਰਦੇ ਹਾਂ। ਚਾਹੇ ਅਸੀਂ ਪਰਮਾਤਮਾ ਨੂੰ ਟੇਕੀਏ, ਚਾਹੇ ਪਰਮਾਤਮਾ ਨੂੰ ਮਿਲਾਉਣ ਵਾਲੇ ਗੁਰੂ ਨੂੰ ਟੇਕੀਏ, ਚਾਹੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਹੋਇਆ ਉਹਨੂੰ ਟੇਕੀਏ, ਜਾਂ ਕੁਦਰਤ ਦੀਆਂ ਜਿਹੜੀਆਂ ਸਾਡੀ ਗੱਲ ਦੇਵਤੇ ਨੇ, ਉਹ ਜਲ ਦੇਵਤਾ ਹੈ, ਪਵਨ ਦੇਵਤਾ ਹੈ, ਸੂਰਜ ਦੇਵਤਾ ਹੈ, ਅਗਨੀ ਦੇਵਤਾ ਹੈ। ਦੇਵਤਿਆਂ ਨੂੰ ਮੱਥਾ ਟੇਕਦੇ ਸੀਗੇ ਲੋਕ, ਪੌਦਿਆਂ ਨੂੰ ਮੱਥਾ ਟੇਕਦੇ ਸੀ। ਬਹੁਤ ਸਾਰੇ ਪੌਦਿਆਂ ਦੀ ਪੂਜਾ ਕਰਦੇ ਸੀ, ਨਦੀ ਨਾਲਿਆਂ ਦੀ ਪੂਜਾ ਕਰਦੇ ਸੀ, ਜੰਡ ਦੀ ਪੂਜਾ ਕਰਦੇ ਸੀ, ਪਿੱਪਲ ਦੀ ਪੂਜਾ ਕਰਦੇ ਸੀ, ਤੁਲਸੀ ਦੀ ਪੂਜਾ ਕਰਦੇ ਸੀ। ਬਹੁਤ ਸਾਰੇ ਜਾਨਵਰਾਂ ਦੀ ਪੂਜਾ ਕਰਦੇ ਸੀ। ਤਾਂ ਉਹ ਕੀ ਉਹਦਾ ਮਤਲਬ ਕੀ ਹੈ ਕਿ ਅਸੀਂ ਉਸ ਵਨਨੈਸ ਨੂੰ ਯਾਦ ਰੱਖਦੇ ਹਾਂ ਕਿ ਅਸੀਂ ਕੋਈ ਅਲੱਗ ਨਹੀਂ ਹਾਂ। ਦੂਸਰਾ ਇੱਕ ਝੂਠ ਦੀ ਜਿਹੜੀ ਗੱਲ ਆਪਾਂ ਰਹਿ ਗਈ ਉਹ ਵੀ ਕਰ ਲਈਏ ਕਿ ਜਿਹੜਾ ਮੈਂ ਹਾਂ, ਮੈਂ ਅਲੱਗ ਹਾਂ, ਇਹ ਬਹੁਤ ਵੱਡਾ ਝੂਠ ਹੈ। ਜਿਹੜੀ ਆਪਾਂ ਸੱਚ ਦੀ ਗੱਲ ਕੀਤੀ ਹੈ, ਉਹਦਾ ਉਲਟ ਕੀ ਹੈ ਕਿ ਮੈਂ ਕੁਛ ਵੱਖਰੀ ਜਿਹੀ ਚੀਜ਼ ਹਾਂ। ਮੈਂ ਤਾਂ ਮੈਂ ਹਾਂ, ਮੈਂ ਨਹੀਂ ਕੁਛ ਇੱਧਰ ਉੱਧਰ ਟਸ ਤੋਂ ਮਸ ਨਹੀਂ ਹੋ ਸਕਦਾ। ਮੈਨੂੰ ਨਾ ਡਿਸਟਰਬ ਕਰੋ, ਤੁਸੀਂ ਮੇਰੇ ਹਿਸਾਬ ਨਾਲ ਢਲੋ। ਉਹ ਬੰਦਿਆਂ ਨੂੰ ਵੀ ਕਹਿੰਦਾ, ਆਪਣੇ ਪਰਿਵਾਰ ਨੂੰ ਵੀ ਕਹਿੰਦਾ, ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਇਹੀ ਆਸ ਰੱਖਦਾ, ਅਤੇ ਫਿਰ ਕੁਦਰਤ ਨੂੰ ਵੀ ਇਹੀ ਆਸ ਕਰਦਾ, ਅਤੇ ਪਰਮਾਤਮਾ ਤੋਂ ਵੀ ਇਹੀ ਆਸ ਰੱਖਦਾ ਵੀ ਮੇਰੀ ਮਦਦ ਕਰ ਤੂੰ, ਵੀ ਤੂੰ ਕੋਈ ਵੱਖਰੀ ਚੀਜ਼ ਹੈ। ਮਦਦ ਤਾਂ ਉਸ ਚੀਜ਼ ਦੀ ਕੀਤੀ ਜਾਂਦੀ ਹੈ ਜਿਹੜਾ ਵੱਖਰਾ ਹੋਵੇ। ਅਸੀਂ ਜਦੋਂ ਪਰਮਾਤਮਾ ਅੱਗੇ ਦੁਆ ਵੀ ਕਰਦੇ ਹਾਂ, ਅਸੀਂ ਕਹਿੰਦੇ ਮੈਨੂੰ ਆਹ ਦੇ ਦੇ, ਮੈਨੂੰ ਆਹ ਦੇ ਦੇ, ਮੈਨੂੰ ਆਹ ਦੇ ਦੇ। ਇਹਦਾ ਮਤਲਬ ਪਰਮਾਤਮਾ ਕਿਤੇ ਹੋਰ ਬੈਠਾ, ਤੁਸੀਂ ਕਿਤੇ ਹੋਰ ਹੋ, ਤੁਹਾਨੂੰ ਉਹਨੇ ਦੇਣਾ। ਉਹਨੂੰ ਪਤਾ ਹੈ ਕਿ ਤੁਸੀਂ ਉਹਦਾ ਹਿੱਸਾ ਹੋ, ਤੁਹਾਡੇ ਕਹਿਣ ਦੀ ਤਾਂ ਲੋੜ ਨਹੀਂ ਹੈ। ਉਹ ਗੁਰੂ ਗ੍ਰੰਥ ਸਾਹਿਬ ਬਹੁਤ ਸਾਰਾ ਸ਼ਬਦ ਹੈ, ਬਿਨ ਮੰਗਿਆਂ ਸਾਰਾ ਕੁਝ ਦਿੰਦਾ ਉਹ ਸਭ, ਹਾਂ, ਜਾਣਦਾ। ਤਾਂ ਕਿਉਂਕਿ ਉਹਦਾ ਹਿੱਸਾ ਨਾ ਸੀ। ਜੇ ਉਹਦਾ ਹਿੱਸਾ ਤਾਂ ਫਿਰ ਸਾਨੂੰ ਚਿੰਤਾ ਦੀ ਕਾਹਦੀ ਲੋੜ ਹੈ? ਕਾਹਦੀ ਪ੍ਰੇਅਰ ਨਹੀਂ ਕਰਨੀ, ਸਿਰਫ ਪ੍ਰੇਅਰ ਇਹ ਕਰਨੀ ਹੈ, ਆਪਣੇ ਆਪ ਨੂੰ ਸਮਰਪਣ ਕਰਨਾ। ਸਭ ਤੋਂ ਵੱਡੀ ਪ੍ਰੇਅਰ ਹੁੰਦੀ ਹੈ ਸਮਰਪਣ, ਕਿ ਮੈਂ ਨਹੀਂ, ਤੂੰ ਕਹਿਣਾ ਫਿਰ ਗਲਤ ਹੋ ਜਾਏਗਾ। ਤੂੰ ਵੀ ਗਲਤ ਹੈ, ਅਤੇ ਤੂੰ ਕੋਈ ਵੱਖਰਾ ਥੋੜ੍ਹਾ ਹੈ, ਤੂੰ ਵੀ ਨਹੀਂ ਵੱਖਰਾ। ਮੈਂ ਨਹੀਂ, ਵਨਨੈਸ, ਸਮੂਹ, ਤੇਰਾ ਰੂਪ, ਮੈਂ ਵੀ ਤੇਰਾ ਰੂਪ ਹਾਂ, ਬਾਕੀ ਸਭ ਵੀ ਤੇਰਾ ਰੂਪ ਨੇ। ਤਾਂ ਇਹ ਸਾਂਝ ਬਣ ਗਈ, ਵੀਨੈਸ। ਮੈਂ ਨਹੀਂ, ਮੈਂ ਸਭ ਤੋਂ ਵੱਡਾ ਝੂਠ ਹੈ। ਮੈਂ ਦੇ ਝੂਠ 'ਚੋਂ ਸਾਰੇ ਡਿਪਰੈਸ਼ਨ ਨਿਕਲਦਾ, ਮੈਂ ਦੇ ਝੂਠ ਤੋਂ ਐਂਗਜ਼ਾਇਟੀ ਨਿਕਲਦੀ ਹੈ, ਮੈਂ ਦੇ ਝੂਠ 'ਚੋਂ ਨਸ਼ੇ ਨਿਕਲਦੇ ਆ, ਮੈਂ ਦੇ ਝੂਠ ਤੋਂ ਸਾਰੀਆਂ ਬਿਮਾਰੀਆਂ ਨਿਕਲਦੀਆਂ ਨੇ। ਜਦੋਂ ਅਸੀਂ ਮੈਂ ਵੱਖਰਾ ਮੰਨ ਲਿਆ ਕਿ ਮੈਂ ਕੋਈ ਵੱਖਰੀ ਚੀਜ਼ ਹਾਂ, ਜਦੋਂ ਮੈਂ ਇਹਨੂੰ ਵੱਖਰਾ ਮੰਨ ਲਿਆ ਤਾਂ ਬੰਦਾ ਇਨਸਿਕਿਉਰ ਫੀਲ ਕਰਨਾ ਸ਼ੁਰੂ ਕਰ ਦਿੰਦਾ ਵੀ ਮੈਂ ਤਾਂ ਸੁਰੱਖਿਅਤ ਨਹੀਂ ਹਾਂ, ਮੈਂ ਕੋਈ ਮਤਲਬ ਕੋਈ ਵੱਖਰੀ ਜਿਹੀ ਚੀਜ਼ ਹਾਂ, ਅਤੇ ਮੈਨੂੰ ਸੁਰੱਖਿਆ ਚਾਹੀਦੀ ਹੈ। ਤਾਂ ਉਹ ਜਿਹੜੀ ਮੈਂ ਹੈ ਉਹ ਬਹੁਤ ਵੱਡਾ ਝੂਠ ਹੈ। ਜਿਹੜੀ ਹੈ ਵੀਨੈਸ। ਹੁਣ ਵੀਨੈਸ ਤੋਂ ਫਿਰ ਆਪਾਂ ਚੱਲੀਏ
ਆਈ ਨਹੀਂ, ਮੈਂ ਨਹੀਂ ਵੱਖਰਾ, ਮੈਂ ਰਲ ਕੇ ਵੀ ਬਣਦਾ। ਸਭ ਤੋਂ ਛੋਟਾ ਆਕਾਰ ਵੀ ਦਾ ਕੀ ਹੈ? ਪਰਿਵਾਰ ਹੈ। ਤੁਹਾਡੇ ਦੋਸਤ ਮਿੱਤਰ ਨੇ, ਤੁਹਾਡੇ ਦਫ਼ਤਰ 'ਚ ਕੰਮ ਕਰਦੇ ਆ, ਤੁਹਾਡੇ ਵਰਕਪਲੇਸ 'ਤੇ ਕੰਮ ਕਰਦੇ, ਤੁਹਾਡੇ ਕੋਲੀਗਸ ਨੇ, ਤੁਸੀਂ ਮੰਦਰ ਜਾਂਦੇ ਹੋ, ਤੁਹਾਡੇ ਨਾਲ ਪੂਜਾ ਕਰਨ ਵਾਲੇ ਨੇ, ਤੁਸੀਂ ਜਿੱਥੇ ਵੀ ਜਾਂਦੇ ਹੋ, ਸਕੂਲ 'ਚ ਜਾਂਦੇ ਹੋ, ਤੁਹਾਡੇ ਨਾਲ ਵਿਦਿਆਰਥੀ ਨੇ, ਕਾਲਜ ਜਾਂਦੇ ਹੋ, ਤੁਹਾਡੇ ਨਾਲ ਵਿਦਿਆਰਥੀ ਨੇ, ਫਿਰ ਤੁਹਾਡਾ ਮਹੱਲਾ ਹੈ ਜਾਂ ਪਿੰਡ ਹੈ, ਫਿਰ ਤੁਹਾਡਾ ਸ਼ਹਿਰ ਹੈ, ਫਿਰ ਤੁਹਾਡਾ ਜ਼ਿਲ੍ਹਾ ਹੈ, ਫਿਰ ਤੁਹਾਡੀ ਸਟੇਟ ਹੈ, ਫਿਰ ਤੁਸੀਂ ਦੇਸ਼ ਹੈ, ਫਿਰ ਉਪਮਹਾਦੀਪ ਹੈ, ਫਿਰ ਪੂਰੀ ਗਲੋਬ ਹੈ, ਦੁਨੀਆ ਹੈ, ਮਨੁੱਖਤਾ ਹੈ। ਮਨੁੱਖਤਾ ਤੋਂ ਬਾਅਦ ਫਿਰ ਜਾਨਵਰ ਨੇ, ਜੀਵ ਜੰਤੂ, ਪੌਦੇ, ਪੇੜ ਪੌਦੇ ਨੇ, ਪੇੜ ਪੌਦਿਆਂ ਤੋਂ ਬਾਅਦ ਮਿੱਟੀ ਪਾਣੀ ਹਵਾ ਹੈ, ਮਿੱਟੀ ਪਾਣੀ ਹਵਾ ਤੋਂ ਬਾਅਦ ਫਿਰ ਸਮੂਹ ਆਕਾਸ਼ ਸਿਰ। ਤਾਂ ਇਹ ਵੀਨੈਸ ਹੈ। ਸੋ ਕਿੰਨੀਆਂ ਵੀਨੈਸ ਦੇ ਨਾਲ ਅਸੀਂ ਜਿਉਂਦੇ ਹਾਂ। ਤੁਹਾਨੂੰ ਕੀ ਲੋੜ ਹੈ ਆਈਨੈਸ ਰੱਖਣ ਦੀ ਆਪਣੀ? ਸਭ ਤੋਂ ਵੱਡੀ ਉਦਾਹਰਨ ਡਾਕਟਰ ਸਾਹਿਬ ਉਹਦੇ 'ਚ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਅਸੀਂ ਆਪਣੇ ਪਰਿਵਾਰ ਤੋਂ ਬਾਹਰ ਨਿਕਲਦੇ ਹਾਂ ਤਾਂ ਗੱਲ ਕਰਦੇ ਹਾਂ ਸਾਡੇ ਮੁਹੱਲੇ ਦਾ ਬੰਦਾ। ਜਦੋਂ ਮੁਹੱਲੇ ਤੋਂ ਬਾਹਰ ਨਿਕਲਦੇ ਹਾਂ ਤਾਂ ਅਸੀਂ ਗੱਲ ਕਰਦੇ ਹਾਂ ਸਾਡੇ ਇਲਾਕੇ ਦਾ ਬੰਦਾ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਾਡੇ ਪਟਿਆਲੇ ਦਾ ਬੰਦਾ। ਉਹ ਤੋਂ ਬਾਅਦ ਕਰਦੇ ਹਾਂ ਸਾਡੇ ਪੰਜਾਬ ਦਾ ਬੰਦਾ। ਉਹ ਤੋਂ ਬਾਅਦ ਅਗਰ ਉਹ ਨਿਕਲ ਜਾਂਦੇ ਹਾਂ ਤਾਂ ਸਾਡੇ ਦੇਸ਼ ਦਾ ਬੰਦਾ। ਉਹ ਤੋਂ ਬਾਅਦ ਅਗਰ ਫਿਰ ਨਿਕਲ ਜਾਂਦੇ ਹਾਂ ਤਾਂ ਸਾਡੇ ਏਸ਼ੀਆ ਦਾ ਬੰਦਾ। ਉਹ ਤੋਂ ਬਾਅਦ ਅਗਰ ਸਪੇਸ 'ਚ ਜਾਣ ਦੀ ਗੱਲ ਆਉਂਦੀ ਹੈ ਤਾਂ ਫਿਰ ਇੱਕ ਗੱਲ ਕਹਿੰਦੀ ਹੈ ਵੀ ਅਸੀਂ ਧਰਤੀ ਵਾਸੀ ਹਾਂ। ਇਹਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਆਪਣੇ ਆਪ 'ਚੋਂ ਬਾਹਰ ਨਿਕਲਦੇ ਹਾਂ ਤਾਂ ਫਿਰ ਸਾਨੂੰ ਵੀਨੈਸ ਦੀ ਜਿਹੜੀ ਉਹ ਸਮਝ ਆਉਂਦੀ। ਬਿਲਕੁਲ ਸਹੀ ਕਿਹਾ ਤੁਸੀਂ। ਤਾਂ ਉਹਦੀ ਸਾਂਝ ਜਿਹੜੀ ਹੁੰਦੀ ਹੈ ਉਹ ਜਿਵੇਂ ਚੱਲਦੀ ਹੈ, ਇਹ ਸਾਂਝਾਂ ਹੁੰਦੀਆਂ ਨੇ। ਕੋਈ ਸਾਡੀ ਇਕੱਠੇ ਰਹਿਣ ਦੀ ਸਾਂਝ ਹੈ, ਇਕੱਠੇ ਮੀਆਂ ਬੀਵੀ ਰਲ ਕੇ ਬੱਚੇ ਪੈਦਾ ਕਰਦੇ ਹਾਂ, ਬੱਚੇ ਪੈਦਾ ਕਰਨ ਦੀ ਸਾਂਝ ਹੈ। ਫਿਰ ਸਾਡੀ ਪਿਆਰ ਦੀ ਸਾਂਝ ਹੈ, ਸਾਡੀ ਪਰਵਰਿਸ਼ ਕਰਦੇ ਹਾਂ ਅਸੀਂ ਇਕੱਠੇ ਹੋ ਕੇ ਪਰਿਵਾਰ ਦੇ ਤੌਰ 'ਤੇ ਐਗਜ਼ਿਸਟ ਕਰਦੇ ਹਾਂ। ਸਾਡੀਆਂ 50 ਕਿਸਮ ਦੀਆਂ ਸਾਂਝਾਂ ਨੇ। ਭਾਸ਼ਾ ਦੀ ਸਾਂਝ ਹੈ, ਸੱਭਿਆਚਾਰ ਦੀ ਸਾਂਝ ਹੈ। ਤੋ ਅਨੇਕਾਂ ਸਾਂਝਾਂ ਹੁੰਦੀਆਂ ਨੇ। ਤਾਂ ਉਹ ਸਾਂਝਾਂ ਫਿਰ ਵੱਡੀਆਂ ਹੋ ਜਾਂਦੀਆਂ। ਜਦੋਂ ਅਸੀਂ ਨੇੜੇ ਆਉਣੇ ਆ ਉਹ ਸਾਂਝਾਂ ਗਹਿਰੀਆਂ ਹੋ ਜਾਂਦੀਆਂ ਨੇ। ਤਾਂ ਇਸ ਕਰਕੇ ਅਸੀਂ ਵੀਨੈਸ 'ਚ ਐਗਜ਼ਿਸਟ ਕਰਦੇ ਹਾਂ। ਤਾਂ ਅਸੀਂ ਹਾਂ, ਅਸੀਂ, ਮੈਂ ਨਹੀਂ। ਜਦੋਂ ਅਸੀਂ ਇਸ ਚੇਤਨਾ ਨੂੰ ਆਪਣੇ ਮਨ 'ਚ ਵਸਾ ਲਿਆ ਤਾਂ ਸਮਝੋ ਤੁਸੀਂ ਸਾਰੇ ਇੱਕ ਜ਼ਿੰਦਗੀ ਦਾ ਤੁਹਾਨੂੰ ਜਿਹਨੂੰ ਕਹਿੰਦਾ ਸੁਨਹਿਰੀ ਕੀ ਮਿਲ ਗਈ, ਸੁੱਖ ਦੀ, ਆਨੰਦ ਦੀ। ਤਾਂ ਉਹ ਹਮੇਸ਼ਾ ਯਾਦ ਰੱਖਣੀ ਹੈ। ਜਦੋਂ ਵੀ ਕੋਈ ਟੈਕਨੀਕ ਯੂਜ਼ ਕਰਨਾ ਤਾਂ ਹੁਣ ਸਾਰੇ ਟੈਕਨੀਕ ਆਪਾਂ ਯੂਜ਼ ਕਰਾਂਗੇ, ਅਲਟੀਮੇਟਲੀ ਕਿੱਥੇ ਆਉਣਾ ਸੀ? ਇਸ ਚੇਤਨਾ 'ਤੇ ਆਉਣਾ। ਉਹ ਟੈਕਨੀਕ ਹੈ ਇਸ ਚੇਤਨਾ 'ਤੇ। ਮੈਂ ਆਪਣੇ ਕੋਈ ਸੁਣ ਕੇ ਨਹੀਂ ਆ ਜਾਏਗਾ। ਆਪਾਂ ਨਹੀਂ ਆਸ ਕਰਦੇ ਕਿ ਕੋਈ ਨਵਾਂ ਬੰਦਾ ਮੈਨੂੰ ਸੁਣੇਗਾ ਤਾਂ ਮੈਨੂੰ ਉਹ ਨਾਲ ਦੀ ਨਾਲ ਇਸ ਚੇਤਨਾ 'ਚ ਇੱਥੇ ਉਹਦੇ ਵੱਸ ਜਾਏਗਾ ਨਾ, ਨਹੀਂ ਹੋਣਾ। ਕਿਉਂਕਿ ਉਹਨੂੰ ਆਦਤ ਪੈ ਗਈ ਹੋਈ ਆ। ਅਸੀਂ ਉਹਦੇ ਰਿਫਲੈਕਸਸ ਬਣ ਗਏ ਹੋਏ ਮੈਂ ਕਰਨ ਦੇ। ਤਾਂ ਉਹ ਇੱਕਦਮ ਨਹੀਂ ਆਏਗਾ। ਤਾਂ ਉਹਦੇ ਲਈ ਅਸੀਂ ਉਹਨੂੰ ਟੈਕਨੀਕ ਸਿਖਾਉਣਾ ਹੈ। ਉਹ ਟੈਕਨੀਕ ਮੈਡੀਟੇਸ਼ਨ ਹੈ। ਉਹ ਟੈਕਨੀਕ ਹੈ ਉਹਨੂੰ ਜਿਹੜੀ ਪੱਛਮੀ ਭਾਸ਼ਾ 'ਚ ਕਹਿੰਦੇ ਆ ਮੈਡੀਟੇਸ਼ਨ। ਲੇਕਿਨ ਉਹ ਮੈਡੀਟੇਸ਼ਨ ਪੱਛਮੀ ਭਾਸ਼ਾ 'ਚ ਅਸੀਂ ਮੈਡੀਟੇਸ਼ਨ ਦਾ ਜਿਹੜਾ ਸਭ ਤੋਂ ਸਿੰਪਲ ਟੈਕਨੀਕ ਕਿਹਾ ਜਾਂਦਾ ਵਿਪਾਸਨਾ ਦਾ, ਉਹ 'ਚ ਅਸੀਂ ਕਹਿੰਦੇ ਹਾਂ ਕਿ ਅੱਖਾਂ ਬੰਦ ਕਰਕੇ ਬੈਠੋ, ਰੀੜ ਸਿੱਧੀ ਕਰ ਲਓ, ਫਿਰ ਉਹਨੂੰ ਆਪਣੇ ਬਾਹਰ ਤੋਂ ਅੱਖਾਂ ਖੁੱਲ੍ਹੀਆਂ ਤੁਹਾਡੀਆਂ, ਫਿਰ ਹੌਲੀ ਅੱਖਾਂ ਬੰਦ ਕਰਕੇ ਬਾਹਰ ਨਾਲੋਂ ਕੱਟ ਆਫ ਹੋ ਜਾਓ। ਫਿਰ ਤੁਹਾਡੇ ਆਪਣੇ ਸਰੀਰ ਨੂੰ ਬੰਦ ਅੱਖਾਂ ਨਾਲ ਦੇਖੋ, ਪੈਰਾਂ ਤੋਂ ਲੈ ਕੇ ਸਿਰ ਤੱਕ। ਫਿਰ ਉਸ ਤੋਂ ਵੀ ਅੱਗੇ ਆ ਜਾਓ, ਸਾਹਾਂ ਨੂੰ ਦੇਖੋ, ਆਪਣੇ ਆਉਂਦੇ ਜਾਂਦੇ ਸਾਹਾਂ ਨੂੰ ਦੇਖੋ। ਸਾਹ ਅੰਦਰ ਜਾ ਰਿਹਾ, ਬਾਹਰ ਜਾ ਰਿਹਾ, ਅੰਦਰ ਜਾ ਰਿਹਾ, ਬਾਹਰ ਜਾ ਰਿਹਾ, ਅੰਦਰ ਜਾ ਰਿਹਾ, ਬਾਹਰ ਜਾ ਰਿਹਾ। ਸਾਹਾਂ ਨੂੰ ਦੇਖੋ। ਹੌਲੀ ਸਾਹ ਤੋਂ ਤੁਸੀਂ ਜਿਹੜਾ ਧਿਆਨ ਤੁਹਾਡਾ ਆਟੋਮੈਟਿਕ ਉੱਕ ਜਾਏਗਾ। ਫਿਰ ਤੁਹਾਡੇ ਵਿਚਾਰਾਂ 'ਤੇ ਆ ਜਾਏਗਾ। ਫਿਰ ਤੁਹਾਡੇ ਵਿਚਾਰ ਨੇ ਉਹ ਵਿਚਾਰ ਆਉਣਗੇ ਜਿਹੜੇ ਤੁਹਾਨੂੰ ਜ਼ਿਆਦਾ ਤੰਗ ਕਰਦੇ ਆ ਬਹੁਤ ਜ਼ਿਆਦਾ, ਜਾਂ ਜਿਹੜੇ ਤੁਸੀਂ ਇੱਛਾਵਾਂ ਪਾਲ ਰੱਖੀਆਂ ਨੇ, ਇੱਦਾਂ ਦੇ ਵਿਚਾਰ ਆਉਣਗੇ। ਫਿਰ ਉਹ ਵਿਚਾਰਾਂ 'ਤੇ ਮੈਡੀਟੇਟ ਕਰਨਾ। ਸੋ ਬਾਹਰੋਂ ਸਰੀਰ 'ਤੇ ਆਏ, ਸਰੀਰ ਤੋਂ ਸਾਹਾਂ 'ਤੇ ਆਏ, ਸਾਹਾਂ ਤੋਂ ਵਿਚਾਰਾਂ 'ਤੇ ਆ ਗਏ। ਹੁਣ ਇਹ ਵੈਸਟਰਨ ਤਰੀਕਾ ਸਾਡਾ ਹੀ ਹੈ। ਮੈਂ ਵੈਸਟਰਨ ਤਾਂ ਵੈਸੇ ਹੀ ਕਹਿ ਰਿਹਾ। ਵੈਸਟਰਨ ਸਿਖਾਉਂਦੇ ਇੱਦਾਂ ਦਾ ਕਰਕੇ, ਟ੍ਰਾਂਸੈਂਡੈਂਟਲ ਮੈਡੀਟੇਸ਼ਨ ਕਰਕੇ ਬਹੁਤ ਸਿਖਾਈ ਲੋਕਾਂ ਨੂੰ। ਲੇਕਿਨ ਪੱਛਮੀ ਮੁਲਕਾਂ ਨੇ ਬਹੁਤ ਸਿੱਖੀ, ਲੇਕਿਨ ਸਾਡੇ ਲੋਕਾਂ ਨੇ ਉੱਦਾਂ ਨਹੀਂ ਸਿੱਖੀ। ਕਿਉਂ ਨਹੀਂ ਸਿੱਖੀ? ਕਿਉਂਕਿ ਸਾਡਾ ਜਿਹੜਾ ਮਨ ਹੈ ਬੇਸਿਕਲੀ ਅਧਿਆਤਮਿਕ ਹੈ। ਅਸੀਂ ਉਹਨੂੰ ਧਰਮ ਨਾਲ ਜੋੜ ਕੇ ਕਰਦੇ ਹਰ ਗੱਲ ਨੂੰ। ਉਹਦਾ ਫਿਰ ਮੈਂ ਟੈਕਨੀਕ ਲੱਭਿਆ ਜਿਹੜਾ ਆਪਾਂ ਡੈਮੋਨਸਟ੍ਰੇਟ ਕਰਨਾ। ਉੱਥੇ ਆਈਏ ਆਪਾਂ ਕਿ ਮੈਂ ਉਹਨੂੰ ਵਾਹਿਗੁਰੂ ਜਾਪ ਨਾਲ ਜੋੜ ਕੇ ਗੱਲ ਕੀਤੀ ਕਿ ਜਿਹੜੇ ਸਾਹ ਹੈ ਉਹਨੂੰ ਵਾਹਿਗੁਰੂ ਜਾਪ ਨਾਲ ਜੋੜਨਾ। ਪਹਿਲਾਂ ਤਾਂ ਵਾਹਿਗੁਰੂ ਜਾਪ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਵਾਹਿਗੁਰੂ ਜਾਪ ਦਾ ਮਤਲਬ ਇਹ ਨਹੀਂ ਕਿ ਸਿਰਫ ਫਿਰ ਜੇ ਕਿਸੇ ਬੰਦੇ ਨੂੰ ਵਾਹਿਗੁਰੂ ਜਾਪ ਦੀ ਬਜਾਏ ਓਮ ਜ਼ਿਆਦਾ ਅੱਛਾ ਲੱਗਦਾ ਤਾਂ ਓਮ ਵੀ ਸੇਮ ਸਾਊਂਡ ਆਏਗੀ। ਕਿਸੇ ਨੂੰ ਅੱਲਾ ਅੱਛਾ ਲੱਗਦਾ, ਅੱਲਾ ਵੀ ਸੇਮ ਸਾਊਂਡ ਆਏਗੀ। ਆਮੀਨ ਅੱਛਾ ਲੱਗਦਾ, ਆਮੀਨ ਵੀ ਸੇਮ ਸਾਊਂਡ ਦੇਗਾ। ਜੇ ਕਿਸੇ ਨੂੰ ਹਰੇ ਕ੍ਰਿਸ਼ਨਾ ਲੱਗਦਾ ਜਾਂ ਹਰੇ ਰਾਮਾ ਲੱਗਦਾ, ਉਹ ਵੀ ਉੱਦਾਂ ਹੀ ਕਰ ਸਕਦਾ। ਵਾਹਿਗੁਰੂ ਆਪਾਂ ਸਾਰਿਆਂ ਨਾਲ ਡੈਮੋਨਸਟ੍ਰੇਟ ਨਹੀਂ ਕਰਾਂਗੇ ਕਿਉਂਕਿ ਫਿਰ ਉਹ ਗੱਲ ਪੱਲੇ ਨਹੀਂ ਪੈਣੀ। ਆਪਾਂ ਸਿਰਫ ਵਾਹਿਗੁਰੂ ਨੂੰ ਪੜਾਂਗੇ। ਲੇਕਿਨ ਕੋਈ ਬੰਦਾ ਇਹ ਨਾ ਸਮਝੇ ਕਿ ਇਕੱਲੇ ਵਾਹਿਗੁਰੂ ਨਾਲ ਹੀ ਮੈਡੀਟੇਸ਼ਨ ਹੋ ਸਕਦੀ ਹੈ। ਉਹ ਓਮ ਨਾਲ ਵੀ ਹੁੰਦੀ ਹੈ। ਓਮ ਨਾਲ ਸਭ ਤੋਂ ਵਧੀਆ ਜਿਹੜੇ ਯੋਗਾ ਦੀਆਂ ਕਲਾਸਿਸ ਦੇ ਵਿੱਚ ਕਰਦੇ ਅਸੀਂ, ਉਹ ਓਮ ਨਾਲ ਕਰਦੇ ਹਾਂ। ਅਤੇ ਉਹ ਬੇਸਿਕ ਸਾਊਂਡ ਇਹੀ ਹੈ।
ਜੇ ਬੇਸਿਕ ਸਾਊਂਡ ਜਿਹੜੀ ਵਾਹਿਗੁਰੂ ਤੇ ਓਮ 'ਚ ਤੇ ਅੱਲਾ 'ਚ ਕਿੰਨਾ ਕੁ ਡਿਫਰੈਂਸ ਹੈ, ਉਹਦੀ ਆਪਾਂ ਪਹਿਲਾਂ ਥੋੜ੍ਹੀ ਛੋਟੀ ਜਿਹੀ ਡੈਮੋਸਟ੍ਰੇਸ਼ਨ ਕਰਦੇ ਹਾਂ। ਉਹ ਤੁਹਾਨੂੰ ਆਪੇ ਕਲੀਅਰ ਹੋ ਜਾਏਗੀ ਗੱਲ ਕਿ ਅੰਤ ਵਾਲੀ ਸਾਊਂਡ ਸੇਮ ਹੁੰਦੀ ਹੈ। ਜਿਹਦਾ ਓਮ ਦੀ ਉਦਾਹਰਨ ਹੈ, ਇਸੇ ਨੂੰ ਵਾਹਿਗੁਰੂ 'ਚ ਕਰਾਂਗੇ ਆਪਾਂ ਨਾ, ਵਾਹਿਗੁਰੂ इसे अगर मुस्लिम कम्युनिटी की कर दिया अगर क्रिश्चियन होएगा तो क्या करेगा, ਸੋ ਇਹ ਅਲਟੀਮੇਟਲੀ ਸਾਊਂਡ ਜਿਹੜੀ ਹੈ ਉਹ ਸਾਊਂਡ ਕੀ ਹੈ, ਉਹ ਥਰੋਟ 'ਚ ਕੰਠ 'ਚ ਹੈ, ਕੰਠ ਤੋਂ ਨਿਕਲਣੀ ਚਾਹੀਦੀ ਹੈ। ਕੰਠ ਦੀ ਜਿਹੜੀ ਵਾਈਬ੍ਰੇਸ਼ਨ ਹੈ, ਇੱਕ ਤਾਂ ਇੱਥੇ ਦੋ ਗੱਲਾਂ ਜਿਹੜੀਆਂ ਨੇ ਉਹਦਾ ਵਰਣਨ ਕਰਨਾ ਬਹੁਤ ਜ਼ਰੂਰੀ ਹੈ ਕਿ ਅੰਤਲੀ ਸਾਊਂਡ ਜਿਹੜੀ ਸੇਮ ਹੋ ਜਾਂਦੀ ਲਗਭਗ। ਉਹ ਕੀ ਹੈ, ਵਾਈਬ੍ਰੇਸ਼ਨ ਹੈ, ਤੁਹਾਡੇ ਕੰਠ 'ਤੇ ਵਾਈਬ੍ਰੇਸ਼ਨ ਹੈ, ਉਹ ਵਾਈਬ੍ਰੇਸ਼ਨ ਇੰਪੋਰਟੈਂਟ ਹੈ। ਉਹ ਦਿਮਾਗ ਦੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ। ਇਹ ਪੈਦਾ ਕੰਠ ਤੋਂ ਹੋ ਰਹੀ ਹੈ, ਕੰਠ ਤੋਂ ਪੈਦਾ ਹੋ ਰਹੀ ਹੈ। ਅਤੇ ਕੋਸ਼ਿਸ਼ ਜਿੱਦਾਂ ਕਲਾਸੀਕਲ ਮਿਊਜ਼ਿਕ ਸਾਰਾ ਜਿਹੜਾ ਕੰਠ ਤੋਂ ਗਾ ਜਾਂਦਾ, ਲਫ਼ਜ਼ ਹੈ, ਇੱਥੋਂ ਨਹੀਂ ਹੁੰਦਾ, ਉਹ ਕੰਠ ਤੋਂ ਹੁੰਦਾ। ਤਾਂ ਕੰਠ ਨਾਲ ਹੀ ਬਿਊਟੀਫੁਲ ਆਵਾਜ਼ ਨਿਕਲਦੀ ਹੈ, ਕੰਠ ਨਾਲ ਹੀ ਵਾਈਬ੍ਰੇਸ਼ਨ ਹੁੰਦੀ ਹੈ। ਜੇ ਇਕੱਲੇ ਬੁੱਲਾਂ ਤੱਕ ਰਹੇਗੀ ਤਾਂ ਵਾਈਬ੍ਰੇਸ਼ਨ ਨਹੀਂ ਹੋਏਗੀ। ਸੋ ਜਿਹੜੀ ਆਵਾਜ਼ ਹੈ ਸਾਰੀ ਕੰਠ ਤੋਂ ਨਿਕਲਣੀ ਚਾਹੀਦੀ ਹੈ, ਇੱਕ ਗੱਲ ਪਹਿਲੀ ਗੱਲ। ਦੂਜੀ ਗੱਲ, ਜਿਹੜੇ ਸਾਡੇ 7 ਸੈਂਟਰ ਨੇ, ਇਹ ਮੈਡੀਟੇਸ਼ਨ 'ਚ ਉਹ ਵੀ ਨਾਲ ਸਟਿਮੂਲੇਟ ਹੁੰਦੇ ਆ। 7 ਸੈਂਟਰ ਕਿਹੜੇ ਨੇ? ਟੌਪ ਦੇ ਉੱਤਰ ਹੈ ਸਹਿਸਰਾਰ, ਟੌਪ ਜਿੱਥੇ ਸਿੱਖ ਜੂੜਾ ਕਰਦੇ ਆ, ਟੌਪ ਸਹਿਸਰਾਰ। ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਥੋੜ੍ਹੀ ਜਿਹੀ, ਸਹਿਸਰਾਰ ਜਿੱਥੇ ਉੱਪਰ ਜੂੜਾ ਕੀਤਾ ਜਾਂਦਾ। ਇਹ ਸੈਂਟਰ ਜਿਹੜਾ ਹੁੰਦਾ ਸੁਪਰੀਮ ਹੁੰਦਾ। ਇਹ ਸੈਂਟਰ ਨਾਲ ਅਸੀਂ ਕੁਛ ਨਹੀਂ ਛੇੜਛਾੜ ਕਰਨੀ। ਇਹ ਸੈਂਟਰ ਜਦੋਂ ਬਾਕੀ ਸੈਂਟਰ ਬੈਲੈਂਸ ਹੋ ਜਾਣਗੇ, ਇਹ ਸੈਂਟਰ ਆਪਣੇ ਆਪ ਆਪਣੀ ਰਾਜਾ ਦੀ ਪੋਜੀਸ਼ਨ 'ਚ ਬੈਠਾ ਹੁੰਦਾ, ਦੇਖ ਰਿਹਾ ਹੁੰਦਾ ਸਭ ਕੁਝ। ਇਹ ਸੈਂਟਰ ਨੇ ਆਪੇ टेक ओवर कर लेना, ਇਹਨੇ बैलेंस कर लेना। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली और हमारे पास 250 डॉक्टर्स की टीम। हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयाँ शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज, जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा,
दूसरा जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के हम बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, बीपी, शुगर, थायराइड, मोटापा, घुटनों का दर्द, क्या आप भी हैं इन जैसी किसी भी लाइलाज बीमारी से परेशान? तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। तो ਇਹਨੂੰ ਜੀ ਛੇੜਨਾ, ਸੈਸਰਾ ਨੂੰ ਨਹੀਂ ਛੇੜਨਾ ਸੀ। ਸੈਸਰਾ ਵਾਸਤੇ ਕੋਈ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਹੈ, ਕੁਝ ਨਹੀਂ ਹੈ। ਜਦੋਂ ਬਾਕੀ ਸੈਂਟਰ ਬੈਲੈਂਸ ਹੋ ਜਾਣਗੇ, ਪੂਰੇ ਜਾਗਰਤ ਔਰ ਬੈਲੈਂਸਡ, ਸੁਸਤ ਨਹੀਂ ਹੋਣੇ ਚਾਹੀਦੇ, ਜਾਗਰਤ ਐਂਡ ਬੈਲੈਂਸਡ। ਜੋ ਸੁਸਤ ਹੋਣਗੇ ਤਾਂ ਫਿਰ ਤੁਹਾਡਾ ਕੋਈ ਨਾ ਕੋਈ ਸੈਂਟਰ ਓਵਰਪਾਵਰ ਕਰ ਜਾਏਗਾ। ਜਿਹੜੇ ਸੈਕਸ ਤੇ ਜ਼ਿਆਦਾ ਜਿਹਨੂੰ ਸੈਕਸ ਖਿੱਚ ਰਿਹਾ, ਇਹਦਾ ਮਤਲਬ ਹੁੰਦਾ ਮੂਲਾਧਾਰ ਉਹ ਜ਼ਿਆਦਾ ਉਹ ਨੇ। ਜਿਹੜੇ ਖਾਣ ਪੀਣ ਵਾਲੇ ਮਨੀਪੁਰ ਤੇ ਜ਼ਿਆਦਾ ਫੋਕਸ ਹੋ ਜਾਂਦੇ ਆ। ਜਿਹੜੇ ਭਾਵਕ ਜਿਹੇ ਹੁੰਦੇ ਆ, ਕਵੀ ਹੋ ਜਾਂਦੇ, ਉਹ ਉਹਦੇ ਤੇ ਹੋ ਜਾਂਦੇ ਆ, ਜਿਹੜੇ ਅਨਹਦ ਹੋ ਜਾਂਦੇ ਆ। ਸਿੰਗਰ ਨੇ ਜਿਹੜੇ ਇਹਦੇ ਤੇ ਹੋ ਜਾਂਦੇ ਆ, ਵਿਸ਼ੁੱਧੀ ਚੱਕਰ, ਕੰਠ ਤੇ ਵਿਸ਼ੁੱਧੀ ਚੱਕਰ ਹੁੰਦਾ, ਜਿੱਥੋਂ ਆਵਾਜ਼ ਪੈਦਾ ਹੁੰਦੀ ਉਹ ਵਿਸ਼ੁੱਧੀ ਚੱਕਰ। ਸੋ ਜਦੋਂ ਆਪਾਂ ਵਿਸ਼ੁੱਧੀ ਚੱਕਰ ਤੇ ਆਵਾਜ਼ ਪੈਦਾ ਕਰਦੇ ਹਾਂ ਤਾਂ ਸਾਨੂੰ ਫੀਲਿੰਗ ਕਿੱਥੇ ਹੋਏਗੀ? ਗਿਆਨ ਚੱਕਰ, ਆਗਿਆ ਚੱਕਰ ਜਾਂ ਅਜਨਾ ਮੱਥੇ ਤੇ ਜਿੱਥੇ ਬਿੰਦੀ ਲੱਗਦੀ, ਦੋ ਆਈਬਰੋਜ਼ ਦੇ ਵਿਚਾਲੇ, ਉਹ ਪਿੱਛੇ ਪਾਈਨਲ ਗਲੈਂਡ ਹੁੰਦਾ। ਉਹਦੇ ਗਲੈਂਡ ਨੂੰ ਛੱਡੋ, ਪਾਈਨਲ ਗਲੈਂਡ ਤਾਂ ਪਿੱਛੇ ਹੈ ਨਾ, ਉਹਦਾ ਐਨਾਟਮੀ ਹੋ ਗਈ ਨਾ। ਤੁਸੀਂ ਸੁਪਰਫਿਸ਼ੀਅਲੀ ਦੇਖੋ, ਦੋਨਾਂ ਆਈਬਰੋਜ਼ ਦੇ ਵਿਚਾਲੇ, ਇਹਨੂੰ ਕਹਿੰਦੇ ਆਗਿਆ ਚੱਕਰ ਵੀ ਕਹਿ ਦਿੰਦੇ ਆ, ਇਹਨੂੰ ਅਜਨਾ ਵੀ ਕਹਿ ਦਿੰਦੇ ਆ। ਇੱਥੇ ਤੁਹਾਨੂੰ ਫੀਲਿੰਗ ਹੋਏਗੀ, ਕਿੱਦਾਂ ਦੀ ਫੀਲਿੰਗ ਹੋਏਗੀ? ਜਿਵੇਂ ਕੋਈ ਚੀਜ਼ ਸਰਸਰਾਹਟ ਕਰ ਰਹੀ ਹੈ, ਜਿੱਦਾਂ ਕੁਛ ਰੇਂਗ ਰਿਹਾ। ਇੱਥੇ ਮੈਂ ਇੱਕ ਵਾਰਨ ਕਰਨਾ ਚਾਹਾਂਗਾ ਸਾਰੇ ਸਰੋਤਿਆਂ ਨੂੰ ਕਿ ਇਸ ਸੈਂਟਰ 'ਤੇ ਕਦੇ ਵੀ ਫੋਕਸ ਕਰਨ ਦੀ ਕੋਸ਼ਿਸ਼ ਨਾ ਕਰਿਓ। ਕਾਰਨ ਇਹ ਕਿ ਇਹ ਬਹੁਤ ਸੂਦਿੰਗ ਫੀਲਿੰਗ ਦਿੰਦਾ, ਬੜੀ ਰਿਲੈਕਸੇਸ਼ਨ ਦੀ ਫੀਲਿੰਗ ਦਿੰਦਾ। ਲੇਕਿਨ ਜਦੋਂ ਅਸੀਂ ਇਹਦੇ 'ਤੇ ਫੋਕਸ ਕਰਨੇ ਸ਼ੁਰੂ ਕਰਤਾ ਅਤੇ ਬਾਕੀ ਸੈਂਟਰ ਪਿੱਛੇ ਰਹਿ ਗਏ ਤਾਂ ਇੱਥੇ ਸਿਰ ਭਾਰੀ ਰਹਿਣਾ ਸ਼ੁਰੂ ਹੋ ਜਾਂਦਾ। ਕਦੇ ਵੀ ਬਾਕੀ ਸੈਂਟਰਾਂ, ਬਾਕੀ ਜਿਹੜੇ ਐਨਰਜੀ ਦੇ ਸੈਂਟਰ ਨੇ ਨਾ, ਸੱਤੇ ਬੈਲੈਂਸਡ ਹੋਣੇ ਚਾਹੀਦੇ। ਉਹ ਜੇ ਇਹ ਸੈਂਟਰ ਡੋਮੀਨੇਟ ਕਰ ਗਿਆ ਕਿਤੇ ਆਗਿਆ ਚੱਕਰ ਤੁਹਾਡਾ, ਤਾਂ ਤੁਸੀਂ ਬਹੁਤ ਫਸ ਜਾਓਗੇ, ਕਿਉਂਕਿ ਤੁਹਾਡਾ ਮਾਈਂਡ ਜਿਹੜਾ ਹਮੇਸ਼ਾ ਇੱਥੇ ਰਹਿਣਾ ਚਾਹੁੰਦਾ। ਲੇਕਿਨ ਅਗਰ ਇਹ ਜ਼ਿਆਦਾ ਸਟੀਮੂਲੇਟ ਹੋ ਗਿਆ ਅਤੇ ਬਾਕੀ ਸੈਂਟਰ ਘੱਟ ਸਟੀਮੂਲੇਟ ਹੋਏ ਤਾਂ ਫਿਰ ਇੱਥੇ ਸਿਰ ਭਾਰੀ ਰਹਿਣ ਲੱਗ ਜਾਂਦਾ। ਤਾਂ ਉਹ ਫਿਰ ਮੈਨੂੰ ਉਹ ਤੋਂ ਪਿੱਛਾ ਛੁਡਾਉਣਾ ਬੜਾ ਔਖਾ ਹੁੰਦਾ। ਮੈਂ ਬਹੁਤ ਸਾਲਾਂ ਤੱਕ ਫਸਿਆ ਰਿਹਾ ਇਹਦੇ 'ਚ। ਮਤਲਬ ਮੇਰੇ ਤੋਂ ਇਹ ਗਲਤੀ ਹੋ ਗਈ, ਮੈਨੂੰ ਕਿਸੇ ਨੇ ਵਾਰਨ ਨਹੀਂ ਕੀਤਾ, ਤਾਂ ਮੈਂ ਇੱਥੇ ਫੋਕਸ ਕਰਨ ਲੱਗ ਗਿਆ। ਇੱਥੇ ਫੋਕਸ ਕਰੋਗੇ ਤਾਂ ਸਿਰ, ਜਦੋਂ ਤੁਸੀਂ ਅੱਖਾਂ ਬੰਦ ਕਰੋਗੇ, ਕੋਈ ਵੀ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰੋਗੇ, ਤੁਹਾਡਾ ਭਾਰੀ ਹੋਣਾ ਸ਼ੁਰੂ ਹੋ ਜਾਏਗਾ ਸਿਰ। ਮੈਨੂੰ ਬਹੁਤ ਇਰੀਟੇਟਿੰਗ ਲੱਗਦਾ ਕਈ ਵਾਰੀ, ਈਵਨ ਟੋਲਰੇਟ ਨਹੀਂ ਕੀਤਾ ਜਾਂਦਾ। ਔਰ ਬਹੁਤ ਵਾਰੀ ਈਵਨ ਜੇ ਐਕਸਟ੍ਰੀਮ ਕੇਸ ਹੋ ਜਾਏ ਤਾਂ ਬੰਦਾ ਪਾਗਲ ਹੋਣ ਦੀ ਵੀ ਪੋਸੀਬਿਲਿਟੀ ਆ ਜਾਂਦੀ ਹੈ। ਸੋ ਇਸ ਕਰਕੇ ਇਹਨੂੰ ਕਦੇ ਵੀ ਇੱਥੇ ਫੋਕਸ ਨਹੀਂ ਕਰਨਾ, ਜ਼ਿਆਦਾ ਫੋਕਸ ਨਹੀਂ ਕਰਨਾ, ਬਿਲਕੁਲ ਨਹੀਂ ਫੋਕਸ ਕਰਨਾ ਹੀ ਨਹੀਂ। ਇਹ ਆਟੋਮੈਟਿਕ ਸਰਸਰਾਹਟ ਦੇਗਾ। ਜਦੋਂ ਅਸੀਂ ਇੱਥੇ ਕੰਠ 'ਤੇ ਕੋਈ ਕਰਾਂਗੇ ਨਾ ਕੋਈ ਵੀ ਵਾਈਬ੍ਰੇਸ਼ਨ, ਤਾਂ ਇਹ ਸਰਸਰਾਹਟ ਇੱਥੇ ਪਹੁੰਚੇਗੀ ਅਤੇ ਇੱਥੇ ਪਹੁੰਚੇਗੀ ਅਨਹਦ 'ਤੇ। ਸੋ ਕਿੰਨੇ ਸੈਂਟਰ ਸਟਿਮੂਲੇਟ ਹੋ ਗਏ? ਆਪਣਾ ਇਹ ਹੋ ਗਿਆ, ਵਿਸ਼ੁੱਧੀ ਹੋ ਗਿਆ ਔਰ ਅਨਹਦ ਹੋ ਗਿਆ। ਤੇ ਉਹ 3 ਸੈਂਟਰ ਜਿਹੜੇ ਨੇ ਉਹ ਸਿੰਪਲ ਵਾਈਬ੍ਰੇਸ਼ਨ ਨਾਲ ਜੋ ਤੁਸੀਂ ਇੱਥੇ ਹੱਥ ਰੱਖ ਕੇ ਕਰੋਗੇ, ਵਾਹਿਗੁਰੂ ਉਹਨੂੰ ਇੱਥੇ ਵਾਈਬ੍ਰੇਸ਼ਨ ਫੀਲ ਹੋਏਗੀ ਅਤੇ ਇੱਥੇ ਸਰਸਰਾਹਟ ਹੋਗੀ, ਇੱਥੇ ਸਰਸਰਾਹਟ, ਇੱਥੇ ਵਾਈਬ੍ਰੇਸ਼ਨ। ਇਹਦਾ ਮਤਲਬ 3 ਸੈਂਟਰ ਜਿਹੜੇ ਨੇ ਤੁਹਾਡੀ ਮੰਤਰਾ ਜਾਪ ਨਾਲ ਹੀ ਬੈਲੈਂਸ ਹੋਣੇ ਸ਼ੁਰੂ ਹੋ ਜਾਂਦੇ ਆ। ਲੇਕਿਨ ਇੱਥੇ ਫੋਕਸ ਨਹੀਂ ਕਰਨਾ, ਇਹਨੂੰ ਆਪਣੇ ਆਪ ਬੈਲੈਂਸ ਹੋਣ ਦੇਣਾ। ਸੋ ਇਹ ਹੋ ਗਈ ਆਪਣੀ, ਇਹਨੂੰ ਛੇੜਨਾ ਨਹੀਂ ਹੈ, ਸਹਿਸਰਾਰ ਨੂੰ ਛੇੜਨਾ ਨਹੀਂ ਹੈ, ਕੁਛ ਨਹੀਂ, ਇਹਦੀ ਕੋਈ ਮੈਡੀਟੇਸ਼ਨ ਨਹੀਂ, ਨਾ ਕੋਈ ਕਰਨ ਦੀ ਲੋੜ ਹੈ। ਵੱਧ ਤੋਂ ਵੱਧ ਤੁਸੀਂ ਸਿਰ 'ਤੇ ਟੈਪਿੰਗ ਕਰ ਸਕਦੇ ਹੋ, ਸਿਰ ਹੈਡ ਮਸਾਜ ਕਰ ਸਕਦੇ ਹੋ।
ਉਹ ਕਿਉਂਕਿ ਆਪਸ 'ਚ ਸੈਂਟਰ ਬਿਲਕੁਲ ਸੈਂਟਰ ਹੁੰਦਾ, ਇਹ ਆਟੋਮੈਟਿਕ ਉੱਥੇ ਹਲਕਾਪਨ ਆਏਗਾ ਤੁਹਾਨੂੰ। ਵੈਸੇ ਵੀ ਸਿਰ ਦਾ ਮਸਾਜ ਜਿਹੜਾ ਇਹ ਕੁਆਂਟਮ ਹੀਲਿੰਗ ਦਾ ਪਾਰਟ ਹੈ। ਹੈੱਡ ਮਸਾਜ ਬਹੁਤ ਹੀ ਵਧੀਆ, ਡਰਾਈ ਸਭ ਤੋਂ ਵਧੀਆ ਰਹਿੰਦਾ। ਉਹ ਤੇਲ ਵਾਲਾ ਜਿਹੜਾ ਫਿਰ ਉਹ ਚਿਪਚਿਪਾਹਟ ਜੀ ਹੋ ਜਾਂਦੀ ਹੈ। ਡਰਾਈ ਹੈੱਡ ਮਸਾਜ ਅਤੇ ਡਰਾਈ ਈਅਰ ਮਸਾਜ, 4 ਚੀਜ਼ਾਂ ਨੇ ਬਾਡੀ ਦੀਆਂ ਜਿਹੜੀ ਕੁਆਂਟਮ ਊਰਜਾ ਦਾ ਇੱਕ ਪਾਰਟ ਨੇ। ਉਹਦੀ ਗੱਲ ਸੈਪਰੇਟ ਵੀ ਕਿਤੇ ਕਰ ਲਾਂਗੇ ਆਪਾਂ। ਸਿਰ, ਕੰਨ, ਹੱਥ ਅਤੇ ਪੈਰ, ਇਹਨਾਂ 4 ਦੇ ਉੱਪਰ ਪੂਰੀ ਦੀ ਪੂਰੀ ਬਾਡੀ ਰਿਪਰੈਜ਼ੈਂਟਡ ਹੈ। ਪੂਰੀ ਬਾਡੀ ਦਾ ਜਿਹੜਾ ਨਰਵਸ ਸਿਸਟਮ ਦਾ ਕੋਆਰਡੀਨੇਸ਼ਨ ਹੈ। ਜਦੋਂ ਵੀ ਤੁਸੀਂ ਸਿਰ 'ਤੇ ਮਾਲਿਸ਼ ਕਰੋਗੇ ਤੁਹਾਨੂੰ ਫੁੱਲ ਬਾਡੀ ਲਾਈਟ ਲੱਗੇਗੀ, ਹਲਕਾਪਨ ਆਏਗਾ। ਜਦੋਂ ਵੀ ਕੰਨਾਂ ਦੀ ਮਸਾਜ ਕਰੋਗੇ, ਕੰਨਾਂ ਦੀ ਮਸਾਜ ਇੰਨੀ ਕੁ ਜ਼ਿਆਦਾ ਕਰਨੀ ਕਿ ਕੰਨ ਇੱਕ ਵਾਰੀ ਇੰਨੇ ਦਰਦ ਕਰਨਗੇ ਤੁਹਾਨੂੰ ਟੋਲਰੇਟ ਨਾ ਕਰ ਹੋਣ। ਹਾਂ, ਤੁਸੀਂ ਅਕਸਰ ਪਾਓਗੇ ਜਦੋਂ ਵੀ ਤੁਹਾਡਾ ਸਿਰ ਦੁਖਦਾ ਹੋਊਗਾ, ਤੁਸੀਂ ਦੁਖੀ ਹੋਵੋਗੇ, ਤੁਸੀਂ ਥੱਕੇ ਹੋਵੋਗੇ, ਕੋਈ ਵੀ ਬਾਡੀ 'ਚ ਪ੍ਰੋਬਲਮ ਹੈ, ਤੁਹਾਡੇ ਕੰਨ ਦੁਖਦੇ ਹੋਣਗੇ। ਤੁਸੀਂ ਕੰਨ ਨੂੰ ਮਚੋੜ ਕੇ ਦੇਖਿਓ ਕਦੇ ਤਾਂ ਤੁਹਾਨੂੰ ਕੰਨ ਹਾਏ ਥੋੜ੍ਹੀ ਜਿਹਾ ਮੂੰਹ ਜਿਹਾ ਬਣੇਗਾ ਜਿੱਦਾਂ ਤੁਹਾਨੂੰ ਦਰਦ ਹੋ ਰਹੀ, ਬਹੁਤ ਪੇਨਫੁਲ ਹੁੰਦੇ ਆ। ਉਹਨੂੰ ਮਚੋੜ ਦੇਣਾ। ਜਿੰਨੀ ਜ਼ਿਆਦਾ ਪੇਨ ਕ੍ਰੀਏਟ ਕਰ ਲਾਂਗੇ ਉਸ ਤੋਂ ਬਾਅਦ ਜਿਹੜਾ ਪੋਸਟ ਉਹਦੇ ਇਫੈਕਟ ਹੋਏਗਾ ਲਾਈਟਨੈਸ, ਹਲਕਾਪਨ ਦਾ ਹੋਏਗਾ। ਸਿਰ ਦਾ ਵੀ ਸਿਮਿਲਰਲੀ ਪੈਰਾਂ ਹੱਥਾਂ ਦੀ ਮਸਾਜ ਜਦੋਂ ਤੁਸੀਂ ਆਪ ਮਸਾਜ ਕਰ ਰਹੇ ਹੋ, ਹੱਥਾਂ ਦੀ ਮਸਾਜ ਆਟੋਮੈਟਿਕ ਹੋ ਜਾਂਦੀ ਹੈ। ਜਦੋਂ ਸਿਰ ਦੀ ਮਸਾਜ ਕਰ ਲਈ, ਕੰਨਾਂ ਦੀ ਕਰ ਲਈ, ਤਾਂ ਹੱਥਾਂ ਦੀ ਨਾਲ ਦੀ ਨਾਲ ਹੋ ਗਈ। ਹੱਥਾਂ ਦੀ ਬਾਕੀ ਟੈਪਿੰਗ ਆਪਾਂ ਕਰ ਸਕਦੇ, ਤਾੜੀਆਂ ਮਾਰ ਸਕਦੇ, ਅਲੱਗ-ਅਲੱਗ ਉਹ ਤਾੜੀਆਂ ਮਾਰਦੇ ਉਹ ਤੇ ਸੈਪਰੇਟ ਬਣਾ ਲਾਂਗੇ। ਪੈਰ, ਨੰਗੇ ਪੈਰ ਤੁਰਨਾ, ਜਿਹੜਾ ਅਸੀਂ ਨੰਗੇ ਪੈਰ ਜੁੱਤੀ ਪਾ ਕੇ ਘਰ 'ਚ ਵੀ ਤੁਰੇ ਫਿਰਦੇ ਹਾਂ, ਇਹ ਰੂਟੀਨ ਜਿਹੜਾ ਬਹੁਤ ਗਲਤ ਰੂਟੀਨ ਹੈ। ਘਰ 'ਚ ਹਮੇਸ਼ਾ ਨੰਗੇ ਪੈਰ ਰਹੋ, ਕਦੀ ਵੀ ਘਰ ਜੁੱਤੀ ਨਾ ਪਾਓ। ਇੱਕ ਰੂਟੀਨ ਪਾਓ ਕਿ ਘਰ 'ਚ ਮੈਂ ਨੰਗੇ ਪੈਰ ਰਹਿਣਾ। ਕਦੀ ਉਹ ਬੜਾ ਕੁਛ ਹੈ ਉਹਦੇ 'ਚ, ਬੜੇ ਮੈਕੈਨਿਜ਼ਮ ਹੈ ਜਿਹਦੇ ਰਾਹੀਂ ਤੁਸੀਂ ਜਿਹੜੇ ਨੇ ਉਹ ਤੁਹਾਡੇ ਅੰਦਰ ਨਮਰਤਾ ਆਏਗੀ, ਤੁਹਾਡੇ ਅੰਦਰ ਸਹਿਜ ਆਏਗਾ, ਤੁਹਾਡੇ ਅੰਦਰ ਹੈਲਥ ਆਏਗੀ, ਤੁਸੀਂ ਜ਼ਮੀਨ ਨਾਲ ਜੁੜ ਕੇ ਰਹੋਗੇ, ਤੁਹਾਡੀ ਬਾਡੀ ਜਿਹੜੀ ਹੈ ਉਹ ਅਲਕਲਾਈਨ ਹੋ ਜਾਏਗੀ। ਕਈ ਕੁਛ ਹੈ। ਤਾਂ ਉਹਦੀ ਡਿਟੇਲ 'ਚ ਨਾ ਜਾਈਏ, ਆਪਾਂ ਇੱਕ ਵਾਰੀ ਇੱਥੇ ਕਰੀਏ ਕਿ ਆਪਾਂ ਕਰਨਾ ਕੀ ਹੈ। ਸੋ ਸਿਰ ਦਾ ਮਸਾਜ, ਕੰਨਾਂ ਦਾ ਮਸਾਜ, ਹੱਥਾਂ ਦਾ ਮਸਾਜ ਅਤੇ ਪੈਰਾਂ ਦਾ ਮਸਾਜ, ਇਹ 4 ਮਸਾਜ ਜਿਹੜੇ ਨੇ। ਹੱਥਾਂ ਦਾ ਮਸਾਜ ਆਟੋਮੈਟਿਕ ਹੋ ਜਾਏਗਾ ਜਦੋਂ ਤੁਸੀਂ ਬਾਕੀ ਮਸਾਜ ਅਤੇ ਫੁੱਲ ਬਾਡੀ ਮਸਾਜ ਵੀ ਕਰ ਸਕਦੇ ਹੋ। ਡਰਾਈ ਮਸਾਜ ਫੁੱਲ ਬਾਡੀ ਦਾ। ਨਹਾਉਣ ਤੋਂ ਪਹਿਲਾਂ ਹੀ ਰੂਟੀਨ ਰੱਖਣਾ ਚਾਹੀਦਾ ਕਿ ਨਹਾਉਣ ਤੋਂ ਪਹਿਲਾਂ ਸਿੱਧੇ ਬਾਥਰੂਮ 'ਚ ਵੜਨ ਦੀ ਬਜਾਏ ਕੱਪੜੇ ਲਾਓ, ਚਾਹੇ ਗਰਮੀਆਂ ਨੇ ਸਰਦੀਆਂ, ਤੁਸੀਂ ਮਸਾਜ ਕਰ ਦਿਓ, ਕੋਈ ਠੰਡ ਨਹੀਂ ਲੱਗਦੀ। ਪਰ ਸਰਦੀ 'ਚ ਵੀ ਤੁਸੀਂ ਚਮੜੀ ਨੂੰ ਮਸਾਜ ਕਰਕੇ ਦੇਖਿਓ, ਕੋਈ ਠੰਡ ਨਹੀਂ ਲੱਗੇਗੀ ਤੁਹਾਨੂੰ। ਪਹਿਲਵਾਨ ਜਿਹੜੇ ਸੀਗੇ ਉਹ ਮਸਾਜ ਕਰਾਇਆ ਕਰਦੇ ਸੀਗੇ ਵੀ ਬਾਡੀ ਜਿਹੜੀ ਉਹ ਸਟਰੋਂਗ ਹੁੰਦੀ। ਹਾਂ, ਮਸਾਜ ਤਾਂ ਚਲੋ ਉਹ ਆਇਲ ਮਸਾਜ ਜਿਹੜੀ ਮੈਡੀਕੇਟਡ ਆਇਲ ਮਸਾਜ ਨੇ ਉਹਦੀ ਆਪਾਂ ਸੈਪਰੇਟ ਗੱਲ ਕਰ ਲਾਂਗੇ। ਲੇਕਿਨ ਇੱਥੇ ਮੈਂ ਡਰਾਈ ਮਸਾਜ ਦੀ ਗੱਲ ਕਰ ਰਿਹਾ ਕਿ ਸੁੱਕਾ ਹੀ ਮਸਾਜ ਕਰ ਲੈਣਾ। ਸੁੱਕਾ ਮਸਾਜ ਉਹ ਟੈਪਿੰਗ ਉਹਦੀ ਵੀ ਸੈਪਰੇਟ ਕਰਾਂਗੇ ਆਪਾਂ। ਸੋ ਆਪਾਂ ਸਿਰਫ ਮੈਂ ਐਨੂਮਰੇਟ ਕਰ ਰਿਹਾ ਕਿ ਇਹ ਸਾਰੇ ਕੁਆਂਟਮ ਹੀਲਿੰਗ ਦੇ ਮੈਥਡ ਨੇ। ਅੱਜ ਆਪਾਂ ਗੱਲ ਕਰ ਰਹੇ ਜਿਹੜੀ ਮੈਡੀਟੇਸ਼ਨ ਦੀ, ਉਹਦੇ 'ਚ ਆਪਾਂ ਨੇ ਜਿਹੜੀ ਹੈ ਵਾਹਿਗੁਰੂ ਜਾਪ ਸਾਹ ਨਾਲ ਆਟੋਮੈਟਿਕ ਜੁੜ ਗਿਆ ਨਾ, ਕਿਉਂਕਿ ਜਿਹੜੀ ਆਵਾਜ਼ ਨਿਕਲਣੀ ਹੈ ਸਿਰਫ ਉਦੋਂ ਨਿਕਲਣੀ ਜਦੋਂ ਸਾਹ ਬਾਹਰ ਆ ਰਿਹਾ, ਅਤੇ ਵਿੱਚ ਵਿਚਾਲੇ ਤੁਹਾਨੂੰ ਸਾਹ ਅੰਦਰ ਲੈਣਾ ਪਏਗਾ। ਅੱਗੇ ਇਹਦੀਆਂ 3 ਸਪੀਡਾਂ ਜਾਂ 4 ਸਪੀਡਾਂ 'ਤੇ ਕਰਨਾ ਹੁੰਦਾ ਹੈ। ਹੁਣ ਆਪਾਂ ਅੱਗੇ ਮੈਡੀਟੇਸ਼ਨ ਦੇ ਵਿੱਚ ਆਪਾਂ ਸੀ ਨਾ ਬਾਹਰ ਦੇਖਦੇ ਅੱਖਾਂ ਬੰਦ ਕਰੋ, ਫਿਰ ਆਪਣੀ ਬਾਡੀ ਨੂੰ ਵਿਜ਼ੂਅਲਾਈਜ਼ ਕਰੋ, ਫਿਰ ਆਪਣੇ ਸਾਹ ਨੂੰ ਵਿਜ਼ੂਅਲਾਈਜ਼ ਕਰੋ, ਫਿਰ ਆਪਣਾ ਜਿਹੜੀ ਹੈ ਥਾਟਸ 'ਤੇ ਚਲੇ ਜਾਓ। ਇੱਥੋਂ ਹੁਣ ਆਪਾਂ ਥਾਟਸ 'ਤੇ ਕਿੱਦਾਂ ਜਾਣਾ? ਪਹਿਲਾਂ ਵਾਹਿਗੁਰੂ ਜਾਪ ਸਲੋ ਕਰੋ, ਫਿਰ ਮੀਡੀਅਮ 'ਚ ਕਰੋ, ਫਿਰ ਤੇਜ਼ ਕਰੋ, ਫਿਰ ਤੇਜ਼ 'ਤੇ ਕਰੇ ਜੱਪਾ ਜਾਪ 'ਤੇ ਚਲੇ ਜਾਓ ਚੌਥੀ ਸਟੇਜ 'ਤੇ, ਫਿਰ ਆਟੋਮੈਟਿਕ ਥਾਟ 'ਤੇ ਚਲੇ ਜਾਓਗੇ। ਸੋ ਇਹ ਸਟੇਜਸ ਨੇ। ਸੋ ਆਪਾਂ ਹੁਣ ਤਿੰਨੇ ਡੈਮੋਸਟਰੇਟ ਕਰਦੇ ਹਾਂ। ਚੌਥੀ ਡੈਮੋਸਟਰੇਟ ਨਹੀਂ ਹੋ ਸਕਦੀ ਕਿਉਂਕਿ ਥਾਟ ਮਤਲਬ ਫਿਰ ਦਿਖ ਨਹੀਂ ਸਕਦੇ। ਸੋ ਜਿਹੜੀਆਂ ਸਪੀਡਸ ਨੇ ਆਪਾਂ ਮੈਂ ਇਕੱਲੇ ਵਾਹਿਗੁਰੂ ਜਾਪ ਦੀ ਕਰੂੰਗਾ ਕਿਉਂਕਿ ਸਾਰੇ ਆਪਾਂ ਮਿਕਸਅਪ ਕਰਾਂਗੇ ਤਾਂ ਫਿਰ ਉਹ ਰਲ ਗੱਡ ਜਿਹਾ ਹੋ ਜਾਏਗਾ। ਤਾਂ ਬਾਕੀ ਜਿਹਨਾਂ ਨੇ ਵਾਹਿਗੁਰੂ 'ਤੇ ਨਹੀਂ ਕਰਨੀ ਮੈਡੀਟੇਸ਼ਨ, ਅੱਲਾ 'ਤੇ ਕਰਨੀ ਹੈ ਜਾਂ ਓਮ 'ਤੇ ਕਰਨੀ ਹੈ ਜਾਂ ਆਮੀਨ 'ਤੇ ਕਰਨੀ ਹੈ, ਉਹ ਫੁੱਲੀ ਛੁੱਟੀ ਹੈ, ਉਹ ਕਰ ਸਕਦੇ ਹਾਂ। ਸੋ ਆਪਾਂ ਵਾਹਿਗੁਰੂ ਜਾਪ ਦੇ ਸਪੀਡਾਂ ਕਿੱਦਾਂ ਨੇ। ਪਾਣੀ ਪੀਣਾ ਚਾਹੋ ਤਾਂ ਪੀ ਸਕਦੇ। ਹਾਂ, ਪਾਣੀ ਪੀ ਲੈਣਾ ਥੋੜ੍ਹਾ ਜਿਹਾ। ਸੋ ਆਪਾਂ ਹੁਣ ਜਿਹੜੀ ਸਪੀਡ ਕਿੱਦਾਂ ਕਰਨਾ ਵਧਾਉਣੀ, ਉਹ ਸਪੀਡ ਦਾ ਕਿਉਂ ਵਧਾਉਣੀ ਜ਼ਰੂਰੀ ਹੈ? ਉਹਦੇ ਅਲੱਗ-ਅਲੱਗ ਇਫੈਕਟਸ ਆਉਣਗੇ। ਤੁਸੀਂ ਸਲੋ ਕਰੋਗੇ ਤੁਹਾਨੂੰ ਇੱਕ ਇਫੈਕਟ ਆਏਗਾ, ਮੀਡੀਅਮ ਕਰੋਗੇ ਦੂਸਰਾ ਇਫੈਕਟ ਆਏਗਾ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਨੋਟ ਕਰਿਓ ਕਿ ਵਿੱਚ ਵਿਚਾਲੇ ਸਾਹ ਕਿੱਦਾਂ ਲੈਣਾ। ਸਾਹ ਰੋਕ ਕੇ ਨਹੀਂ ਕਰਨਾ। ਸਾਹ ਰੋਕ ਕੇ ਕਰੋਗੇ ਉਹਦੇ ਨਾਲ ਦੀਆਂ ਥੱਕ ਜਾਓਗੇ। ਸੋ ਵਾਹਿਗੁਰੂ ਜਾਪ 'ਚ ਕਦੀ ਵੀ ਸਾਹ ਨਹੀਂ ਰੋਕਣਾ, ਸਾਹ ਲੈਂਦੇ ਹੋਏ ਹੀ ਵਾਹਿਗੁਰੂ ਜਾਪ ਕਰਨਾ। ਸੋ ਆਪਾਂ 3-4 ਸਪੀਡਾਂ ਇਕੱਠੀਆਂ ਡੈਮੋਸਟਰੇਟ ਕਰਾਂਗੇ ਵਿਦਆਊਟ ਰੁਕੇ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੀ ਬੇਸਿਕਲੀ 3 ਸਪੀਡਸ ਹੋ ਗਈਆਂ ਨਾ, ਲੰਬਾ, ਮੀਡੀਅਮ ਤੇ ਫਾਸਟ। ਥੋੜਾ ਜਿਹਾ ਤਿੰਨਾਂ ਸਪੀਡਾਂ ਦਾ ਵੀ ਦੱਸ ਦਿਓ ਵੀ ਅਲੱਗ-ਅਲੱਗ ਬੈਨੀਫਿਟ ਕੀ। ਬੈਨੀਫਿਟਸ ਨੇ ਕਿ ਅਲਟੀਮੇਟਲੀ ਅਸੀਂ ਕਿੱਥੇ ਜਾਣਾ ਚਾਹੁੰਦੇ ਹਾਂ, ਕਿ ਅਸੀਂ ਜਾਣਾ ਚਾਹੁੰਦੇ ਹਾਂ ਅਜੱਪਾ ਜਾਪ ਤੇ। ਅਜੱਪਾ ਜਾਪ ਉਦੋਂ ਹੁੰਦਾ ਜਦੋਂ ਥੋੜਾ ਮਾਈਂਡ ਮਾਈਨਸ ਹੋ ਜਾਂਦਾ। ਜਿੰਨੀ ਤੇਜ਼ੀ ਨਾਲ ਆਪਾਂ ਕਰ ਲਾਂਗੇ, ਤੇਜ਼ ਕਰਾਂਗੇ ਤਾਂ ਮਾਈਂਡ ਮਾਈਨਸ ਹੋ ਜਾਂਦਾ, ਥਾਟ ਮਾਈਨਸ ਹੋ ਜਾਂਦੇ। ਤੁਹਾਡੇ ਬ੍ਰੇਨ ਕੋਲੇ ਟਾਈਮ ਹੀ ਨਹੀਂ ਤੁਹਾਡੇ ਥਾਟਸ ਨੂੰ ਦੇਖਣ ਦਾ। ਤੁਹਾਡਾ ਬ੍ਰੇਨ ਜਿਹੜਾ ਵਾਹਿਗੁਰੂ ਜਾਪ ਤੇ ਲੱਗਿਆ ਹੋਇਆ। ਸੋ ਉਹਦੇ ਜਦੋਂ ਥਾਟਸ ਮਾਈਨਸ ਹੋਣਗੇ, ਦੈਟ ਇਜ਼ ਦ ਪਰਪਸ ਆਫ ਮੈਡੀਟੇਸ਼ਨ। ਕਿਉਂਕਿ ਥਾਟਸ ਮਾਈਨਸ ਕਰਨੇ ਬਹੁਤ ਜ਼ਰੂਰੀ ਹੁੰਦੇ ਆ। ਥਾਟਸ ਜਦੋਂ ਮਾਈਨਸ ਕਰਦੇ ਆ ਤਾਂ ਕੀ ਹੁੰਦਾ ਕਿ ਯੂਜ਼ਲੈਸ ਐਂਡ ਹਾਰਮਫੁਲ ਥਾਟਸ ਜਿਹੜੇ ਹੁੰਦੇ ਨੇ 90% ਹੁੰਦੇ ਆ। 90% ਸਿਰਫ 50,000 ਥਾਟਸ 50,000 ਥਾਟਸ ਕਹਿੰਦੇ ਆ। ਇੱਕ ਜਿਹੜਾ ਕਾਮਨ ਬੰਦਾ ਹੈ, ਨਾਰਮਲ ਜਿਹਾ ਬੰਦਾ, ਉਹਦੇ ਦਿਮਾਗ 'ਚੋਂ 50,000 ਥਾਟਸ 24 ਘੰਟਿਆਂ 'ਚ ਕ੍ਰਾਸ ਕਰਦੇ ਨੇ। ਜਿਸ 'ਚੋਂ 5,000 ਜਿਹੜੇ ਹੁੰਦੇ ਨੇ ਉਹ ਯੂਜ਼ਫੁਲ ਹੁੰਦੇ ਆ, 45,000 ਯੂਜ਼ਲੈਸ ਜਾਂ ਹਾਰਮਫੁਲ ਹੁੰਦੇ ਆ। ਸੋ ਆਪਣਾ ਪਰਪਸ ਮੈਡੀਟੇਸ਼ਨ ਦਾ ਇਹ ਵੀ ਹੁੰਦਾ ਕਿ ਤੁਸੀਂ ਯੂਜ਼ਲੈਸ ਐਂਡ ਹਾਰਮਫੁਲ ਥਾਟਸ ਹੌਲੀ ਹੌਲੀ ਡਰੋਪ ਹੋ ਜਾਣਗੇ। ਜਿਵੇਂ ਜਿਵੇਂ ਤੁਸੀਂ ਮੈਡੀਟੇਸ਼ਨ ਕਰੋਗੇ ਤਾਂ ਤੁਹਾਡੇ ਜਿਹੜੇ ਯੂਜ਼ਲੈਸ ਐਂਡ ਹਾਰਮਫੁਲ ਥਾਟਸ ਨੇ ਉਹ ਘਟਣੇ ਸ਼ੁਰੂ ਹੋ ਜਾਣਗੇ। ਇਹ ਓਵਰਨਾਈਟ ਨਹੀਂ ਘਟਣਗੇ। ਕਦੇ ਵੀ ਮੈਡੀਟੇਸ਼ਨ ਦਾ ਰਿਜ਼ਲਟ ਤੁਸੀਂ ਇੱਕ ਦਿਨ 'ਚ ਨਹੀਂ ਦੇਖਣਾ। ਰਿਜ਼ਲਟ ਵੱਲ ਧਿਆਨ ਹੀ ਨਹੀਂ ਕਰਨਾ। ਮੈਡੀਟੇਸ਼ਨ ਦੇ ਪ੍ਰੋਸੈਸ ਨੂੰ ਕੰਟੀਨਿਊ ਰੱਖਣਾ। ਤੁਸੀਂ ਹੌਲੀ ਹੌਲੀ ਤੁਹਾਨੂੰ ਆਪਣੇ ਆਪ ਹੀ ਫੀਲਿੰਗ ਹੋਣ ਲੱਗ ਜਾਏਗੀ ਵੀ ਮੇਰੀ ਪਰਸਨੈਲਿਟੀ ਚੇਂਜ ਹੋ ਰਹੀ ਹੈ। ਤਾਂ ਸਾਰੀ ਪਰਸਨੈਲਿਟੀ ਚੇਂਜ ਹੋ ਜਾਏਗੀ। ਤੁਹਾਨੂੰ ਗੁੱਸਾ ਆਉਣਾ ਬੰਦ ਹੋ ਜਾਏਗਾ। ਤੁਹਾਨੂੰ ਲੋਕ ਅੱਛੇ ਲੱਗਣੇ ਸ਼ੁਰੂ ਹੋ ਜਾਣਗੇ। ਲੋਕ ਤੁਹਾਡੇ ਵੱਲ ਅਟਰੈਕਟ ਹੋਣਾ ਸ਼ੁਰੂ ਹੋ ਜਾਣਗੇ। ਜਿੱਦਾਂ ਤੁਹਾਡੀ ਪਰਸਨੈਲਿਟੀ ਚੇਂਜ ਹੋਏਗੀ, ਤੁਸੀਂ ਪਾਓਗੇ ਕਿ ਲੋਕਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਬਦਲ ਰਿਹਾ। ਅਸਲ 'ਚ ਆਪਾਂ ਜਿਹੜੀ ਬਹੁਤ ਵੱਡੀ ਗਲਤੀ ਕਰਦੇ ਹਾਂ, ਅਸੀਂ ਜਦੋਂ ਵੀ ਸਾਡੇ ਨਾਲ ਕੋਈ ਬੰਦਾ ਠੀਕ ਬਿਹੇਵ ਨਾ ਕਰ ਰਿਹਾ ਹੋਏ ਤਾਂ ਅਸੀਂ ਕਹਿੰਦੇ ਵੀ ਇਹ ਬੰਦਾ ਨਾ ਮੇਰੇ ਨਾਲ ਅਟੈਚ ਨਹੀਂ ਹੈ, ਮੇਰੇ ਨਾਲ ਪਿਆਰ ਨਹੀਂ ਕਰਦਾ। ਉਲਟ ਹੁੰਦਾ। ਤੁਹਾਨੂੰ ਪਿਆਰ ਐਕਸਪ੍ਰੈਸ ਹੀ ਨਹੀਂ ਕਰ ਰਹੇ ਹੁੰਦੇ। ਜਦੋਂ ਅਸੀਂ ਪਿਆਰ ਐਕਸਪ੍ਰੈਸ ਕਰਾਂਗੇ ਤਾਂ ਉਹ ਨਾਲ ਦੀ ਨਾਲ ਬੰਦਾ ਰੈਸਪ੍ਰੋਕੇਟ ਕਰੇਗਾ। ਕਿਉਂ ਪਿਆਰ ਇੱਕ ਇਹੋ ਚੀਜ਼ ਹੈ ਜਿਹੜੀ ਨਾਲ ਦੀ ਨਾਲ ਵਾਪਸ ਆ ਜਾਂਦੀ ਹੈ। ਇੱਦਾਂ ਹੀ ਜੋ ਤੁਸੀਂ ਬੰਦੇ ਨਾਲ ਪ੍ਰਤੀ ਨਜ਼ਰੀਆ ਬਦਲ ਦੋਗੇ ਆਪਣਾ, ਤਾਂ ਉਹ ਬੰਦੇ ਦਾ ਨਜ਼ਰੀਆ ਵੀ ਆਟੋਮੈਟਿਕ ਤੁਹਾਡੀ ਸਾਰੀ ਫੇਸ ਵੈਲਿਊ, ਬਾਡੀ ਲੈਂਗੁਏਜ ਹਰ ਬਦਲ ਜਾਏਗੀ। ਤਾਂ ਹੌਲੀ ਹੌਲੀ ਤੁਹਾਡੀ ਪਰਸਨੈਲਿਟੀ ਆਪਣੇ ਬਦਲਣੀ ਸ਼ੁਰੂ ਹੋ ਜਾਏਗੀ। ਲੇਕਿਨ ਉਹਨੂੰ ਵੇਟ ਨਹੀਂ ਕਰਨਾ। ਵੇਟ ਕਰਾਂਗੇ ਤਾਂ ਰਾਦਰ ਡਿਲੇ ਹੋ ਜਾਂਦਾ। ਸੋ ਕੋਈ ਰਿਜ਼ਲਟ ਨਹੀਂ ਵੇਟ ਕਰਨਾ। ਆਪਣੇ ਇਹ ਪ੍ਰੋਸੀਜਰ ਨੂੰ ਜਾਰੀ ਰੱਖਣਾ। 2 ਟਾਈਮ ਇਹਦੇ ਲਈ ਬੈਸਟ ਨੇ। ਸਵੇਰੇ ਉੱਠਣ ਸਾਰ ਜਸਟ ਜਦੋਂ ਤੁਹਾਡੀ ਜਾਗ ਖੁੱਲ੍ਹ ਗਈ, ਸ਼ੁਰੂ ਹੀ ਇੱਥੋਂ ਕਰੋ, ਲੇਟੇ ਵੰਡਰਫੁਲ ਟਾਈਮ ਹੁੰਦਾ ਉਹ। ਤੁਹਾਡੇ ਉੱਠਣ ਸਾਰ ਜਦੋਂ ਤੁਹਾਡੀ ਜਾਗ ਖੁੱਲ੍ਹੀ ਹੈ, ਤੁਹਾਡਾ ਟਾਈਮ ਹੋ ਗਿਆ। ਵਿੱਚੋਂ ਵਿਚਾਲਿਓ ਨਹੀਂ, ਜੋ ਤੁਸੀਂ ਵਿਚਾਲਿਓ ਜਦੋਂ ਜਾਗ ਆਉਂਦੀ ਪਿਸ਼ਾਬ ਕਰਨ ਲਈ ਉਦੋਂ ਨਹੀਂ। ਲੇਕਿਨ ਜਦੋਂ ਤੁਹਾਡਾ ਉੱਠਣ ਦਾ ਟਾਈਮ ਹੋ ਗਿਆ ਅਤੇ ਹੁਣ ਤੁਸੀਂ ਉੱਠਣ ਜਾ ਰਹੇ ਹੋ, ਬਾਡੀ ਆਪਣੇ ਆਪ ਦੱਸ ਦਿੰਦੀ ਤੁਹਾਨੂੰ। ਜੇ ਟਾਈਮ ਪੀਸ ਨਾ ਵੀ ਦੇਖੋ, ਕਲੌਕ ਨਹੀਂ ਵੀ ਦੇਖੋਗੇ ਤਾਂ ਵੀ ਬਾਡੀ ਦੱਸ ਦੇਗੀ ਕਿ ਉੱਠਣ ਦਾ ਟਾਈਮ ਹੋ ਗਿਆ। ਚਲੋ ਕਲੌਕ ਵੀ ਦੇਖ ਸਕਦੇ ਆਪਾਂ। ਉਦੋਂ ਪਹਿਲਾ ਲਫ਼ਜ਼ ਹੀ ਤੁਹਾਡੇ ਮੂੰਹੋਂ ਨਿਕਲਣਾ ਚਾਹੀਦਾ, ਵਾਹਿਗੁਰੂ। ਫਿਰ ਬਸ ਉਹਨੂੰ ਸ਼ੁਰੂ ਕਰ ਲਓ। ਫਿਰ ਉਹਨੂੰ ਲੰਬਾ ਕਰਕੇ ਵਾਹਿਗੁਰੂ, ਫਿਰ ਮੀਡੀਅਮ ਸਪੀਡ 'ਤੇ ਵਾਹਿਗੁਰੂ, ਫਿਰ ਤੇਜ਼ ਸਪੀਡ 'ਤੇ ਵਾਹਿਗੁਰੂ। ਇਵਨ ਅਲਟਰਾ ਤੇਜ਼ ਵੀ ਕਰ ਸਕਦੇ ਹਾਂ, ਜਿਹਦੇ 'ਚ ਵਾਹਿਗੁਰੂ ਸਾਇਲੈਂਟ ਹੋ ਜਾਏਗਾ। ਫਿਰ ਇਕੱਲਾ ਗੁਰੂ ਰਹਿ ਜਾਏਗਾ। ਜਿਸ ਤਰ੍ਹਾਂ ਉਹ ਵੀ ਆਪਾਂ ਡੈਮੋਸਟ੍ਰੇਟ ਕਰਦੇ ਹਾਂ। ਗੁਰੂ 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 ਗੁਰੂ। ਤੋ ਵਾਹਿਗੁਰੂ ਵਾਹਿ 'ਤੇ ਤੁਸੀਂ ਅੰਦਰ ਲੈ ਰਹੇ ਹੋ, ਉਹ ਸਾਇਲੈਂਟ ਹੋ ਜਾਏਗਾ, ਗੁਰੂ ਆ ਜਾਏਗਾ ਸਾਲਾ। ਤਾਂ ਇੱਥੇ ਤੱਕ ਵੀ ਜਾ ਸਕਦੇ। ਇੱਥੋਂ ਫਿਰ ਅਗਲੀ ਸਟੇਜ ਕੀ ਹੈ? ਜਦੋਂ ਕਰਦੇ ਤੁਹਾਨੂੰ ਟਾਇਰਡਨੈਸ ਹੋਣ ਲੱਗ ਜਾਂਦੀ ਹੈ, ਤਾਂ ਮਾਈਂਡ ਆਟੋਮੈਟਿਕ ਤੁਹਾਡੇ ਅੰਦਰੋਂ ਇੱਕ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਵੀ ਬੰਦ ਕਰੋ, ਇਹਨੂੰ ਸਟਾਪ ਕਰੋ। ਉਹ ਸਟਾਪ ਜਦੋਂ ਹੀ ਹੋਏਗਾ ਤਾਂ ਤੁਹਾਡਾ ਨੈਕਸਟ ਫੇਜ਼ ਕੀ ਆਏਗੀ? ਉਹ ਥਾਟਸ ਆਉਣਗੇ। ਹੁਣ ਥਾਟਸ ਦੀ ਪ੍ਰਕਿਰਿਆ ਬੜੀ ਕਮਾਲ ਦੀ ਹੈ। ਇਹਨੂੰ ਡੈਮੋਸਟ੍ਰੇਟ ਨਹੀਂ ਕੀਤਾ ਜਾ ਸਕਦਾ, ਲੇਕਿਨ ਦੱਸਿਆ ਜਾ ਸਕਦਾ ਕੀ ਹੋਏਗਾ। ਜਦੋਂ ਹੀ ਥਾਟਸ ਆਉਣਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਨੈਗੇਟਿਵ ਥਾਟ ਆਏਗਾ। ਜਿਹੜੀ ਸਮੱਸਿਆ ਤੁਹਾਨੂੰ ਤੰਗ ਕਰ ਰਹੀ ਹੈ ਉਹੀ ਫੋਕਸ ਹੋਏਗੀ। ਜਿਹੜੀ ਕੱਲ੍ਹ ਸਮੱਸਿਆ ਜਾਂ ਰਾਤ ਨੂੰ ਸਮੱਸਿਆ ਤੁਸੀਂ ਸੌਣ ਲੱਗਿਆ ਮਨ 'ਚ ਲਾਈ ਸੀ, ਉਹ ਆਏਗੀ
ਕਿ ਉਹ ਸਮੱਸਿਆ ਕੋਈ ਫੈਮਿਲੀ 'ਚ ਡਿਸਪਿਊਟ ਹੈ, ਕਿਸੇ ਨਾਲ ਲੜਾਈ ਹੋ ਗਈ ਹੈ, ਬੀਵੀ ਨਾਲ ਨਾਰਾਜ਼ਗੀ ਹੋ ਗਈ ਹੈ, ਬੱਚਾ ਕੋਈ ਗੁੱਸੇ ਹੈ, ਕੋਈ ਬੌਸ ਨਾਲ ਗੁੱਸਾ ਗਿਲਾ ਹੋ ਗਿਆ, ਉਹ ਆਏਗਾ। ਸਭ ਤੋਂ ਪਹਿਲਾ ਥਾਟ ਉਹ ਆਏਗਾ। ਉਹਨੂੰ ਫਿਰ ਥਾਟ ਨੂੰ ਜੀ ਆਇਆਂ ਕਹਿਣਾ ਹੈ, ਉਹਨੂੰ ਕੰਡੈਮ ਨਹੀਂ ਕਰਨਾ ਵੀ ਇਹ ਕਿੱਥੋਂ ਸਵੇਰੇ ਸਵੇਰੇ ਮੇਰੇ ਦਿਮਾਗ 'ਚ ਬੜੀ ਜਾ ਰਿਹਾ। ਨੋ, ਥਾਟਸ ਤੁਹਾਡੇ ਵੱਸ 'ਚ ਨਹੀਂ ਹੈ। ਥਾਟਸ ਇੱਕ ਊਰਜਾ ਨੇ। ਥਾਟ ਕੋਈ ਪਦਾਰਥ ਨਹੀਂ ਕਿ ਤੁਹਾਡੇ ਮਨ 'ਚ ਵੜ ਰਿਹਾ। ਉਹ ਊਰਜਾ ਤੁਹਾਡੀ, ਉਹ ਤੁਹਾਡੀ ਊਰਜਾ ਇੱਕ ਸ਼ਕਲ ਲੈ ਰਹੀ ਹੈ ਔਰ ਤੁਹਾਨੂੰ ਕਿਸੇ ਮੈਸੇਜ ਦੇਣ ਲਈ, ਕਿਸੇ ਦਿਸ਼ਾ ਦੇਣ ਲਈ ਆ ਰਹੀ ਹੈ। ਸੋ ਕੋਈ ਵੀ ਥਾਟ ਜਿਹੜਾ ਤੁਹਾਡੇ ਕੋਲ ਆ ਰਿਹਾ ਉਹਨੂੰ ਜੀ ਆਇਆਂ ਕਹਿਣਾ ਕਿ ਜੀ ਆਇਆਂ, ਆ ਜਾ। ਫਿਰ ਉਹਦੇ ਉੱਪਰ ਵਧਾਣੀ ਪਾਉਣੀ ਹੈ। ਉਹ ਆਪਣੇ ਪਏਗੀ, ਤੁਸੀਂ ਕੁਛ ਨਹੀਂ ਕਰਨਾ, ਜਸਟ ਉਹਨੂੰ ਵਾਚ ਕਰਨਾ, ਜਸਟ ਵਾਚ ਕਰਨਾ, ਤੁਸੀਂ ਕੁਛ ਨਹੀਂ ਕਰਨਾ। ਵਧਾਣੀ ਪਏਗੀ, ਲਫ਼ਜ਼ ਵੀ ਗਲਤ ਕਹਿ ਰਿਹਾ ਮੈਂ, ਵਧਾਣੀ ਪਏਗੀ, ਪਾਉਣੀ ਨਹੀਂ ਹੈ। ਉਹ ਮਾਈਂਡ ਦੇ ਜੋ ਸਾਰੇ ਆਉਣਗੇ, ਆਹ ਪੋਸੀਬਿਲਿਟੀ, ਉਹ ਪੋਸੀਬਿਲਿਟੀ, ਮੈਂ ਇਹ ਕੀਤਾ, ਉਹਨੇ ਆਹ ਕੀਤਾ, ਇਹ ਉਹ, ਸੋ ਪੂਰਾ ਰਿੜਕਾ ਪੈ ਜਾਏਗਾ, ਮੰਥਨ ਹੋ ਜਾਏਗਾ ਪੂਰਾ। ਉਹ ਮੰਥਨ ਹੁੰਦੇ ਫਿਰ ਤੁਹਾਨੂੰ ਗੱਲਾਂ ਕਲੀਅਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਵੀ ਇਹ ਥਾਟ ਦਾ ਮਤਲਬ ਕੀ ਹੈ। ਤੁਸੀਂ ਪਾਓਗੇ ਕਿ ਅੰਮ੍ਰਿਤ ਵੇਲਾ ਇੱਕ ਇਹੋ ਜਿਹੀ ਚੀਜ਼ ਹੈ। ਇੱਕ ਸਵੇਰੇ ਇੱਕ ਆਪਾਂ ਕਹਿਣੀ ਗੱਲ ਭੁੱਲ ਗਏ ਕਿ ਅੰਮ੍ਰਿਤ ਵੇਲੇ ਉੱਠਣ ਦਾ ਜਿਹੜਾ ਸਾਡੇ ਪੁਰਖਿਆਂ ਦਾ ਰੂਟੀਨ ਸੀ, ਐਡਾ ਵੰਡਰਫੁੱਲ ਆ ਉਹ ਇੱਕ ਕੁਦਰਤ ਦੇ ਜਾਗਣ ਦਾ ਟਾਈਮ ਹੁੰਦਾ। ਜਦੋਂ ਹੀ ਤੁਸੀਂ ਜਾਗੋਗੇ 4 ਵਜੇ ਤੋਂ ਤੇ 5 ਵਜੇ ਦੇ ਵਿਚਾਲੇ, ਕਦੇ ਵੀ 5 ਵਜੇ ਤੋਂ ਲੇਟ ਨਾ ਉੱਠੋ। 5 ਸ਼ੁੱਡ ਬੀ ਦ ਅਪਰ ਲਿਮਿਟ। 4 ਤੇ 5 ਦੇ ਵਿਚਾਲੇ ਉੱਠ ਜਾਓ, ਫਿਰ ਉੱਠਣ ਸਾਰਾ ਕੁਝ ਕਰਨਾ। ਤਾਂ ਅੰਮ੍ਰਿਤ ਵੇਲਾ ਜਿਹੜਾ ਹੁੰਦਾ ਇਹ ਕੁਦਰਤ ਤੁਹਾਡੇ ਸਭ ਤੋਂ ਨੇੜੇ ਹੁੰਦੀ ਹੈ। ਪਰਮਾਤਮਾ ਤੁਹਾਡੇ ਸਭ ਤੋਂ ਨੇੜੇ ਹੁੰਦਾ। ਫਰੈਸ਼ ਹੁੰਦੇ ਹੋ ਤੁਸੀਂ, ਤੁਹਾਡਾ ਸਾਰਾ ਬਾਡੀ ਰਿਸੀਵ ਕਰਨ ਦੀ ਮੂਡ 'ਚ ਹੁੰਦੀ ਹੈ। ਰਾਤ ਨੂੰ ਤੁਸੀਂ ਥੱਕੇ ਹੁੰਦੇ ਹੋ, ਤੁਹਾਨੂੰ ਤੁਹਾਡਾ ਮਤਲਬ ਡਿੱਗਦੇ, ਕਈ ਵੀ ਡਿੱਗ ਪੈਂਦੇ ਤੁਸੀਂ ਜਾ ਕੇ ਬੈੱਡ 'ਤੇ, ਤੁਹਾਨੂੰ ਬਸ ਇੰਨੀ ਕੀ ਊਰਜਾ ਹੁੰਦੀ ਤੁਹਾਡੇ ਕੋਲ। ਲੇਕਿਨ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਤਾਂ ਅੰਦਰ ਪਰਮਾਤਮਾ ਨੇ ਰਾਤ ਨੂੰ ਸੁੱਤੇ ਤੁਹਾਡਾ ਸਾਰਾ ਰਿਪੇਅਰ ਵਰਕ ਕਰਤਾ। ਉਹ ਜਿਹੜਾ ਆਪਾਂ ਗੱਲ ਕੀਤੀ ਸੀ ਨਾ DRRR, ਉਹ ਸਾਰਾ ਰਾਤ ਨੂੰ ਹੋ ਜਾਂਦਾ। ਤਾਂ ਸਵੇਰੇ ਤੁਹਾਡਾ ਮਨ ਜਿਹੜਾ ਰਿਸੀਵ ਕਰਨ ਲਈ ਫਿਰ ਤਿਆਰ ਖੜਾ ਵੀ ਕੋਈ ਵੀ ਕ੍ਰੀਏਟਿਵ ਕੋਈ ਵੀ ਗੱਲ ਵਧੀਆ ਹੋਊਗੀ। ਉਦੋਂ ਇਹ ਥਾਟਸ ਆਉਣਗੇ ਜਦੋਂ, ਤਾਂ ਉਹ ਬੜੇ ਕਮਾਲ ਦੀ ਹੋ ਸਕਦਾ ਤੁਹਾਨੂੰ ਪਹਿਲੇ ਦਿਨ ਕੋਈ ਦਿਸ਼ਾ ਨਾ ਮਿਲੇ ਉਸ ਥਾਟ 'ਚੋਂ, ਕੋਈ ਗੱਲ ਨਹੀਂ, ਗੁੱਸਾ ਨਹੀਂ ਕਰਨਾ। ਕਿਉਂਕਿ ਜੇਕਰ ਬਹੁਤ ਕੋਈ ਕੰਪਲੀਕੇਟਡ ਪ੍ਰੋਬਲਮ ਹੈ ਤਾਂ ਇੱਕ ਦਿਨ ਸੋਲਵ ਨਹੀਂ ਹੋਏਗੀ। ਉਹ ਅਗਲੇ ਦਿਨ ਫਿਰ ਉਹੀ ਥਾਟ ਆਏਗਾ, ਅਗਲੇ ਦਿਨ ਫਿਰ ਉਹੀ ਥਾਟ ਆਏਗਾ। ਹੋ ਸਕਦਾ ਉਹ ਥਾਟ ਨੂੰ ਹਫ਼ਤਾ ਲੱਗ ਜਾਏ, ਬਹੁਤਾ ਟਾਈਮ ਨਹੀਂ ਲੱਗਦਾ ਹੁੰਦਾ। ਬਹੁਤੀ ਵਾਰੀ 72 ਘੰਟੇ ਲੱਗਦੇ ਆ। ਮੇਰਾ ਐਕਸਪੀਰੀਅੰਸ ਕਹਿੰਦਾ ਕਿ 3 ਦਿਨ 'ਚ ਤੁਹਾਡੇ ਮੋਸਟਲੀ ਜਿਹੜੇ ਨੈਗੇਟਿਵ ਥਾਟਸ ਕੋਈ ਆ ਰਹੇ ਹੁੰਦੇ ਆ, ਉਹਦਾ ਪਰਮਾਤਮਾ ਤੁਹਾਨੂੰ ਰੇੜਕਾ ਪਾ ਕੇ ਵਧਾਣੀ ਪਾ ਕੇ, ਜੇ ਤੁਸੀਂ ਰਿਸੈਪਸ਼ਨ ਦੇ ਮੂਡ 'ਚੋਂ, ਜੇ ਤੁਸੀਂ ਰਿਜੈਕਸ਼ਨ ਦੇ ਮੂਡ 'ਚੋਂ, ਫਿਰ ਤੁਸੀਂ ਜਬਕੀ ਜਾਓ ਜਿੰਨਾ ਚਿਰ ਮਰਜ਼ੀ। ਉਹ ਲੋਕ ਜਬਕਦੇ ਰਹਿੰਦੇ ਆ ਕਿਉਂਕਿ ਉਹਦੇ 'ਚ ਉਲਝੀ ਜਾਂਦੇ ਆ, ਲੜੀ ਜਾਂਦੇ ਆ, ਭਿੜੀ ਜਾਂਦੇ ਆ, ਕਦੇ ਨਾਲ ਜੁੱਤੋ ਜੁੱਤੀ ਹੋਈ ਜਾਂਦੇ ਆ, ਗਾਲੋ ਗਾਲੀ ਹੋਈ ਜਾਂਦੇ ਆ। ਉਹ ਉਹਦੀ ਮਰਜ਼ੀ ਆ। ਲੇਕਿਨ ਜੇ ਤੁਸੀਂ ਰਿਸੀਵਿੰਗ ਮੂਡ 'ਚੋਂ, ਅਤੇ ਜੇ ਤੁਸੀਂ ਪ੍ਰੋਪਰ ਸਾਇੰਸ ਜਾਣਦੇ ਹੋ ਮੈਡੀਟੇਸ਼ਨ ਦੀ, ਅਤੇ ਥਾਟਸ ਨਾਲ ਕੀ ਕਰਨਾ ਹੈ ਉਹ ਜਾਣਦੇ ਹੋ, ਤਾਂ ਆਪਣੇ ਥਾਟਸ ਨਾਲ ਪਲੇ ਕਰਨਾ ਬਹੁਤ ਹੀ ਵੰਡਰਫੁਲ ਚੀਜ਼ ਹੁੰਦੀ ਹੈ। ਦੂਜੀ ਗੱਲ, ਇਹ ਸਾਰਾ ਕੁਛ ਕਰਨਾ ਜਿਹੜਾ ਇਹ ਪਲੇਫੁਲ ਮੂਡ 'ਚ ਕਰਨਾ, ਨਾਟ ਇਨ ਟੈਂਸ ਮੂਡ। ਇਹ ਖੇਡ ਹੈ। ਤੁਸੀਂ ਆਪਣੀ ਬਾਡੀ ਨਾਲ ਖੇਡ ਰਹੇ ਹੋ, ਤੁਸੀਂ ਆਪਣੇ ਸਾਹਾਂ ਨਾਲ ਖੇਡ ਰਹੇ ਹੋ, ਤੁਸੀਂ ਪਰਮਾਤਮਾ ਨਾਲ ਖੇਡ ਰਹੇ ਹੋ। ਇਹ ਤਾਂ ਸਭ ਖੇਲ ਹੈ। ਸੋ ਇਹਨੂੰ ਬਹੁਤ ਹੀ ਜੋਵੀਅਲ, ਬਿਲਕੁਲ ਹੀ ਲਾਈਟ ਮੂਡ 'ਚ ਕਰਨਾ ਸਾਰਾ ਕੁਛ, ਹਲਕਾ ਫੁਲਕਾ ਖੇਡ 'ਚ ਕਦੀ ਟੈਂਸ ਹੋ ਕੇ ਨਹੀਂ ਕਰਨਾ। ਸੋ ਆਪਾਂ ਗੱਲ ਕਰ ਰਹੇ ਸੀ ਥਾਟਸ ਦੀ, ਕਿ ਥਾਟਸ ਦੀ ਵਿਟਨੈਸਿੰਗ ਜਿਹੜੀ ਹੁੰਦੀ ਹੈ ਬੜੀ ਕਮਾਲ ਦੀ ਹੁੰਦੀ ਹੈ। ਥਾਟ ਦੀ ਵਿਟਨੈਸਿੰਗ ਜਿਹੜੀ ਹੁੰਦੀ ਹੈ, ਥਾਟਸ ਤੁਹਾਨੂੰ ਜਦੋਂ ਆਟੋਮੈਟਿਕ ਥਾਟਸ ਲਿਆਉਣੇ ਨਹੀਂ, ਥਾਟਸ ਆਟੋਮੈਟਿਕ ਆਉਣਗੇ। ਆਟੋਮੈਟਿਕ ਥਾਟ ਉਹੀ ਆਏਗਾ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਉਹ ਪ੍ਰੋਬਲਮ ਚੱਲ ਰਹੀ ਹੈ। ਤਾਂ ਉਹ ਸਪੋਰਟ ਜਦੋਂ ਵਧਾਣੀ ਪਏਗੀ ਤਾਂ ਤੁਹਾਨੂੰ ਦਿਸ਼ਾ ਮਿਲਣੀ ਸ਼ੁਰੂ ਹੋ ਜਾਏਗੀ ਵੀ ਕੀ ਹੋਇਆ ਸੀਗਾ। ਤਾਂ ਦਿਸ਼ਾ ਮਿਲਦੀ ਤੁਹਾਨੂੰ ਐਂਡ ਸਪਸ਼ਟ ਦਿਖਣ ਲੱਗ ਜਾਏਗਾ ਵੀ ਸਮੱਸਿਆ ਆ ਹੈ। ਜਿਹੜਾ ਤੁਸੀਂ ਦਿਨ 'ਚ ਸੱਚ ਨਹੀਂ ਦੇ ਸਕੇ, ਤੁਸੀਂ ਆਪਣੀ ਮੈਂ 'ਚ, ਅਹੰਕਾਰ 'ਚ ਉਹਨੂੰ ਮਿਸਹੈਂਡਲ ਕੀਤਾ, ਕਿਸੇ ਨੂੰ ਪੁੱਠਾ ਬੋਲ ਗਏ, ਕਿਸੇ ਨੂੰ ਗਾਲ ਕੱਢਤੀ, ਕਿਸੇ ਦੇ ਥੱਪੜ ਮਾਰਤਾ, ਕਿਸੇ ਦੇ ਕੁਝ ਹਵਾ ਤਵਾ ਬੋਲਿਆ, ਜਾਂ ਕੁਛ ਵੀ ਕਈ ਕੁਛ ਕਰਦੇ ਹਾਂ ਅਸੀਂ ਆਪਣੀ ਮੈਂ 'ਚ, ਆਪਣੇ ਅਹੰਕਾਰ 'ਚ। ਲੇਕਿਨ ਸੁਬਾਹ ਜਦੋਂ ਤੁਸੀਂ ਇਹ ਮੈਡੀਟੇਸ਼ਨ ਦੇ ਪ੍ਰੋਸੈਸ, ਤੁਹਾਡਾ ਅਹੰਕਾਰ ਮਾਈਨਸ ਹੁੰਦਾ, ਅਹੰਕਾਰ ਤੁਹਾਡੇ 'ਤੇ ਭਾਰੂ ਨਹੀਂ ਹੁੰਦਾ, ਤਾਂ ਤੁਹਾਨੂੰ ਫਿਰ ਉਹ ਠੀਕ ਦਿਸ਼ਾ ਦਿਖੇਗੀ। ਤੁਹਾਨੂੰ ਸਪਸ਼ਟ ਦਿਖੇਗਾ ਵੀ ਤੁਸੀਂ ਗਲਤੀ ਕੀਤੀ ਹੈ। ਤੁਸੀਂ ਆਪਣੀ ਬੀਵੀ ਨਾਲ ਲੜੇ, ਤੁਸੀਂ ਉਹਨੂੰ ਪੁੱਠਾ ਬੋਲੇ, ਜਾਂ ਤੁਸੀਂ ਠੀਕ ਨਹੀਂ ਬੋਲੇ, ਜਾਂ ਤੁਸੀਂ ਆਹ ਚੀਜ਼ ਸੀ, ਉਹਨੇ ਤੁਹਾਨੂੰ ਕੁਛ ਕਿਹਾ ਸੀਗਾ, ਤੁਸੀਂ ਉਹਦੀ ਗੱਲ ਨਹੀਂ ਮੰਨੀ, ਜੋ ਵੀ ਹੈ, ਮਤਲਬ ਉਹ ਪ੍ਰੋਬਲਮ ਦਾ ਨਾਲ ਦੀ ਨਾਲ ਕਲੇ ਅੱਬਲ ਤਾਂ ਪਹਿਲੇ ਦਿਨ ਹੋ ਜੂ ਕਲੀਅਰ, ਨਹੀਂ ਦੂਜੇ ਦਿਨ ਹੋ ਜੂ, ਨਹੀਂ ਤੀਜੇ ਦਿਨ ਹੋ ਜੂ, ਜੇ ਤੁਸੀਂ ਪ੍ਰੋਪਰਲੀ ਉਹਨੂੰ ਹੈਂਡਲ ਕਰ ਪਾ ਰਹੇ ਹੋ। ਕਿਸੇ ਦੇ ਜ਼ਿਆਦਾ ਟਾਈਮ ਵੀ ਲੱਗ ਸਕਦਾ, ਬਹੁਤ ਕੰਪਲੀਕੇਟਡ ਗੱਲ ਹੋਵੇ ਤਾਂ। ਲੇਕਿਨ ਮੋਸਟਲੀ 1 ਦਿਨ ਤੋਂ ਲੈ ਕੇ 3 ਦਿਨ ਦੇ ਵਿੱਚ ਕੁਦਰਤ ਪਰਮਾਤਮਾ ਫੁੱਸ ਕਰ ਦੇਗਾ ਤੁਹਾਡੇ ਮਨ 'ਚ। ਬੱਲਾ ਐਵੇਂ ਉਲਝੀ ਜਾ ਰਿਹਾ ਸੀ, ਤੁਸੀਂ ਬੜਾ ਖੁਸ਼ ਹੋਵੋਗੇ ਜਦੋਂ ਹੋਏਗਾ ਨਾ, ਤੁਹਾਡੇ ਹਾਸੇ ਦੇ ਸਮਾਈਲ ਆ ਜਾਏਗੀ ਤੁਹਾਡੇ ਫੇਸ 'ਤੇ ਵੀ ਯਾਰ ਮੈਂ ਤਾਂ ਉਹੀ ਉਲਝੀ ਜਾ ਰਿਹਾ ਸੀ, ਗੱਲ ਤਾਂ ਕੁਛ ਵੀ ਨਹੀਂ ਸੀ। ਗੱਲ ਤਾਂ ਇੰਨੀ ਹੈ ਵੀ ਜਾ ਕੇ ਜੱਫੀ ਪਾ ਕੇ ਮਿਲਣਾ, ਜਾਂ ਮਾਫੀ ਮੰਗਣੀ ਹੈ, ਜਾਂ ਪਿਆਰ ਲੈਣਾ, ਪਿਆਰ ਦੇਣਾ ਜਾਂ ਪਿਆਰ ਲੈਣਾ, ਗੱਲ ਤਾਂ ਇੰਨੀ ਕੀ ਆ। ਐਵੇਂ ਤੁਸੀਂ ਪਾਓਗੇ ਕਿ ਤੁਸੀਂ ਉੱਠ ਕੇ ਅਗਰ ਉਹਨੂੰ ਇੰਪਲੀਮੈਂਟ ਕਰਤਾ, ਜਾਂ ਅਗਲੇ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਇੰਪਲੀਮੈਂਟ ਕਰੋ, ਸਮੱਸਿਆ ਹੱਲ ਹੋ ਜਾਏਗੀ।
ਸੋ ਇਹ ਬੜਾ ਵੰਡਰਫੁਲ ਪ੍ਰੋਸੈਸ ਹੁੰਦਾ ਹੈ ਪ੍ਰਮਾਤਮਾ ਦਾ, ਕੁਦਰਤ ਦਾ। ਤੇ ਇਹ ਜਿਹੜਾ ਹੈ ਸਾਰਾ ਪ੍ਰੋਸੈਸ ਹੈ, ਇਹਨੂੰ ਆਪਾਂ ਨੂੰ ਇਦਾਂ ਹੀ ਲਾਗੂ ਕਰਨਾ ਚਾਹੀਦਾ। ਸੋ ਇਹਨੂੰ ਆਪਾਂ ਸੰਭਵ ਕਰ ਦਈਏ ਕਿ ਆਪਾਂ ਜਿਹੜੀ ਸੀਗੀ ਜਿਹੜਾ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਵਾਲੇ ਜਾਂ ਪੱਛਮ ਵਾਲੇ ਸਿੱਖਦੇ ਆ, ਉਹ ਸਿੱਖਦੇ ਆ। ਉਹ ਕਹਿੰਦੇ ਆ ਕਿ ਸਾਇਲੈਂਟ ਬੈਠੋ, ਸਪਾਈਨ ਸਿੱਧੀ ਕਰੋ, ਪਹਿਲਾਂ ਬਾਹਰ ਤੁਸੀਂ ਖੁੱਲੀਆਂ ਅੱਖਾਂ ਨਾਲ ਦੇਖ ਰਹੇ ਹੋ, ਫਿਰ ਅੱਖਾਂ ਬੰਦ ਕਰ ਲਓ, ਅੰਦਰ ਆ ਗਏ ਆਪਣੇ ਅੰਦਰ ਆਪਣੀ ਬਾਡੀ ਨੂੰ ਦੇਖੋ, ਪੈਰਾਂ ਤੋਂ ਲੈ ਕੇ ਸਿਰ ਤੱਕ ਤੁਹਾਡੀ ਬਾਡੀ ਆ। ਫਿਰ ਆਪਣੇ ਸਾਹਾਂ 'ਤੇ ਆ ਜਾਓ, ਸਾਹਾਂ ਤੋਂ ਆਉਂਦੇ ਫਿਰ ਸਾਹਾਂ 'ਤੇ ਚੱਲੀ ਜਾਓ, ਵਿੱਚ ਬ੍ਰੈਥ ਵਿਟਨੈਸਿੰਗ ਕਰੀ ਜਾਓ। ਵਿੱਚ ਜਿੱਥੇ ਬ੍ਰੈਥ ਵਿਟਨੈਸਿੰਗ ਭੁੱਲ ਜਾਓਗੇ ਉੱਥੇ ਵਿਚਾਰ ਆਉਣਗੇ, ਵਿਚਾਰਾਂ ਦਾ ਮੰਥਨ ਪਾਓ। ਫਿਰ ਜਦੋਂ ਯਾਦ ਆ ਜਾਏ ਮੈਂ ਤਾਂ ਬ੍ਰੈਥ ਵਿਟਨੈਸਿੰਗ ਕਰ ਰਿਹਾ, ਫਿਰ ਬ੍ਰੈਥ ਵਿਟਨੈਸਿੰਗ ਕਰ ਲਓ, ਫਿਰ ਵਿਚਾਰ ਆ ਜਾਣਗੇ। ਸੋ ਬਰੀਦਿੰਗ ਵਿਚਾਰ, ਸਾਹ ਵਿਚਾਰ ਦਾ ਖੇਲ ਖੇਲੋ। ਤਾਂ ਉਹ ਵੀ ਠੀਕ ਹੈ। ਉਹ ਨਹੀਂ ਮੈਂ ਨਹੀਂ ਕਹਿ ਰਿਹਾ ਕੋਈ ਮੈਥਡ ਗਲਤ ਹੈ, ਲੇਕਿਨ ਇੰਡੀਅਨ ਮਾਈਂਡ ਜਿਹੜਾ ਉਹਦੇ ਲਈ ਮੈਨੂੰ ਆ ਅੱਛਾ ਲੱਗਿਆ। ਇਹਦੇ ਨਾਲ ਅਸੀਂ ਜਿਹੜੀ ਆਪਾਂ ਪਹਿਲੀ ਗੱਲ ਕੀਤੀ ਸੀ ਉਹਦੇ ਨਾਲ ਵੀ ਜੁੜ ਜਾਂਦੇ ਹਾਂ। ਉਹਦੇ 'ਚ ਸਿਰਫ ਆਪਣੇ ਆਪ 'ਚ ਰਹਿ ਗਏ ਆਪਾਂ ਵਿਚਾਰਾਂ ਤੱਕ, ਲੇਕਿਨ ਜਦੋਂ ਆਪਾਂ ਜਿਹੜੇ ਵਾਹਿਗੁਰੂ ਦਾ ਜਾਪ ਨਾਲ ਜੋੜ ਲਿਆ ਤਾਂ ਵਾਹਿਗੁਰੂ ਜਾਪ 'ਚ ਜਿਹੜੀ ਵੱਡੀ ਸਭ ਤੋਂ ਸ਼ਕਤੀ ਹੈ, ਜਿੱਥੋਂ ਆ ਰਿਹਾ ਸਾਰਾ ਕੁਛ, ਜਿਹਦੇ ਨਾਲ ਜੁੜ ਕੇ ਸਭ ਕੁਛ ਚੱਲ ਰਿਹਾ ਹੈ, ਉਹ ਵੀ ਨਾਲ ਜੁੜ ਗਿਆ। ਸੋ ਵਾਹਿਗੁਰੂ ਜਾਪ ਜਿਹੜਾ ਉਹਨੂੰ ਸਾਹਾਂ ਨਾਲ ਜੋੜ ਕੇ ਆਪਾਂ ਵਾਹਿਗੁਰੂ ਜਾਪ ਕਰਦੇ ਹਾਂ। ਪਹਿਲਾਂ ਸਲੋ ਸਪੀਡ 'ਚ, ਫਿਰ ਮੀਡੀਅਮ ਸਪੀਡ 'ਚ, ਫਿਰ ਹਾਈ ਸਪੀਡ 'ਚ, ਫਿਰ ਸੁਪਰ ਹਾਈ ਸਪੀਡ 'ਚ ਵੀ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਥਾਟ ਵਿਟਨੈਸਿੰਗ। ਫਿਰ ਅਗਰ ਇੱਕ ਥਾਟ ਵਿਟਨੈਸਿੰਗ 'ਚ ਥੋੜ੍ਹਾ ਜਿਹਾ ਮਨ ਉੱਭ ਗਿਆ ਤਾਂ ਫਿਰ ਦੁਬਾਰਾ ਸੈਕਿੰਡ ਸਾਈਕਲ ਸ਼ੁਰੂ ਕਰ ਲਓ ਵਾਹਿਗੁਰੂ ਜਾਪ ਦਾ, ਅਗਰ ਟਾਈਮ ਹੈਗਾ ਤਾਂ ਮੈਂ ਦੇਖਿਆ ਕਿ ਇੱਕ ਸਾਈਕਲ 'ਚ ਵੀ ਤੁਹਾਨੂੰ ਬਹੁਤ ਅੱਛਾ ਲੱਗੇਗਾ, ਲੇਕਿਨ 3 ਸਾਈਕਲਾਂ ਬਾਅਦ ਤਾਂ ਤੁਹਾਨੂੰ ਲੱਗੇਗਾ ਕਿਆ ਬਾਤ ਹੈ ਯਾਰ, ਗੱਲ ਹੀ ਬੜੀ ਵਧੀਆ। ਸੋ 3 ਸਾਈਕਲ ਇੱਕ ਸਾਈਕਲ 'ਚ ਲਗਭਗ 10-15 ਮਿੰਟ ਲੱਗ ਜਾਂਦੇ ਆ, ਇੱਕ ਸਾਈਕਲ ਨੂੰ ਰਿਪੀਟ ਕਰਦੇ 10-15 ਮਿੰਟ ਲੱਗਦੇ ਆ। ਜਿੰਨਾ ਬਾਕੀ ਕੋਈ ਇੰਸਟਰਕਸ਼ਨ 'ਤੇ ਨਹੀਂ ਜਾਣਾ, ਬਰੋਡ ਇੰਸਟਰਕਸ਼ਨ ਫੋਲੋ ਕਰਨੀਆਂ ਨੇ, ਬਾਕੀ ਅੰਦਰੋਂ ਆਵਾਜ਼ ਆਈ ਜਾਏਗੀ। ਜਦੋਂ ਕਰੋਗੇ ਤਾਂ ਅੰਦਰੋਂ ਤੋਂ ਕੋਈ ਤੁਹਾਨੂੰ ਅਦਿੱਖ ਸ਼ਕਤੀ ਗਾਈਡ ਕਰੇਗੀ, ਤੁਹਾਨੂੰ ਅਦਿੱਖ ਸ਼ਕਤੀ ਕਹੇਗੀ ਵੀ ਆਹ ਤੇਜ਼ ਵਾਲਾ ਕਰ ਇਹ ਜ਼ਿਆਦਾ ਅੱਛਾ ਹੈ, ਉਹ ਕਹੇਗੀ ਨਹੀਂ ਸਲੋ ਵਾਲਾ ਜ਼ਿਆਦਾ ਅੱਛਾ ਹੈ। ਜਿੱਦਾਂ ਦੀ ਆਵਾਜ਼ ਅੰਦਰੋਂ ਆ ਰਹੀ ਹੈ ਸੇਮ ਕਰਕੇ ਦੇਖੋ, ਤਾਂ ਉਹਦੇ ਜਿਹੜੀ ਫੀਲਿੰਗ ਆਏਗੀ ਤੁਹਾਨੂੰ ਫੀਲ ਗੁੱਡ, ਅੱਛਾ ਲੱਗੇਗਾ, ਬਹੁਤ ਅੱਛਾ ਲੱਗੇਗਾ, ਸੂਦਿੰਗ ਲੱਗੇਗਾ, ਖੁਸ਼ ਆਨੰਦ ਦੀ ਫੀਲਿੰਗ ਆਏਗੀ। ਉਹਨੂੰ ਫੋਲੋ ਕਰੋ। ਫਿਰ ਬਾਹਰਲੀ ਮੇਰੀ ਗੱਲ ਦੀ ਜਾਂ ਕਿਸੇ ਦੀ ਗੱਲ ਦੀ ਮਹੱਤਤਾ ਨਹੀਂ ਹੈ, ਸਿਰਫ ਉਹ ਮਹੱਤਤਾ ਸ਼ੁਰੂ 'ਚ ਹੈ ਤੁਰਨ ਵਾਸਤੇ। ਜਦੋਂ ਤੁਰ ਪਏ ਤਾਂ ਤੁਰ ਕੇ ਤੁਹਾਨੂੰ ਬੜਾ ਕੁਛ ਜਿਹੜੀ ਗਾਈਡੈਂਸ ਮਿਲੇਗੀ, ਤਾਂ ਉਹਨੂੰ ਫੋਲੋ ਕਰਦੇ ਆਪਾਂ ਟੈਕਨੀਕ ਵਰਤਾਂਗੇ ਤਾਂ ਮੈਡੀਟੇਸ਼ਨ ਜਿਹੜਾ ਇਹ ਕੁਆਂਟਮ ਹੀਲਿੰਗ ਦਾ ਬਹੁਤ ਸੁਪਰ ਟੈਕਨੀਕ ਹੈ, ਸਭ ਤੋਂ ਸੁਪਰ ਟੈਕਨੀਕ ਹੈ। ਕੁਛ ਲੱਗਣਾ ਨਹੀਂ, ਮਿਲਣਾ ਹੀ ਮਿਲਣਾ, ਅਚੀਵ ਕਰਨ ਨੂੰ ਸਭ ਕੁਛ ਹੈ, ਗਵਾਉਣ ਨੂੰ ਕੁਛ ਵੀ ਨਹੀਂ ਹੈ। ਤਾਂ ਇਸ ਕਰਕੇ ਇਸ ਟੈਕਨੀਕ ਨੂੰ ਆਪਾਂ ਫੋਲੋ ਕਰਾਂਗੇ ਤਾਂ ਇਹ ਫਿਜ਼ੀਕਲ ਹੈਲਥ ਵੀ ਦੇ ਸਕਦਾ, ਇਹ ਮੈਂਟਲ ਹੈਲਥ ਵੀ ਦੇ ਸਕਦਾ, ਸਪਿਰਿਚੁਅਲ ਹੈਲਥ ਵੀ ਦੇ ਸਕਦਾ, ਇਹ ਸਮਾਜਿਕ ਹੈਲਥ ਵੀ ਦੇ ਸਕਦਾ। ਸਮਾਜ ਨਾਲ ਤੁਹਾਡਾ ਰਿਸ਼ਤਾ ਹੀ ਬਦਲ ਜਾਏਗਾ, ਤੁਹਾਨੂੰ ਬੰਦੇ ਚੰਗੇ ਲੱਗਣ ਲੱਗ ਜਾਣਗੇ, ਸਾਰਾ ਜੀਵ ਜੰਤੂ ਚੰਗੇ ਲੱਗਣ ਲੱਗ ਜਾਣਗੇ। ਤੁਹਾਨੂੰ ਹੋ ਸਕਦਾ ਮੇਰੇ ਨਾਲ ਬੜਾ ਵਾਪਰਿਆ। ਮੈਂ ਆਪਣੇ ਡਾਕਟਰ ਕਲੋਨੀ 'ਚ ਕੁੱਤੇ ਬੜਾ ਤੰਗ ਕਰਦੇ ਸੀਗੇ, ਮੈਂ ਕੁੱਤਿਆਂ ਪ੍ਰਤੀ ਬੜਾ ਨੈਗੇਟਿਵ ਜਿਹਾ ਐਟੀਟਿਊਡ ਅਡੋਪਟ ਕਰ ਲਿਆ। ਅਤੇ ਮੈਨੂੰ ਜਦੋਂ ਮੈਂ ਦੇਖਿਆ ਕਰ ਮੈਨੂੰ ਖਿਝਾਇਆ ਕਰੇ ਕੁੱਤਿਆਂ ਤੋਂ, ਅਤੇ ਕੁੱਤੇ ਮੈਨੂੰ ਦੇਖ ਕੇ ਭੌਂਕਣ ਲੱਗ ਜਾਇਆ ਕਰੇ। ਫਿਰ ਮੈਂ ਸੋਚਿਆ ਵੀ ਇਹ ਕੀ ਪ੍ਰੋਬਲਮ, ਮੈਨੂੰ ਦੇਖ ਕੇ ਭੌਂਕਣ ਲੱਗ ਜਾਂਦੇ ਇਹਦਾ। ਅੱਛਾ ਮੈਂ ਫਿਰ ਮੈਨੂੰ ਗੱਲ ਇੱਕਦਮ ਸਟਰਾਈਕ ਕੀਤੀ ਵੀ ਇਹ ਗੱਲ ਹੀ ਉਹਦਾ ਕੁੱਤਿਆਂ ਪ੍ਰਤੀ ਤੋਂ ਨੈਗੇਟਿਵ ਐਟੀਟਿਊਡ ਹੈ, ਕੁੱਤਿਆਂ ਦਾ ਤੇਰੇ ਪ੍ਰਤੀ ਨੈਗੇਟਿਵ ਐਟੀਟਿਊਡ ਹੈ। ਮੈਂ ਚੇਂਜ ਕਰਤਾ, ਐਟੀਟਿਊਡ ਚੇਂਜ ਕਰਤਾ। ਮੈਂ ਕੁੱਤਿਆਂ ਨੂੰ ਬਿਲਕੁਲ ਝਿੜਕਣਾ ਬੰਦ ਕਰਤਾ, ਬੈਠੇ ਮੇਰੇ ਸਾਹਮਣੇ ਖੜੇ ਨੂੰ ਮੈਂ ਕੁਛ ਨਹੀਂ। ਆਈ ਵਾਜ਼ ਵੰਡਰਸਟਕ, ਕੁੱਤਿਆਂ ਨੇ ਮੈਨੂੰ ਦੇਖ ਕੇ ਭੌਂਕਣਾ ਬੰਦ ਕਰਤਾ, ਆਰਾਮ ਨਾਲ ਬੈਠੇ ਰਹਿੰਦੇ। ਪਹਿਲਾਂ ਮੈਨੂੰ ਦੂਰੋਂ ਦੇਖ ਕੇ ਨਾ ਉਹ ਗੂੰ ਕਰਦੇ ਹੋ ਤਾਂ ਸਾਈਡ 'ਤੇ ਜਾਣਾ ਵੀ ਕੁਛ ਸਾਨੂੰ ਝਿੜਕੇਗਾ ਜਾਂ ਮਾਰੇਗਾ ਜਾਂ ਕੁਛ ਕਰੇਗਾ। ਤਾਂ ਜਦੋਂ ਮੈਂ ਆਪਣਾ ਐਟੀਟਿਊਡ ਚੇਂਜ ਕੀਤਾ, ਉਹ ਕੁੱਤੇ ਉਹ ਆਰਾਮ ਨਾਲ ਉਹਨੇ ਬੈਠੇ ਰਹਿਣਾ, ਜਿੱਥੇ ਬੈਠੇ ਹੁੰਦੇ ਉੱਥੇ ਬੈਠੇ, ਮੈਂ ਆਪਣਾ ਆਰਾਮ ਨਾਲ ਕੰਮ। ਤਾਂ ਇੱਕ ਬੜੀ ਸਾਇਲੈਂਟਲੀ ਬੜੀ ਸੂਖਮ ਢੰਗ ਨਾਲ ਜਿਹੜੀ ਗੱਲ ਅਪਰੇਟ ਕਰਦੀ ਹੈ। ਤੁਸੀਂ ਕੁੱਤੇ 'ਤੇ ਗੱਲ ਅਪਰੇਟ ਕਰ ਗਈ ਤਾਂ ਬੰਦੇ 'ਤੇ ਕਿਉਂ ਨਹੀਂ ਕਰੇਗੀ? ਤਾਂ ਤੁਹਾਡੀ ਸਾਰੀ ਬਾਡੀ ਲੈਂਗੁਏਜ ਬਦਲ ਜਾਏਗੀ, ਥੋੜ੍ਹਾ ਚਿਹਰਾ ਮੋੜਾ ਬਦਲ ਜਾਏਗਾ, ਤੁਹਾਡੇ ਚਿਹਰੇ ਦੇ ਉੱਪਰ ਜਿਹੜਾ ਰਿਲੈਕਸਡ ਫੀਲਿੰਗ ਆਏਗੀ, ਟੈਂਸ ਫੀਲਿੰਗ ਨਹੀਂ ਆਏਗੀ। ਅਤੇ ਉਹ ਅੱਗੋਂ ਬਾਡੀ ਜਿੱਦਾਂ ਬਾਕੀ ਲੋਕ ਰਿਸਪੌਂਡ ਕਰਨਗੇ ਉਹ ਵੀ ਉਸੇ 'ਚ ਕਰਨਗੇ, ਜਿੱਦਾਂ ਦਾ ਤੁਹਾਡੀ ਬਾਡੀ ਲੈਂਗੁਏਜ ਹੁੰਦੀ ਹੈ ਮੋਸਟਲੀ ਅਗਲਾ ਬੰਦਾ ਉੱਦਾਂ ਰਿਸਪੌਂਡ ਕਰਦਾ। ਅਤੇ ਇਸ ਕਰਕੇ ਤੁਹਾਡੇ ਰਿਸ਼ਤੇ ਬਦਲ ਜਾਣਗੇ, ਤੁਹਾਡੇ ਪਰਿਵਾਰ 'ਚ ਵਧੀਆ ਲੱਗੇਗਾ, ਦੋਸਤਾਂ ਮਿੱਤਰਾਂ 'ਚ ਹੋਣਾ, ਸਾਰਿਆਂ 'ਚ ਤੁਸੀਂ ਪਪੂਲਰ ਹੋ ਜਾਓਗੇ। ਜੇ ਤੁਹਾਡਾ ਕੋਈ ਬਿਜ਼ਨਸ ਚਲਾ ਰਹੇ ਹੋ, ਬਿਜ਼ਨਸ 'ਚ ਵੀ ਫਾਇਦਾ ਹੋਏਗਾ, ਤੁਹਾਨੂੰ ਤਾਂ ਸਾਰੇ ਲੋਕ ਚਾਹਣਗੇ, ਤੁਹਾਨੂੰ ਮਤਲਬ ਜਿਹੜੀ ਤੁਸੀਂ ਮੋਸਟ ਵਾਂਟਡ ਵਾਲੀ ਜਿਹੜੀ ਕੈਟੇਗਰੀ 'ਚ ਆ ਜਾਓਗੇ ਦੋਸਤਾਂ ਦੀ 'ਚ। ਤਾਂ ਇਹ ਸਾਰਾ ਵਰਤਾਰਾ ਜਿਹੜਾ ਬੜਾ ਕਮਾਲ ਦਾ ਵਰਤਾਰਾ। ਸੋ ਇਹ ਹੀਲਿੰਗ ਕਰਦਾ, ਬਿਮਾਰੀਆਂ ਨੂੰ ਵੀ ਹੀਲ ਕਰਦਾ, ਮਨ ਨੂੰ ਵੀ ਹੀਲ ਕਰਦਾ, ਤੁਹਾਡੀ ਸਪਿਰਿਚੁਅਲ ਹੀਲਿੰਗ ਵੀ ਕਰਦਾ, ਸਮਾਜਿਕ ਤੌਰ 'ਤੇ ਤੁਹਾਨੂੰ ਜੋੜਦਾ, ਔਰ ਤੁਹਾਡੇ ਜਿਹੜੇ ਕੰਮਕਾਰ ਹੈ, ਬਿਜ਼ਨਸ ਹੈ, ਉਹਦੇ ਵਿੱਚ ਵੀ ਹੈਲਪਫੁਲ ਹੁੰਦਾ। ਸੋ ਇਹ ਟੈਕਨੀਕ ਜਿਹੜਾ ਮੈਂ ਸਮਝਦਾ ਕਿ ਅਡੋਪਟ ਕਰਨਾ ਚਾਹੀਦਾ। ਅਤੇ ਉਸ ਤੋਂ ਅਗਲੀ ਜਿਹੜੀ ਸਟੇਜ ਹੈ, ਜਿਹਨਾਂ ਲੋਕਾਂ ਕੋਲ ਟਾਈਮ ਘੱਟ ਹੁੰਦਾ ਹੈ, ਉਹ ਆਪਾਂ ਅਗਲੀ ਵੀਡੀਓ ਮੇਰੇ ਖਿਆਲ 'ਚ ਬਣਾਵਾਂਗੇ ਆਪਾਂ, ਕਿ ਸਟਰੈਚਿੰਗ ਨਾਲ ਕਿਵੇਂ ਜੋੜ ਕੇ ਵਾਹਿਗੁਰੂ ਮੰਤਰ, ਇਹ ਤਿੰਨੇ ਚੀਜ਼ਾਂ ਇਕੱਠੀਆਂ ਜੁੜੀਆਂ ਜਾ ਸਕਦੀਆਂ। ਅੱਜ ਤਾਂ ਆਪਾਂ ਸਿਰਫ ਵਾਹਿਗੁਰੂ ਜਾਪ 'ਤੇ ਜਿਹੜੇ ਨੇ ਉਹ ਸੈਂਟਰ ਜੋੜੇ ਆ ਕਿ ਸੈਂਟਰਾਂ ਦੀ ਕਿਵੇਂ। ਅੱਛਾ ਇੱਕ ਗੱਲ ਜਿਹੜੀ ਰਹਿ ਗਈ,
ਕਿ ਥੱਲੜੇ 2 ਸੈਂਟਰ 3 ਸੈਂਟਰ ਰਹਿ ਗਏ, ਮਨੀਪੁਰ, ਸਵਾਦਿਸਥਾਨ ਤੇ ਮੂਲਾਧਾਰ। ਉਹ ਜਿਹੜੇ ਨੇ ਉਹ ਵਾਹਿਗੁਰੂ ਜਾਪ ਕਰਦੇ ਕਰਦੇ ਕਪਾਲਭਾਤੀ ਪ੍ਰਾਣਾਯਾਮ ਕਰਾਂਗੇ ਤਾਂ ਮਨੀਪੁਰ ਅੱਜ ਸਟਿਮੂਲੇਟ ਹੋਏਗਾ ਤੇ ਸਵਾਦਿਸਥਾਨ ਹੋਏਗਾ। ਤੇ ਮੂਲਾਧਾਰ ਚੱਕਰ ਨੂੰ ਸਟਿਮੂਲੇਟ ਕਰਨ ਵਾਸਤੇ ਆਪਣੀ ਏਨਸ ਨੂੰ ਕੰਟਰੈਕਟ ਕਰਨਾ, ਵਾਹਿਗੁਰੂ ਜਾਪ ਦੇ ਨਾਲ ਜੁੜ ਕੇ ਜਦੋਂ ਸਾਹ ਲਿੱਤਾ ਨਾਲ ਦੀ ਏਨਸ ਕੰਟਰੈਕਟ ਕਰ ਲੈਣਾ। ਜਿਹੜੀ ਆਪਣੀ ਲੈਟਰਿਨ ਵਾਲੀ ਗੁਦਾ ਹੈ, ਜਿਹੜੀ ਗੁਦਾ ਨੂੰ ਅੰਦਰ ਨੂੰ ਖਿੱਚਣਾ, ਉੱਥੇ ਮੂਲਾਧਾਰ ਸੈਂਟਰ ਹੁੰਦਾ। ਤੇ ਉਹ ਜਦੋਂ ਉਹ ਨਾਲ ਹਲਕੇ ਜਿਹੇ ਪ੍ਰਾਣਾਯਾਮ ਨੇ, ਦੋਨੋਂ ਹੀ ਹੈ। ਉਹਨੂੰ ਇੱਕ ਨੂੰ ਕਹਿੰਦੇ ਅਸ਼ਵਨੀ ਕਿਰਿਆ ਯੋਗ 'ਚ, ਜਦੋਂ ਮੂਲਾਧਾਰ ਸੈਂਟਰ ਆਪਣੇ ਗੁਦਾ ਨੂੰ ਖਿੱਚਦੇ ਆਪਾਂ, ਉਹਨੂੰ ਯੋਗਾ 'ਚ ਕਿਹਾ ਜਾਂਦਾ ਅਸ਼ਵਨੀ ਕਿਰਿਆ। ਅਸ਼ਵਨੀ ਕਿਰਿਆ ਨਾਲ ਕਰ ਸਕਦੇ ਆਪਾਂ, ਉਹਨੂੰ ਡੈਮੋਸਟਰੇਟ ਨਹੀਂ ਹੋ ਸਕਦੀ ਉਹ, ਕਿਉਂਕਿ ਉਹ ਦਿਖਦੀ ਨਹੀਂ ਹੈ। ਅਸ਼ਵਨੀ ਕਿਰਿਆ ਕਰ ਸਕਦੇ ਹਾਂ, ਕਪਾਲਭਾਤੀ ਨਾਲ ਕਰ ਸਕਦੇ ਹਾਂ। ਤੇ ਵਿਚਾਲੇ ਆ ਗਿਆ ਤੁਹਾਡਾ ਸਹਿਸਰਾਰ, ਸਵਾਦਿਸਥਾਨ ਪੂਰਬੀ ਘੁੰਮਦੇ ਬਿਲਕੁਲ ਹੁੰਦਾ। ਇਹ 3 ਸੈਂਟਰ ਹੁੰਦੇ, ਇਹ ਹੁੰਦੇ ਆ ਰਿਪਰੋਡਕਸ਼ਨ ਦੇ ਸੈਂਟਰ, ਤੁਹਾਡੀ ਜਿਵੇਂ ਦੁਨਿਆਵੀ ਸੈਂਟਰ ਨੇ ਇਹ। ਮਨੀਪੁਰ ਤੁਹਾਡੇ ਪੇਟ ਦਾ ਖਾਣਾ ਖਾਣ ਵਾਸਤੇ ਖਾਣਾ ਜਾਮ ਕਰਨ ਲਈ ਹੈ, ਥੱਲੜੇ ਦੋਨੋਂ ਸੈਂਟਰ ਤੁਹਾਡੀ ਸੁਸੂ ਕਰਨ ਲਈ, ਪਾਟੀ ਕਰਨ ਲਈ, ਰਿਪਰੋਡਕਸ਼ਨ ਕਰਨ ਲਈ, ਸੈਕਸ ਲਈ ਉਹ ਵਰਤੇ ਜਾਂਦੇ। ਇਹ ਦੁਨਿਆਵੀ ਸੈਂਟਰ ਨੇ, ਇਹ ਅਧਿਆਤਮਿਕ ਸੈਂਟਰ ਮੰਨੇ ਜਾਂਦੇ ਉੱਪਰਲੇ। ਉਹ ਸਾਰੇ ਸੈਂਟਰ ਅਸੀਂ ਵਾਹਿਗੁਰੂ ਜਾਪ ਨਾਲ ਜੋੜ ਕੇ ਇਹਨਾਂ ਨੂੰ ਬੈਲੈਂਸ ਕਰ ਸਕਦੇ ਹਾਂ। ਹੌਲੀ ਹੌਲੀ ਸਾਰੇ ਸੈਂਟਰ ਬੈਲੈਂਸ ਹੋਣ ਲੱਗ ਜਾਣਗੇ। ਤੁਹਾਡੀ ਈਵਨ ਥੱਲੇ ਦੀਆਂ ਸਮੱਸਿਆਵਾਂ, ਜਾਂ ਅਸ਼ਵਨੀ ਕਿਰਿਆ ਕਰਨ ਵਾਲੇ ਬੰਦੇ ਦਾ ਪ੍ਰੋਸਟੇਟ ਨਹੀਂ ਹੋਊਗਾ, ਉਹਨੂੰ ਕਬਜੀ ਨਹੀਂ ਹੋਊਗੀ, ਉਹਨੂੰ ਬਵਾਸੀਰ ਨਹੀਂ ਹੋਊਗੀ। ਅਤੇ ਇਹ ਸਾਰੀਆਂ ਜਿਹੜਾ ਬੰਦਾ ਕਪਾਲਭਾਤੀ ਕਰ ਰਿਹਾ ਨਾਲ ਉਹਨੂੰ ਪੇਟ ਦੀ ਸਮੱਸਿਆਵਾਂ ਬਹੁਤ ਘੱਟ ਜਾਣਗੀਆਂ। ਤਾਂ ਉਹ ਕਪਾਲਭਾਤੀ ਇੱਕ ਇਹੋ ਜਿਹਾ ਪ੍ਰਾਣਾਯਾਮ ਹੈ ਜਿਹੜਾ ਇੱਥੋਂ ਤੱਕ ਅਸਰ ਹੁੰਦਾ। ਉਹ ਫਿਰ ਉਹ ਕਪਾਲਭਾਤੀ ਖੁਦ ਇਹੋ ਜਿਹਾ ਕਿ ਜਦੋਂ ਤੁਸੀਂ ਕਪਾਲਭਾਤੀ ਨਾਲ ਸ਼ੁਰੂ ਕਰਤਾ, ਕਪਾਲਭਾਤੀ ਆਪਾਂ ਡੈਮੋਸਟ੍ਰੇਟ ਕਰਨ ਦੀ ਲੋੜ ਨਹੀਂ, ਮੈਂ ਬਹੁਤ ਲੋਕ ਜਾਣਦੇ ਆ। ਉਹ ਬਾਬਾ ਰਾਮਦੇਵ ਨੇ ਬਹੁਤ ਪਾਪੂਲਰ ਕੀਤਾ। ਤਾਂ ਜਿਹੜਾ ਜਰਕ ਦੇਣੀ ਪੇਟ ਨੂੰ, ਤਾਂ ਜਰਕ ਦੇਣੀ ਜਿਹੜੀ ਪੇਟ ਨੂੰ, ਉਹ ਨਾਲ ਹੀ ਕਰਨ ਲੱਗ ਜਾਂਗੇ ਵਾਹਿਗੁਰੂ ਜਾਪ ਦੇ, ਤਾਂ ਇੱਥੋਂ ਤੱਕ ਉਹ ਸਟਿਮੂਲੇਟ ਕਰਦਾ। ਸੋ ਇਹ ਸਾਰਾ ਕੁਝ ਆਪਸ 'ਚ ਜੁੜਿਆ ਹੋਇਆ। ਤਾਂ ਇੱਦਾਂ ਜਿਹੜਾ ਕਰਾਂਗੇ ਆਪਾਂ, ਤਾਂ ਇਹ ਜਿਹੜਾ ਕੁਆਂਟਮ ਹੀਲਿੰਗ ਦਾ ਬਹੁਤ ਹੀ ਸੌਖਾ, ਬਹੁਤ ਹੀ ਆਸਾਨ, ਮੁਫਤ ਇਹੋ ਜਿਹਾ ਤਰੀਕਾ ਹੈ ਜਿਹਦੇ 'ਚ ਗੇਨ ਹੀ ਗੇਨ ਹੈ, ਮਤਲਬ ਪ੍ਰਾਪਤੀ ਹੈ। ਇਹ 'ਚ ਕੁਝ ਵੀ ਲੱਗਦਾ ਨਹੀਂ। ਡਾਕਟਰ ਸਾਹਿਬ ਜਾਂਦਿਆਂ ਨੇ ਜੇ ਇਹ ਗੱਲ ਨਾ ਕੀਤੀ ਤਾਂ ਫਿਰ ਸ਼ਾਇਦ ਇਹ ਵੀਡੀਓ ਅਧੂਰੀ ਰਹਿ ਜਾਏਗੀ। ਕਿ ਜਿਹੜੇ ਆਪਾਂ ਅਕਸਰ ਵੇਖਦੇ ਹਾਂ ਕਿ ਜਦੋਂ ਕਿਤੇ ਕੀਰਤਨ ਦਰਬਾਰ ਚੱਲ ਰਿਹਾ ਹੁੰਦਾ, ਉਦੋਂ ਬਹੁਤ ਸਾਰੇ ਸੰਤ ਸਮਾਜ ਜਿਹੜਾ ਇਕੱਠਾ ਹੋ ਕੇ ਸਟੇਜ ਦੇ ਉੱਤੇ ਬੈਠਾ ਹੁੰਦਾ, ਤਾਂ ਉਹ ਇੱਕਦਮ ਉਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਸਿਰ ਵੀ ਨਾਲ ਹਵਾ ਰਹੇ ਹੁੰਦੇ ਨੇ। ਅਤੇ ਉਹਦੇ ਪਿੱਛੇ ਵੀ ਕੁਛ ਇਹੀ ਸਾਇੰਸ ਛੁਪੇ ਨੇ। ਬਾਡੀ ਰਿਦਮ ਨਾਲ ਹੁੰਦੀ ਹੈ। ਜਿੱਦਾਂ ਆਪਾਂ ਮਿਊਜ਼ਿਕ ਹੈ, ਜੇ ਮਿਊਜ਼ਿਕ ਸ਼ੁਰੂ ਕਰ ਲਈਏ ਤਾਂ ਤੁਸੀਂ ਮੰਗੋਗੇ ਕਿ ਬਹੁਤੇ ਲੋਕ ਜਾਂਦਾ ਪੈਰ ਲਾ ਰਹੇ ਹੁੰਦੇ ਆ ਜਾਂ ਹੱਥਾਂ ਨੂੰ ਕੁਛ ਨਾ ਕੁਛ ਕਰ ਰਹੇ ਹੁੰਦੇ ਆ। ਕਿਉਂਕਿ ਮਿਊਜ਼ਿਕ ਜਿਹੜੇ ਹੁੰਦਾ, ਰਾਗ ਜਿਹੜੇ ਨੇ, ਉਹਦੇ ਨਾਲ ਬਾਡੀ ਵੀ ਰਿਸੀਵ ਕਰ ਰਹੀ ਹੈ, ਸਾਡੀ ਬਾਡੀ ਵੀ ਰਿਸੀਵ ਕਰ ਰਹੀ ਹੈ ਨਾ। ਕਿਉਂਕਿ ਮਾਈਂਡ ਜਿਹੜਾ ਹੁੰਦਾ, ਮਾਈਂਡ ਇਕੱਲਾ ਬ੍ਰੇਨ 'ਚ ਨਹੀਂ ਹੁੰਦਾ, ਬਾਡੀ ਦੇ ਹਰ ਸੈੱਲ 'ਚ ਮਾਈਂਡ ਹੈ। ਸੋ ਮਾਈਂਡ ਆਪਾਂ ਬਹੁਤੀ ਵਾਰੀ ਬ੍ਰੇਨ ਨਾਲ ਜੋੜ ਲੈਂਦੇ, ਬ੍ਰੇਨ 'ਚ ਮਾਈਂਡ ਨਾ, ਬ੍ਰੇਨ ਸਿਰਫ ਮਾਈਂਡ ਨੂੰ ਕੋਆਰਡੀਨੇਟ ਕਰ ਰਿਹਾ, ਉਹਦਾ ਕੋਆਰਡੀਨੇਟਰ ਹੈ ਇਹ, ਉਹਦਾ CPU ਹੈ। ਲੇਕਿਨ ਮਾਈਂਡ ਹਰ ਥਾਂ 'ਤੇ ਹੈ, ਹਰ ਸੈੱਲ 'ਚ। ਸੋ ਜਦੋਂ ਆਪਾਂ ਵਾਹਿਗੁਰੂ ਜਾਪ ਕਰ ਰਹੇ ਹਾਂ ਤਾਂ ਜ਼ਰੂਰੀ ਅਸੀਂ ਕੁਛ ਨਾ ਕੁਛ ਨਾਲ ਬਾਡੀ ਹਿੱਲ ਜਾਏਗੀ, ਅੱਛੀ ਗੱਲ ਹੈ। ਜਿਹੜੇ ਸੂਫੀ ਸੰਤ ਹੁੰਦੇ ਸੀ, ਗੋਲ ਗੋਲ ਘੁੰਮਦੇ ਸੀ, ਪੁਰਾਣੇ ਭੂਤ ਪ੍ਰੇਤ ਕੱਢਦੇ ਸੀਗੇ, ਉਹ ਵੀ ਤਾਂ ਉਹ ਕਿਤੇ ਨਾ ਕਿਤੇ ਆਊਟਲੈਟ ਸੀ, ਕਥਾਰਸਿਸ ਸੀਗਾ। ਕਿ ਜਦੋਂ ਆਪਾਂ ਕੋਈ ਮੰਤਰ ਜਾਪ ਕਰ ਰਹੇ ਹਾਂ ਤਾਂ ਉਹਦੇ ਨਾਲ ਅਗਰ ਗੋਲ ਥੋੜ੍ਹੇ ਘੁੰਮ ਰਹੇ ਹਾਂ ਤਾਂ ਦੈਟਸ ਉਹਦੇ 'ਚ ਕੋਈ ਹਰਜ ਨਹੀਂ, ਉਹ ਆਟੋਮੈਟਿਕ ਘੁੰਮਣ ਲੱਗ ਜਾਂਦਾ। ਤੁਹਾਨੂੰ ਕਰਨ ਦੀ ਵੀ ਲੋੜ ਨਹੀਂ ਪੈਣੀ, ਤੁਹਾਡਾ ਜੀ ਕਰੇਗਾ ਵੀ ਤੁਸੀਂ ਐਂ ਕਰਕੇ ਕਰੋ, ਜੈਸੇ ਕੁਛ ਨਾ ਕੁਛ ਕਰੋ। ਜੇ ਜੀ ਕਰ ਰਿਹਾ ਤਾਂ ਕੋਈ ਗੱਲ ਨਹੀਂ, ਕੋਈ ਚਿੰਤਾ ਨਹੀਂ, ਵਧੀਆ ਗੱਲ ਹੈ। ਹੁਣ ਥੋੜ੍ਹਾ ਜਿਹਾ ਇਹ ਵੀ ਦੱਸ ਦਿਓ ਵੀ ਅਗਲੀ ਵਾਰ ਆਪਾਂ ਨੇ ਕੀ ਡਿਮੋਨਸਟ੍ਰੇਟ ਕਰਨਾ, ਤਾਂ ਕਿ ਉਹਨਾਂ ਦੇ ਦਰਸ਼ਕਾਂ ਦੇ ਦਿਮਾਗ 'ਚ ਰਹੇ ਅਤੇ ਉਹ ਸਵਾਲ ਆਪਾਂ ਨੂੰ ਕਰ ਸਕਣ ਉਹਦੇ ਮੁਤਾਬਕ। ਅਗਲੀ ਵਾਰੀ ਆਪਾਂ ਨੂੰ ਜਿਹੜਾ ਹੈਗਾ ਨਾ, ਸਟ੍ਰੈਚਿੰਗ ਨਾਲ ਜੋੜ ਕੇ ਵਾਹਿਗੁਰੂ ਜਾਪ ਕਿੱਦਾਂ ਕਰਨਾ, ਇਹ ਅੱਜ ਜੋ ਕੀਤਾ ਇਹਦੇ 'ਚ ਇੱਕ ਹੋਰ ਚੀਜ਼ ਜੋੜ ਸਕਦੇ ਹਾਂ ਆਪਾਂ, ਸਟ੍ਰੈਚਿੰਗ ਐਕਸਰਸਾਈਜ਼। ਪੂਰਾ ਹੋ ਜਾਏਗਾ ਕਿ ਟੈਪਿੰਗ ਵੀ ਨਾਲ ਲੈ ਲਈ? ਨਹੀਂ, ਟੈਪਿੰਗ ਅਲੱਗ ਕਰਾਂਗੇ। ਟੈਪਿੰਗ ਤਾਂ ਬਿਲਕੁਲ ਸੈਪਰੇਟ ਹੋਗੀ ਨਾ। ਟੈਪਿੰਗ ਵਾਹਿਗੁਰੂ ਜਾਪ ਨਾਲ ਨਹੀਂ ਜੁੜਨੀ, ਟੈਪਿੰਗ ਵੀ ਵਾਹਿਗੁਰੂ ਜਾਪ ਨਾਲ ਜੋੜ ਸਕਦੇ ਹਾਂ, ਖੈਰ ਐਸੀ ਗੱਲ ਨਹੀਂ ਲੇਕਿਨ ਟੈਪਿੰਗ ਨਾਲ ਸਟ੍ਰੈਚਿੰਗ ਐਕਸਰਸਾਈਜ਼ ਜਿਹੜੀਆਂ ਨੇ ਬਹੁਤ ਜੁੜਦੀਆਂ ਨੇ, ਬਹੁਤ ਪਿਆਰੀਆਂ ਜੁੜਦੀਆਂ ਨੇ। ਔਰ ਫੀਲਿੰਗ ਵੀ ਉਹਦੀ, ਜਿੱਦਾਂ ਤੁਸੀਂ ਕਹਿ ਰਹੇ ਹੋ ਨਾ, ਬਾਡੀ ਮੂਵਮੈਂਟ ਨਾਲ ਹੋਰ ਅੱਛਾ ਫੀਲ ਹੋਏਗਾ। ਜਦੋਂ ਸਿਰ ਗੁਲਾਈ 'ਚ ਘੁਮਾ ਰਹੇ ਹੋ ਜਾਂ ਹਿੱਲ ਰਹੇ ਹੋ ਜਾਂ ਰਿਦਮ 'ਚ ਮੂਵ ਕਰ ਰਹੇ ਹੋ ਤਾਂ ਤੁਹਾਨੂੰ ਹੋਰ ਅੱਛਾ ਫੀਲ ਹੋਏਗਾ। ਇੱਦਾਂ ਜਿਹੜੀ ਸਟ੍ਰੈਚਿੰਗ ਐਕਸਰਸਾਈਜ਼ ਨੇ, ਜਦੋਂ ਸਟ੍ਰੈਚਿੰਗ ਐਕਸਰਸਾਈਜ਼ ਨਾਲ ਕਰ ਰਹੇ ਹੋ ਥੋੜ੍ਹੇ ਸੈਂਟਰ ਹੋਰ ਜ਼ਿਆਦਾ ਸਟਿਮੂਲੇਟ ਹੋਣਗੇ ਅਤੇ ਹੋਰ ਜ਼ਿਆਦਾ ਤੁਹਾਨੂੰ ਅੱਛਾ ਲੱਗੇਗਾ। ਉਹ ਸਟ੍ਰੈਚਿੰਗ ਐਕਸਰਸਾਈਜ਼ ਕਿੱਦਾਂ ਕਰਨੀ ਹੈ ਉਹ ਆਪਾਂ ਡੈਮੋਨਸਟ੍ਰੇਟ ਕਰਨੀ ਹੈ। ਉਹਦੇ ਲਈ ਥੋੜ੍ਹਾ ਜਿਹਾ ਲਾਇੰਗ ਡਾਊਨ ਪੋਜੀਸ਼ਨ ਬਣਾਉਣੀ ਪਊਗੀ। ਉਹ ਦੇਖਦੇ ਹਾਂ ਜੇ ਆਪਾਂ ਕਿਤੇ ਆਪਾਂ ਨੂੰ ਛੁੱਟੀ ਵਾਲੇ ਦਿਨ ਮੌਕਾ ਮਿਲੇ ਤਾਂ ਵਧੀਆ ਗੱਲ ਹੈ। ਜਾਂ ਜੇ ਤੁਸੀਂ ਉੱਥੇ ਸੰਡੇ ਨੂੰ ਆਉਣਾ, ਸੰਡੇ ਨੂੰ ਮੈਂ ਉੱਥੇ ਆਪਾਂ ਸੰਡੇ ਜਿੱਥੇ ਠਹਿਰੇ ਹੋਵਾਂਗੇ ਨਾ, ਉੱਥੇ ਸਵੇਰੇ ਬਣਾਵਾਂਗੇ ਇਹਨੂੰ। ਪਰਸੋਂ ਨੂੰ ਕੱਲ੍ਹ ਸੈਟਰਡੇ ਆ, ਕੱਲ੍ਹ ਵੀ ਮੈਂ ਤਾਂ ਉੱਥੇ ਹਾਂ। ਸੰਡੇ ਨੂੰ ਮੈਂ ਇੱਥੇ, ਜਦੋਂ ਤੁਸੀਂ ਮਾਰਨਿੰਗ ਉੱਥੇ ਹੋਏ, ਜੇ ਤੁਸੀਂ ਸੰਡੇ ਮਾਰਨਿੰਗ ਉੱਥੇ ਹੋ ਤਾਂ ਆਪਾਂ ਸੰਡੇ ਮਾਰਨਿੰਗ ਸਵੇਰੇ ਸ਼ੂਟ ਕਰ ਲਾਂਗੇ ਅਤੇ ਉਹਦੇ 'ਚ ਉਹ ਫਿਰ ਬਹੁਤ ਵਧੀਆ ਡੈਮੋਨਸਟ੍ਰੇਟ ਹੋ ਜਾਣਗੀਆਂ ਜਿਹੜੀਆਂ ਸਟ੍ਰੈਚਿੰਗ ਨਾਲ ਕਿੱਦਾਂ ਜੋੜ ਕੇ ਆਪਾਂ ਕਰਨਾ ਹੈ। ਉਹ ਤਾਂ ਸਟ੍ਰੈਚਿੰਗ ਬਹੁਤ ਕਿਉਂਕਿ ਟਾਈਮ ਦੀ ਬੜੀ ਪ੍ਰੋਬਲਮ ਹੁੰਦੀ ਹੈ ਅੱਜ ਕੱਲ੍ਹ।
ਮੰਨ ਲਓ ਆਪਾਂ ਮੈਡੀਟੇਸ਼ਨ ਦਾ ਟਾਈਮ ਲਾਤਾ, ਸਾਡੇ ਕੋਲ ਸਟ੍ਰੈਚਿੰਗ ਦਾ ਟਾਈਮ ਰਹਿ ਜਾਣਾ। ਸੋ ਤਿੰਨਾਂ ਨੂੰ ਜੋੜਨਾ ਕਿੱਦਾਂ ਆਪਸ 'ਚ, ਸੋ ਉਹ ਜੋੜ ਲਾਂਗੇ ਆਪਾਂ ਇਹਨਾਂ ਨੂੰ। ਸੋ ਸਟ੍ਰੈਚਿੰਗ ਨਾਲ ਜੋੜ ਕੇ ਵਾਹਿਗੁਰੂ ਜਾਪ ਕਿੱਦਾਂ ਕਰਨਾ, ਸੋ ਉਹਦੇ 'ਚ ਵਾਹਿਗੁਰੂ ਜਾਪ ਵੀ ਹੋ ਗਿਆ, ਉਹਦੇ 'ਚ ਸੈਂਟਰ ਸਟਿਮ ਬੈਲੈਂਸਿੰਗ ਵੀ ਹੋ ਗਈ, ਉਹਦੇ 'ਚ ਆਪਣਾ ਸਟ੍ਰੈਚਿੰਗ ਵੀ ਹੋ ਗਈ। ਸੋ ਇੱਕੋ ਸਾਈਮਲਟੇਨੀਅਸਲੀ ਤੁਸੀਂ ਤਿੰਨੇ ਚੀਜ਼ਾਂ ਅੱਧੇ ਘੰਟੇ 'ਚ ਨਿਬੇੜ ਸਕਦੇ ਹੋ। ਅੱਧਾ ਘੰਟਾ ਲਾਓਗੇ ਤੁਸੀਂ, ਵਿੱਚ ਸਟ੍ਰੈਚਿੰਗ ਹੋ ਜਾਏਗੀ, ਵਿੱਚ ਹੋ ਜਾਏਗੀ, ਸਭ ਕੁਝ ਵਿੱਚ ਹੋ ਜਾਂਦਾ। ਤਾਂ ਬੜਾ ਕਮਾਲ ਦਾ ਉਹ ਕੰਬੀਨੇਸ਼ਨ ਹੈ। ਅਤੇ ਉਹ ਫਿਰ ਆਪਾਂ ਡੈਮੋਸਟ੍ਰੇਸ਼ਨ ਬਣਾ ਲਾਂਗੇ ਸਵੇਰੇ ਬਣਾਉਣੀ ਪੈਣੀ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੇ ਵਿਸਥਾਰ ਦੇ ਨਾਲ, ਔਰ ਇਸ ਤੋਂ ਵਧੀਆ ਢੰਗ ਨਾਲ ਨਹੀਂ ਮੇਰੇ ਹਿਸਾਬ ਨਾਲ ਸਮਝਾਇਆ ਜਾ ਸਕਦਾ। ਜੇ ਇਹਨੂੰ ਫੋਲੋ ਕਰਨਗੇ ਤਾਂ ਜਿੰਨੀਆਂ ਵੀ ਦਿਮਾਗ ਨਾਲ ਰਿਲੇਟਡ ਅਤੇ ਜਿੰਨੀਆਂ ਵੀ ਸਮੱਸਿਆਵਾਂ ਹੋਣਗੀਆਂ, ਹਾਰਮੋਨਲ ਇੰਬੈਲੈਂਸਿੰਗ ਹੋਏਗੀ, ਅਤੇ ਜਿਹੜੀਆਂ ਥੋਟਸ ਆਪਾਂ ਨੂੰ ਤੰਗ ਕਰ ਰਹੇ ਹੋਣਗੇ, ਮਾਈਗ੍ਰੇਨ, ਡਿਪਰੈਸ਼ਨ, ਡਿਮੋਨਸੀਆ ਅਤੇ OCD ਵਗੈਰਾ, ਅੱਖਾਂ ਦੀਆਂ ਪ੍ਰੋਬਲਮ, ਜਿੰਨੀਆਂ ਵੀ ਇਸ ਨਾਲ ਸੰਬੰਧਿਤ ਜਿਹੜੀਆਂ ਬੋਡੀ ਦੀਆਂ ਹੋਰ ਸਮੱਸਿਆਵਾਂ ਹੋਣਗੀਆਂ, ਉਹ ਸਾਰੀਆਂ ਨਰਵਸ ਸਿਸਟਮ ਤੱਕ ਜਿਹੜੀ ਹੈ ਉਹ ਹੀਲ ਹੋ ਜਾਏਗਾ। ਇਹ ਮੇਰੀ ਸੋਚ ਹੈਗੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਿਲਕੁਲ ਸਹੀ, ਧੰਨਵਾਦ। ਸੋ ਮੈਂ ਵੀ ਰੱਬ ਦੇ ਪਾਸੇ ਪਹੁੰਚ ਗਿਆ ਸੀ ਡਾਕਟਰ ਸਾਹਿਬ ਦੇ ਨਾਲ। ਜਦੋਂ ਡਾਕਟਰ ਸਾਹਿਬ ਇਹ ਗੱਲ ਕਰ ਰਹੇ ਸੀ ਤਾਂ ਮੇਰਾ ਮਾਈਂਡ ਵੀ ਬਿਲਕੁਲ ਉਸੇ ਦੇ ਨਾਲ ਜੁੜ ਗਿਆ ਸੀ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਗੀ। ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਇਹ ਵੀਡੀਓ ਘਰ ਘਰ ਪਹੁੰਚੇ। ਅਤੇ ਜਦੋਂ ਘਰ ਘਰ ਪਹੁੰਚੇ ਅਤੇ ਜੇਕਰ ਸਾਰੇ ਇਸ ਵੀਡੀਓ ਦੇ ਨਾਲ ਆਪਣਾ ਇਲਾਜ ਖੁਦ ਕਰ ਲੈਂਦੇ ਤਾਂ ਅਸੀਂ ਸਮਝਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।